ਸਤਿ ਸ਼੍ਰੀ ਅਕਾਲ। ਅੱਜ ਦਾ ਵਿਸ਼ਾ ਹੈ ਕਬਾਇਲੀ ਸਮਾਜ ਦੀਆਂ ਸਮੱਸਿਆਵਾਂ। ਸੋ ਇਸ ਵਿਸ਼ੇ ਦੇ ਵਿੱਚ ਪੜ੍ਹਾਂਗੇ ਕਿ ਕਬਾਇਲੀ ਸਮਾਜ ਕੀ ਹੈ ਤੇ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਜਿਨ੍ਹਾਂ ਨਾਲ ਕਬੀਲੇ ਵਾਲੇ ਲੋਕ ਜਾਂ ਆਦੀਵਾਸੀ ਲੋਕ ਜੂਝ ਰਹੇ ਹਨ, ਉਹ ਸਮੱਸਿਆਵਾਂ ਦਾ ਵਰਣਨ ਇਸ ਵਿਸ਼ੇ ਦੇ ਵਿੱਚ ਕੀਤਾ ਜਾਏਗਾ। ਸਭ ਤੋਂ ਪਹਿਲਾਂ ਤਾਂ ਇਹ ਦੇਖਣ ਨੂੰ ਮਿਲਦਾ ਹੈ ਕਿ ਆਪਣਾ ਸਮਾਜ ਕੀ ਹੈ। ਸਮਾਜ ਮਾਨਵ ਸੰਬੰਧਾਂ ਦਾ ਜਾਲ ਹੈ, ਜਿੱਥੇ ਇੱਕ ਵਿਅਕਤੀ ਦੂਸਰੇ ਵਿਅਕਤੀ ਨਾਲ ਮਿਲ ਕੇ ਅੰਤਰ-ਕਿਰਿਆਵਾਂ ਕਰਦਾ ਹੈ ਤੇ ਆਪਣੀਆਂ ਸਮੱਸਿਆਵਾਂ ਜਾਂ ਆਪਣੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਉਹ ਇੱਕ ਦੂਸਰੇ ਉੱਤੇ ਨਿਰਭਰ ਕਰਦਾ ਹੈ। ਤੇ ਲੋਕ ਜਾਂ ਵਿਅਕਤੀ ਸਮਾਜ ਦੇ ਵਿੱਚ ਵੱਖੋ ਵੱਖਰੀਆਂ ਜਾਤਾਂ ਦੇ, ਨਸਲਾਂ ਦੇ, ਵੱਖੋ ਵੱਖਰੇ ਉਮਰਾਂ ਦੇ ਅਤੇ ਵੱਖੋ ਵੱਖਰੇ ਸੁਭਾਵਾਂ ਦੇ ਹੁੰਦੇ ਹਨ ਤੇ ਉਹਨਾਂ ਦੀ ਜਾਤ ਅਤੇ ਜੋ ਵਰਗ ਹੈ ਉਹ ਵੀ ਵੱਖੋ ਵੱਖਰਾ ਹੁੰਦਾ ਹੈ। ਤੇ ਵੱਖ-ਵੱਖ ਹੋਣ ਦੇ ਬਾਵਜੂਦ ਇੱਕ ਦੂਸਰੇ ਨਾਲ ਅੰਤਰ-ਕਿਰਿਆਵਾਂ ਕਰਦੇ ਹਨ, ਇੰਟਰੈਕਟ ਕਰਦੇ ਹਨ ਤੇ ਉਹ ਕਿਸੇ ਨਾ ਕਿਸੇ ਸਮਾਜ ਦਾ ਹਿੱਸਾ ਬਣਦੇ ਹਨ। ਅਤੇ ਅਜਿਹਾ ਹੀ ਇੱਕ ਸਮਾਜ ਹੈ ਕਬਾਇਲੀ ਸਮਾਜ। ਉਹ ਸਮਾਜ ਜਾਂ ਉਹ ਲੋਕ ਜੋ ਜੰਗਲਾਂ ਦੇ ਵਿੱਚ, ਪਹਾੜਾਂ ਦੇ ਉੱਤੇ ਰਹਿੰਦੇ ਹਨ ਅਤੇ ਜੋ ਇੱਕ ਵੱਖਰੇ ਢੰਗ ਦਾ ਜੀਵਨ ਬਤੀਤ ਕਰਦੇ ਹਨ। ਸੋ ਕਬਾਇਲੀ ਸਮਾਜ ਦੇ ਅਰਥ ਬਾਰੇ ਜੇ ਗੱਲ ਕਰੀਏ ਜਾਂ ਕਬੀਲੇ ਦੇ ਅਰਥ ਦੀ ਗੱਲ ਕਰੀਏ ਤਾਂ ਕਹਾਂਗੇ ਕਿ ਉਹ ਲੋਕਾਂ ਦਾ ਸਮੂਹ ਜੋ ਜੰਗਲਾਂ, ਪਹਾੜਾਂ ਜਾਂ ਪਹਾੜੀਆਂ ਦੇ ਉੱਤੇ ਰਹਿੰਦੇ ਹਨ। ਜੋ ਕਬੀਲਾ ਸ਼ਬਦ ਹੈ, ਇਹ ਅੰਗਰੇਜ਼ੀ ਦੇ ਸ਼ਬਦ ਟ੍ਰਾਈਬੂਸ ਤੋਂ ਲਿੱਤਾ ਗਿਆ ਹੈ, ਜਿਸ ਦਾ ਅਰਥ ਹੈ ਲੋਕਾਂ ਦੀ ਨਸਲ। ਨਸਲ ਇੱਕ ਤਰ੍ਹਾਂ ਦੀ ਰੇਸ ਹੈ, ਨਸਲ ਹੈ। ਸੋ ਇਹ ਇੱਕ ਆਦਮ ਸਮਾਜ ਹੈ ਜੋ ਲੋਕ ਅਨਪੜ੍ਹ ਹਨ, ਜੋ ਲੋਕਾਂ ਦੇ ਕੋਲ ਭਾਸ਼ਾ ਲਿਖਤੀ ਰੂਪ ਦੇ ਵਿੱਚ ਨਹੀਂ ਹੈ। ਇਹਨਾਂ ਦਾ ਆਪਣਾ ਹੀ ਇੱਕ ਅਲੱਗ ਧਰਮ ਹੁੰਦਾ ਹੈ ਅਤੇ ਆਦਿਮ ਸਮਾਜ ਨੂੰ ਕਹਿ ਸਕਦੇ ਹਾਂ ਕਿ ਬੜਾ ਹੀ ਸਧਾਰਨ ਢੰਗ ਦਾ ਸਮਾਜ ਹੈ ਜਾਂ ਬੜਾ ਹੀ ਸਰਲ ਢੰਗ ਦੀ ਜ਼ਿੰਦਗੀ ਬਤੀਤ ਕਰਦੇ ਹਨ ਅਤੇ ਇਹ ਚੀਜ਼ਾਂ ਇਕੱਠੀਆਂ ਕਰਨ ਦੇ ਵਿੱਚ ਵਿਸ਼ਵਾਸ ਨਹੀਂ ਰੱਖਦੇ। ਵਰਗ ਅਤੇ ਜਾਤੀ ਇਹ ਦੋਨੋਂ ਚੀਜ਼ਾਂ ਹੀ ਕਬੀਲੇ ਦਾ ਹਿੱਸਾ ਨਹੀਂ ਹਨ, ਕਿਉਂਕਿ ਇਹ ਪੁਰਾਤਨ ਸਮਾਜ ਵਾਂਗ ਹੀ ਲੋਕਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਨੂੰ ਢਾਲ ਲਿਆ ਹੈ। ਉਸ ਤੋਂ ਬਾਅਦ ਕੁਝ ਕਬੀਲੇ ਅਜਿਹੇ ਹਨ, ਕਬੀਲਿਆਂ ਦੇ ਜਿਵੇਂ ਜੇ ਨਾਮ ਲਿੱਤੇ ਜਾਣ ਤਾਂ ਹੋ ਕਬੀਲਾ, ਭੀਲ, ਖਾਸੀ, ਸੰਥਾਲ, ਗੌਂਡ, ਓਰੈਨੋਜ਼ ਤੇ ਮਿਨਾਸ। ਇਸ ਤੋਂ ਇਲਾਵਾ ਕਈ ਤਰ੍ਹਾਂ ਦੇ, ਹਜ਼ਾਰਾਂ ਤਰ੍ਹਾਂ ਦੇ ਕਬੀਲੇ ਹਨ ਜੋ ਭਾਰਤ ਦੇ ਵਿੱਚ ਪਾਏ ਜਾਂਦੇ ਹਨ। ਭਾਰਤ ਦੇ ਵਿੱਚ ਪੰਜਾਬ ਅਜਿਹਾ ਰਾਜ ਹੈ, ਜੇ ਆਪਾਂ ਪੰਜਾਬ ਦੀ ਗੱਲ ਕਰਦੇ ਹਾਂ ਤਾਂ ਪੰਜਾਬ ਦੇ ਵਿੱਚ ਕਬੀਲੇ ਹਨ, ਲੇਕਿਨ ਕੋਈ ਪੰਜਾਬ ਦਾ ਓਰੀਜਨ ਨਹੀਂ ਹੈ, ਜਾਂ ਕਹਿ ਸਕਦੇ ਹਾਂ ਕਿ ਪੰਜਾਬ ਦੇ ਵਿੱਚ ਪੈਦਾ ਨਹੀਂ ਹੋਏ, ਲੇਕਿਨ ਵੱਖੋ ਵੱਖਰੀ ਜਗ੍ਹਾ ਤੋਂ ਆ ਕੇ ਪੰਜਾਬ ਦੇ ਵਿੱਚ ਰਹਿ ਰਹੇ ਹਨ। ਸੋ ਪੰਜਾਬ ਅਜਿਹਾ ਰਾਜ ਹੈ ਜਿੱਥੇ ਕੋਈ ਵੀ ਕਬੀਲਾ ਦੇਖਣ ਨੂੰ ਨਹੀਂ ਮਿਲਦਾ ਜਾਂ ਉਹਦੀ ਪੈਦਾਵਾਰ ਇੱਥੇ ਨਹੀਂ। ਇਸ ਤੋਂ ਇਲਾਵਾ ਅਫਰੀਕਾ ਦੇ ਵਿੱਚ ਜੇ ਪੂਰਾ ਆਪਾਂ ਇੰਡੀਆ ਤੋਂ ਇਲਾਵਾ ਅਲੱਗ-ਅਲੱਗ ਕੰਟਰੀਜ਼ ਦਾ ਜੇ ਦੇਖਿਆ ਜਾਵੇ, ਦੇਸ਼ਾਂ ਦੀ ਜੇ ਤੁਲਨਾ ਕੀਤੀ ਜਾਵੇ ਤਾਂ ਸਭ ਤੋਂ ਵੱਧ ਜਨਸੰਖਿਆ ਅਫਰੀਕਾ ਦੇ ਵਿੱਚ ਹੈ, ਕਬਾਇਲੀ ਸਮਾਜ ਦੀ ਜਾਂ ਕਬੀਲੇ ਵਾਲੇ ਲੋਕਾਂ ਦੀ, ਆਦੀਵਾਸੀ ਲੋਕਾਂ ਦੀ। ਇਸ ਤੋਂ ਬਾਅਦ ਦੂਸਰੇ ਨੰਬਰ ਦੇ ਉੱਤੇ ਭਾਰਤ ਹੈ, ਜਿਸ ਦੇ ਵਿੱਚ ਜ਼ਿਆਦਾ ਜਨਸੰਖਿਆ ਹੈ ਕਬੀਲੇ ਦੇ ਲੋਕਾਂ ਦੀ। ਇਸ ਤੋਂ ਇਲਾਵਾ ਜਿਵੇਂ ਭਾਰਤ ਦੇ ਵਿੱਚ ਹੀ ਦੇਖਿਆ ਜਾਵੇ ਤਾਂ ਮਿਜ਼ੋਰਮ ਦੇ ਵਿੱਚ 95% ਲੋਕ ਹਨ ਜੋ ਕਬਾਇਲੀ ਸਮਾਜ ਨਾਲ ਸੰਬੰਧਿਤ ਰੱਖਦੇ ਹਨ। ਨਾਗਾਲੈਂਡ ਦੇ ਵਿੱਚ ਵੀ 80%, 80 ਤੋਂ ਵੱਧ ਹੀ 80 ਤੋਂ 90% ਦੇ ਵਿੱਚ ਲੋਕ ਹਨ। ਮੇਘਾਲਿਆ ਤੇ ਅਰੁਣਾਚਲ ਪ੍ਰਦੇਸ਼ ਦੇ ਵਿੱਚ ਵੀ 80% ਲੋਕ ਹਨ ਜਿਹੜੇ ਕਬੀਲੇ ਨਾਲ ਸੰਬੰਧਿਤ ਰੱਖਦੇ ਹਨ, ਜਿਹੜੇ ਆਦੀਵਾਸੀ ਸਮਾਜ ਨਾਲ ਸੰਬੰਧਿਤ ਰੱਖਦੇ ਹਨ। ਤ੍ਰਿਪੁਰਾ ਦੇ ਵਿੱਚ 70%। ਸੋ ਇੱਦਾਂ ਜੇ ਦੇਖਿਆ ਜਾਵੇ ਤਾਂ ਚਾਰ ਅਜਿਹੇ ਰਾਜ ਹਨ, 4-5, ਜਿਸ ਦੇ ਵਿੱਚ ਕੀ ਹੈ ਕਬੀਲੇ ਪਾਏ ਜਾਂਦੇ ਹਨ ਜਾਂ ਵੱਧ ਜਨਸੰਖਿਆ ਇਹ ਰਾਜਾਂ ਦੇ ਵਿੱਚ ਪਾਈ ਜਾਂਦੀ ਹੈ। ਸੋ ਆਖਿਰਕਾਰ ਕਬੀਲਾ ਹੈ ਕੀ? ਕਬੀਲਾ ਉਹ ਲੋਕ ਹੈ, ਉਹ ਜਨਸੰਖਿਆ ਹੈ ਜੋ ਬੜੇ ਹੀ ਆਦਿਮ ਢੰਗ ਦੇ ਨਾਲ, ਬੜੇ ਹੀ ਪ੍ਰਾਚੀਨ ਸਮਾਜ ਦੇ ਵਾਂਗ ਆਪਣਾ ਜੀਵਨ ਬਤੀਤ ਕਰਦੇ ਹਨ। ਜੰਗਲਾਂ ਦੇ ਵਿੱਚ ਹੀ ਰਹਿੰਦੇ ਹਨ, ਉੱਥੇ ਹੀ ਘਰ-ਬਾਰ ਹੈ, ਉੱਥੇ ਹੀ ਆਪਣੀ ਅਰਥ ਵਿਵਸਥਾ ਉੱਥੇ ਹੀ ਸਥਾਪਿਤ ਕਰਦੇ ਹਨ। ਇਹਨਾਂ ਦਾ ਮੁੱਖ ਪੇਸ਼ਾ, ਮੁੱਖ ਕਿੱਤਾ ਸ਼ਿਕਾਰ ਕਰਨਾ ਹੈ। ਸ਼ਿਕਾਰ ਕਰਨ ਤੋਂ ਇਲਾਵਾ ਕਈ ਕਬੀਲੇ ਕੁਝ ਹੋਰ ਕੰਮਾਂ ਦੇ ਵਿੱਚ ਵੀ ਉਹਨਾਂ ਨੇ ਆਪਣਾ ਜੋ ਅਰਥ ਵਿਵਸਥਾ ਹੈ ਉਹ ਲੈ ਕੇ ਆਏ ਹਨ। ਇਸ ਦੇ ਵਿੱਚ ਸ਼ਿਕਾਰ ਕਰਨ ਤੋਂ ਇਲਾਵਾ ਝੂਮ ਖੇਤੀ ਕਰਨਾ, ਜੋ ਬੜੇ ਹੀ ਸਧਾਰਨ ਢੰਗ ਨਾਲ ਕੀਤੀ ਜਾਂਦੀ ਹੈ, ਤੇ ਇਸ ਤੋਂ ਇਲਾਵਾ ਮੱਛੀ ਫੜਨਾ, ਪਸ਼ੂ ਚਾਰਨਾ ਤੇ ਬਾਂਸ ਦੀਆਂ ਟੋਕਰੀਆਂ ਬਣਾਉਣਾ, ਭਾਂਡੇ ਬਣਾਉਣਾ, ਮਿੱਟੀ ਦੇ ਕਲੇ ਦੇ ਖਿਡੌਣੇ ਬਣਾਉਣਾ ਆਦਿ। ਜਾਂ ਫਿਰ ਕਈ ਤਰ੍ਹਾਂ ਦੇ ਲੱਕੜ ਦੇ ਉੱਤੇ ਕਾਰੀਗਰੀ ਕਰਨਾ, ਜਾਂ ਕਈ ਤਰ੍ਹਾਂ ਦੀਆਂ ਕਲਾਵਾਂ ਵੀ ਇਹ ਸਿੱਖਦੇ ਹਨ ਜਾਂ ਇਹਨਾਂ ਦੇ ਸੱਭਿਆਚਾਰ ਦਾ ਹਿੱਸਾ ਹਨ, ਜਿਸ ਤੋਂ ਇਹ ਪਤਾ ਲੱਗਦਾ ਹੈ ਕਿ ਕਬਾਇਲੀ ਸਮਾਜ ਦੇ ਲੋਕ ਆਪਣੀਆਂ ਜ਼ਰੂਰਤਾਂ ਆਪਣੇ ਜਗ੍ਹਾ ਦੇ ਉੱਤੇ ਰਹਿ ਕੇ ਆਪਣੇ ਲੋਕਾਂ ਦੇ ਵਿੱਚ ਹੀ ਪੂਰੀਆਂ ਕਰਦੇ ਹਨ।
ਅਤੇ ਉਹਨਾਂ ਨੂੰ ਦੂਜੇ ਲੋਕਾਂ ਦਾ ਉਹਨਾਂ ਦੇ ਕਬੀਲੇ ਦੇ ਵਿੱਚ ਦਖਲ ਅੰਦਾਜ਼ੀ ਪਸੰਦ ਨਹੀਂ। ਹੁਣ ਦੂਸਰੇ ਲੋਕਾਂ ਦਾ ਤੋਂ ਇੱਥੇ ਇਹ ਭਾਵ ਹੈ ਕਿ ਪੇਂਡੂ ਸਮਾਜ ਜਾਂ ਸ਼ਹਿਰੀ ਸਮਾਜ ਦੇ ਲੋਕਾਂ ਨਾਲ ਕਿਸੇ ਵੀ ਤਰ੍ਹਾਂ ਦਾ ਸੰਪਰਕ ਰੱਖਣਾ ਨਹੀਂ ਚਾਹੁੰਦੇ, ਕਿਉਂਕਿ ਕਬੀਲੇ ਦੇ ਲੋਕਾਂ ਨੂੰ ਇਹ ਲੱਗਦਾ ਹੈ ਕਿ ਜੇ ਉਹ ਦੂਸਰੇ ਲੋਕਾਂ ਨਾਲ ਸੰਪਰਕ ਸਥਾਪਿਤ ਕਰਨਗੇ ਜਾਂ ਗੱਲਬਾਤ ਕਰਨਗੇ ਤਾਂ ਉਹਨਾਂ ਨੂੰ ਸ਼ੋਸ਼ਿਤ ਕੀਤਾ ਜਾਏਗਾ। ਤੇ ਅੱਗੇ ਜਾਂ ਸਮੱਸਿਆਵਾਂ ਦੇ ਵਿੱਚ ਵੀ ਆਪਾਂ ਇਹੀ ਪੜ੍ਹਾਂਗੇ ਕਿ ਕਿਸ ਤਰ੍ਹਾਂ ਕਬੀਲੇ ਦੇ ਲੋਕੀ ਜਦੋਂ ਦੂਸਰਿਆਂ ਨਾਲ ਇੰਟਰੈਕਟ ਕਰਦੇ ਹਨ, ਅੰਤਰਕਿਰਿਆਵਾਂ ਕਰਦੇ ਹਨ ਤੇ ਉਹਨਾਂ ਦਾ ਸ਼ੋਸ਼ਣ ਵੀ ਕੀਤਾ ਜਾਂਦਾ ਹੈ। ਸੋ ਵੱਖੋ ਵੱਖਰੇ ਕਬੀਲਿਆਂ ਦੇ ਲੋਕਾਂ ਦੀ ਰਹਿਣ ਸਹਿਣ, ਖਾਣ ਪੀਣ ਦੀਆਂ ਆਦਤਾਂ, ਸੱਭਿਆਚਾਰ ਜਿਸ ਨੂੰ ਸੰਸਕ੍ਰਿਤੀ ਕਿਹਾ ਜਾਂਦਾ ਹੈ, ਭਾਸ਼ਾ ਅਤੇ ਨਾਮ ਵੀ ਵੱਖੋ ਵੱਖਰੇ ਹੈ। ਸੋ ਉਹ ਇਹ ਜੋ ਕਬੀਲੇ ਦੇ ਲੋਕ ਹਨ ਇਹ ਟੋਟਮਵਾਦ ਉੱਤੇ ਵਿਸ਼ਵਾਸ ਕਰਦੇ ਹਨ। ਟੋਟਮ ਦੇ ਉੱਤੇ ਆਪਣਾ ਵਿਸ਼ਵਾਸ, ਟੋਟਮ ਇੱਕ ਤਰ੍ਹਾਂ ਦਾ ਕੋਈ ਵੀ ਵਸਤੂ ਹੋ ਸਕਦੀ ਹੈ, ਕੋਈ ਪੱਥਰ, ਕੋਈ ਜੜੀ ਬੂਟੀ, ਪੇੜ, ਜਾਨਵਰ ਮਰਿਆ ਜਾਂ ਜੀਵਿਤ, ਜਿਸ ਨੂੰ ਕਬੀਲੇ ਦੇ ਲੋਕ ਆਪਣਾ ਰੱਬ ਮੰਨਣਗੇ, ਉਸਦੀ ਪੂਜਾ ਕਰਨਗੇ। ਉਸ ਟੋਟਮ ਨੂੰ ਹੱਥ ਲਗਾਉਣਾ ਜਾਂ ਉਸਨੂੰ ਖਾਣਾ, ਅਰਥਾਤ ਉਸ ਟੋਟਮ ਨੂੰ ਨੁਕਸਾਨ ਪਹੁੰਚਾਉਣਾ ਬਿਲਕੁਲ ਵੀ ਅਲਾਉਡ ਨਹੀਂ ਹੈ ਇੱਕ ਕਬੀਲੇ ਦੇ ਵਿੱਚ, ਕਿਉਂਕਿ ਇਹ ਮੰਨਿਆ ਗਿਆ ਹੈ ਕਿ ਉਸਦਾ ਜੋ ਟੋਟਮ ਹੈ ਉਸਦਾ ਦਰਜਾ ਉੱਚਾ ਹੈ ਅਤੇ ਜੇ ਕੋਈ ਵਿਅਕਤੀ ਉਸ ਟੋਟਮ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਵਿਅਕਤੀ ਨੂੰ ਹੀ ਉਸ ਕਬੀਲੇ ਦੇ ਵਿੱਚੋਂ ਬਾਹਰ ਨਿਕਾਲ ਦਿੱਤਾ ਜਾਂਦਾ ਹੈ। ਤੇ ਕਬਾਇਲੀ ਸਮਾਜ ਦੀ ਹੋਰ ਜੇ ਵਿਸ਼ੇਸ਼ਤਾ ਦੀ ਗੱਲ ਕਰੀਏ ਤਾਂ ਇੱਥੇ ਅੰਤਰਜਾਤੀ ਵਿਆਹ ਦੇਖੇ ਜਾਂਦੇ ਹਨ। ਇਸ ਦਾ ਅਰਥ ਇਹ ਹੈ ਕਿ ਆਪਣੇ ਹੀ ਕਬੀਲੇ ਦੇ ਵਿੱਚ ਵਿਆਹ ਕਰਵਾਉਣਾ। ਹਰ ਇੱਕ ਕਬੀਲੇ ਦਾ ਆਪਣਾ ਅਲੱਗ ਤੋਂ ਨਾਮ ਹੋਏਗਾ। ਉਦਾਹਰਨ ਭੀਲ, ਖਾਸੀ, ਗੌਂਡ, ਓਰੈਨੋਸ, ਨਾਗਾਜ਼, ਮੁੰਡਾਜ਼ ਅਰਥਾਤ ਆਦਿ। ਸੋ ਵੱਖੋ ਵੱਖਰੇ ਕਬੀਲਿਆਂ ਦੇ ਨਾਮ ਹੋਣ ਕਾਰਨ ਇੱਕ ਕਬੀਲਾ ਆਪਣੇ ਕਬੀਲੇ ਦੇ ਅੰਦਰ ਹੀ ਵਿਆਹ ਕਰਵਾਉਂਦਾ ਹੈ। ਜੇ ਇੱਕ ਕਬੀਲੇ ਦਾ ਵਿਅਕਤੀ ਦੂਸਰੇ ਕਬੀਲੇ ਦੇ ਵਿਅਕਤੀ ਨਾਲ ਵਿਆਹ ਕਰਵਾਉਂਦਾ ਹੈ ਤਾਂ ਇਸ ਨੂੰ ਮਾਨਤਾ ਪ੍ਰਾਪਤ ਨਹੀਂ ਹੁੰਦਾ ਜਾਂ ਫਿਰ ਇਸ ਨੂੰ ਪ੍ਰਵਾਨਗੀ ਨਹੀਂ ਦਿੱਤੀ ਜਾਂਦੀ। ਇਸ ਤੋਂ ਇਲਾਵਾ ਹਰ ਇੱਕ ਕਬੀਲੇ ਦਾ ਆਪਣਾ ਇੱਕ ਸਰਦਾਰ ਹੋਏਗਾ, ਆਪਣਾ ਇੱਕ ਮੁਖੀਆ ਹੋਏਗਾ, ਜਿਸ ਦੀ ਨਿਯਮਾਂ ਦੀ ਪਾਲਣਾ ਸਮਾਜ ਦੇ ਵਿੱਚ ਜਾਂ ਕਬਾਇਲੀ ਸਮਾਜ ਦੇ ਲੋਕ ਜਾਂ ਇੱਕ ਕਬੀਲੇ ਦੇ ਲੋਕ ਆਪਣੇ ਸਰਦਾਰ ਦੀ ਪਾਲਣਾ ਕਰਨਗੇ, ਉਸਦੇ ਨਿਯਮਾਂ ਦੀ ਪਾਲਣਾ ਕਰਨਗੇ। ਤੇ ਜੇ ਕੋਈ ਵਿਅਕਤੀ ਇਹਨਾਂ ਨਿਯਮਾਂ ਦੀ ਉਲੰਘਣਾ ਵੀ ਕਰਦਾ ਹੈ ਤਾਂ ਉਸ ਵਿਅਕਤੀ ਨੂੰ ਉਸ ਕਬੀਲੇ ਦੇ ਵਿੱਚੋਂ ਬਾਹਰ ਨਿਕਾਲ ਦਿੱਤਾ ਜਾਂਦਾ ਹੈ, ਜੋ ਬੜੀ ਹੀ ਸ਼ਰਮਨਾਕ ਗੱਲ ਮੰਨੀ ਜਾਂਦੀ ਹੈ। ਇਸ ਤੋਂ ਇਲਾਵਾ ਇਹ ਦੇਖਣ ਨੂੰ ਮਿਲਦਾ ਹੈ ਕਿ ਜੋ ਕਬਾਇਲੀ ਸਮਾਜ ਦੇ ਲੋਕ ਹਨ ਉਹਨਾਂ ਦੀ ਆਪਣੀ ਹੀ ਅਲੱਗ ਤੋਂ ਇੱਕ ਭਾਸ਼ਾ ਹੁੰਦੀ ਹੈ ਔਰ ਇਹ ਭਾਸ਼ਾ ਲਿਖਤੀ ਰੂਪ ਦੇ ਵਿੱਚ ਨਹੀਂ ਹੁੰਦੀ। ਇਹ ਉਹ ਲੋਕਾਂ ਦਾ ਇਕੱਠ ਹੈ ਜੋ ਜੰਗਲਾਂ ਦੇ ਵਿੱਚ ਰਹਿੰਦੇ ਹਨ, ਜੋ ਅਨਪੜ੍ਹ ਹਨ, ਜਿਨ੍ਹਾਂ ਦੇ ਉੱਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਵੀ ਹਨ, ਜਿਨ੍ਹਾਂ ਦਾ ਚਮੜੀ ਦਾ ਰੰਗ ਕਾਫੀ ਡਾਰਕ ਹੈ, ਕਾਫੀ ਕਾਲਾ ਕਹਿ ਸਕਦੇ ਹੋ ਹੈ, ਤੇ ਜੋ ਆਪਣੇ ਹੀ ਸਮੁਦਾਇ ਦੇ ਵਿੱਚ ਰਹਿਣਾ ਪਸੰਦ ਕਰਦੇ ਹਨ ਅਤੇ ਆਪਣੀਆਂ ਜ਼ਰੂਰਤਾਂ ਆਪਣੇ ਸਮੁਦਾਇ ਦੇ ਵਿੱਚ ਰਹਿ ਕੇ ਹੀ ਪੂਰੀਆਂ ਕਰਦੇ ਹਨ। ਤੇ ਇਹਨਾਂ ਦੇ ਜੋ ਵਿਆਹ ਸ਼ਾਦੀਆਂ ਹਨ ਉਹ ਇਹਨਾਂ ਦੇ ਕਬੀਲਿਆਂ ਦੇ ਵਿੱਚ ਹੀ ਕੀਤੇ ਜਾਂਦੇ ਹਨ। ਸਾਰੇ ਹੀ ਜੋ ਕਬਾਇਲੀ ਸਮਾਜ ਦੇ ਲੋਕ ਹਨ ਉਹ ਮਾਸਾਹਾਰੀ ਹਨ, ਕਿਉਂਕਿ ਉਹ ਜੰਗਲੀ ਜਾਨਵਰਾਂ ਦਾ ਜੰਗਲ ਦੇ ਵਿੱਚ ਸ਼ਿਕਾਰ ਕਰਕੇ ਉਸੇ ਨੂੰ ਹੀ ਆਪਣਾ ਭੋਜਨ ਵਜੋਂ ਇਸਤੇਮਾਲ ਕਰਦੇ ਹਨ। ਤੇ ਜੋ ਕੰਮ ਦੀ ਵੰਡ ਹੈ ਜਾਂ ਕਿਰਤ ਵੰਡ ਹੈ ਇਹ ਬੜੀ ਸਰਲ ਹੈ। ਕਿਉਂਕਿ ਇੱਥੇ ਜੋ ਪੁਰਸ਼ ਹਨ ਉਹ ਜੰਗਲ ਦੇ ਵਿੱਚ ਜਾ ਕੇ ਜਾਂ ਫਿਰ ਉਹ ਕਹਿ ਸਕਦੇ ਹਾਂ ਕਿ ਜੰਗਲੀ ਜਾਨਵਰਾਂ ਦਾ ਸ਼ਿਕਾਰ ਕਰਦੇ ਹਨ, ਕਿਉਂਕਿ ਇਸ ਨੂੰ ਔਖਾ ਇੱਕ ਕੰਮ ਮੰਨਿਆ ਜਾਂਦਾ ਹੈ। ਉਸ ਤੋਂ ਇਲਾਵਾ ਜੋ ਔਰਤਾਂ ਹਨ ਉਹ ਘਰ ਦੇ ਵਿੱਚ ਰਹਿੰਦੀਆਂ ਹਨ, ਬੱਚਿਆਂ ਦਾ ਪਾਲਣ ਪੋਸ਼ਣ, ਘਰ ਦਾ ਕੰਮ ਕਰਨਾ, ਲੱਕੜਾਂ ਇਕੱਠੀਆਂ ਕਰਨਾ ਜਾਂ ਕਿਤੇ ਨਾ ਕਿਤੇ ਉਹ ਬਾਂਸ ਦਾ ਸਮਾਨ ਵੀ ਤਿਆਰ ਕਰਦੀਆਂ ਹਨ। ਸੋ ਅਰਥ ਵਿਵਸਥਾ ਵੀ ਜੇ ਦੇਖੀ ਜਾਵੇ ਕਬਾਇਲੀ ਸਮਾਜ ਦੀ ਤੇ ਬੜੀ ਸਰਲ ਹੈ, ਕਿਉਂਕਿ ਉਹਨਾਂ ਦੀ ਜ਼ਿੰਦਗੀ ਜੰਗਲ ਦੇ ਵਿੱਚ ਹੀ ਉਹ ਆਪਣੀ ਜ਼ਿੰਦਗੀ ਬਤੀਤ ਕਰਦੇ ਹਨ ਤੇ ਇਹ ਜੰਗਲ ਦੇ ਵਿੱਚ ਰਹਿ ਕੇ ਹੀ ਆਪਣੀਆਂ ਸਾਰੀਆਂ ਲੋੜਾਂ ਪੂਰੀਆਂ ਕਰਦੇ ਹਨ। ਇਹ ਜੋ ਕਬਾਇਲੀ ਸਮਾਜ ਦੇ ਲੋਕ ਹਨ ਇਹ ਆਰਥਿਕ ਤੌਰ ਉੱਤੇ ਕਾਫੀ ਗਰੀਬ ਹਨ। ਰੋਟੀ, ਕੱਪੜਾ ਤੇ ਮਕਾਨ ਇਹ ਜ਼ਰੂਰਤਾਂ ਪੂਰੀਆਂ ਨਹੀਂ ਹੋ ਪਾਉਂਦੀਆਂ, ਜੋ ਇੱਕ ਅੱਗੇ ਜਾ ਕੇ ਸਮੱਸਿਆ ਵੀ ਬਣਦੀ ਹੈ ਕਬਾਇਲੀ ਸਮਾਜ ਦੇ ਲੋਕਾਂ ਲਈ। ਇਸ ਤੋਂ ਇਲਾਵਾ ਅਨਪੜ੍ਹਤਾ ਹੋਣ ਕਾਰਨ ਕਈ ਸਿਹਤ ਨਾਲ ਸੰਬੰਧਿਤ ਸਮੱਸਿਆਵਾਂ ਵੀ ਪਾਈਆਂ ਜਾਂਦੀਆਂ ਹਨ, ਜਿਸ ਦੇ ਫਲਸਰੂਪ ਜਾਂ ਜਿਸ ਦੇ ਨਤੀਜੇ ਵਜੋਂ ਇਹ ਨਿਕਲ ਕੇ ਆਉਂਦਾ ਹੈ ਕਿ ਕਬਾਇਲੀ ਸਮਾਜ ਦੇ ਲੋਕ ਕਈ ਤਰ੍ਹਾਂ ਦੀਆਂ ਸਿਹਤ ਨਾਲ ਸੰਬੰਧਿਤ ਸਮੱਸਿਆਵਾਂ ਦਾ ਸ਼ਿਕਾਰ ਹੁੰਦੇ ਹਨ ਤੇ ਕਈ ਨਾਲਗ ਬਿਮਾਰੀਆਂ ਵੀ ਜਾਂ ਨਾ ਠੀਕ ਹੋਣ ਵਾਲੀਆਂ ਬਿਮਾਰੀਆਂ ਵੀ ਲੋਕਾਂ ਨੂੰ ਲੱਗ ਜਾਂਦੀਆਂ ਹਨ।
ਕਿਉਂਕਿ ਕੋਈ ਡਾਕਟਰ, ਕੋਈ ਡਿਸਪੈਂਸਰੀ ਜਾਂ ਕੋਈ ਹਸਪਤਾਲ ਦੇ ਨਾਲ ਇਹ ਸੰਪਰਕ ਨਹੀਂ ਕਰਦੇ ਅਤੇ ਨਾ ਹੀ ਕਬਾਇਲੀ ਸਮਾਜ ਦੇ ਵਿੱਚ ਇਸ ਤਰ੍ਹਾਂ ਦੀਆਂ ਸੁਵਿਧਾਵਾਂ ਉਪਲਬਧ ਹਨ। ਇਸ ਤੋਂ ਇਲਾਵਾ ਜੇ ਵਿੱਦਿਆ ਦਾ ਜਾਂ ਸਿੱਖਿਆ ਦੀ ਗੱਲ ਕਰੀਏ ਤਾਂ ਸਿੱਖਿਆ ਦਾ ਪ੍ਰਸਾਰ ਬਿਲਕੁਲ ਹੀ ਨਹੀਂ, ਕਿਉਂਕਿ ਲੋਕ ਗਰੀਬ ਹਨ, ਲੋਕ ਅਨਪੜ੍ਹ ਹਨ, ਲੋਕ ਆਰਥਿਕ ਤੌਰ ਉੱਤੇ ਬੜੇ ਮਾੜੇ ਹਾਲਾਤਾਂ ਦੇ ਵਿੱਚ ਰਹਿੰਦੇ ਹਨ ਅਤੇ ਆਪਣਾ ਗੁਜ਼ਾਰਾ ਬਹੁਤ ਔਖਾ ਕਰਦੇ ਹਨ। ਇਸ ਕਰਕੇ ਲੋਕਾਂ ਨੂੰ ਇਹੀ ਚੀਜ਼ ਦਾ ਨਹੀਂ ਪਤਾ ਕਿ ਸਿੱਖਿਆ ਦਾ ਹੋਣਾ ਜਾਂ ਨਾ ਹੋਣਾ, ਇਸ ਦਾ ਕੀ ਸਕਾਰਾਤਮਕ ਜਾਂ ਨਕਾਰਾਤਮਕ ਅਸਰ ਹੈ ਉਹਨਾਂ ਦੇ ਉੱਤੇ ਅਤੇ ਉਹਨਾਂ ਦੀ ਆਉਣ ਵਾਲੀ ਪੀੜ੍ਹੀ ਦੇ ਉੱਤੇ। ਇਸ ਤੋਂ ਇਲਾਵਾ ਇਹ ਦੇਖਣ ਨੂੰ ਮਿਲਦਾ ਹੈ ਕਿ ਉਹ ਬਾਹਰਲੇ ਲੋਕਾਂ ਨਾਲ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਕਨੈਕਟ ਨਹੀਂ ਹੋ ਪਾਉਂਦੇ, ਨਾ ਹੀ ਉਹਨਾਂ ਦੇ ਨਾਲ ਸੰਪਰਕ ਕਰਦੇ ਹਨ। ਪਰ ਕਬੀਲੇ ਦੇ ਲੋਕਾਂ ਦਾ ਆਪਸ ਦੇ ਵਿੱਚ ਇੱਕ ਦੂਸਰੇ ਨਾਲ ਬੜਾ ਹੀ ਗੂੜਾ ਸੰਬੰਧ ਜਾਂ ਬੜਾ ਗੂੜਾ ਰਿਸ਼ਤਾ ਹੁੰਦਾ ਹੈ ਅਤੇ ਇੱਕ ਏਕਤਾ ਦੀ ਭਾਵਨਾ, ਅਸੀਂ ਦੀ ਭਾਵਨਾ, ਇਕਜੁੱਟਤਾ ਉਹਨਾਂ ਦੇ ਵਿੱਚ ਪਾਈ ਜਾਂਦੀ ਹੈ। ਤਾਂ ਕਿ ਜੇ ਕੋਈ ਮੁਸੀਬਤ ਆਵੇ ਜਾਂ ਜੇ ਕੋਈ ਵੀ ਸਮੱਸਿਆ ਆਉਂਦੀ ਹੈ ਤਾਂ ਸਾਰੇ ਜਣੇ ਕਬੀਲੇ ਦੇ ਲੋਕ ਰਲ ਮਿਲ ਕੇ ਉਸ ਸਮੱਸਿਆ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਦੇ ਹਨ। ਤੇ ਇਹ ਇੱਕ ਕਬੀਲੇ ਦੇ ਸਰਦਾਰ ਦਾ ਇੱਕ ਫਰਜ਼ ਵੀ ਬਣ ਜਾਂਦਾ ਹੈ, ਇੱਕ ਡਿਊਟੀ ਵੀ ਬਣ ਜਾਂਦੀ ਹੈ ਕਿ ਉਹ ਆਪਣੇ ਕਬੀਲੇ ਦੇ ਵਿਅਕਤੀਆਂ ਤੇ ਜਾਂ ਮੈਂਬਰਾਂ ਦੀ ਸੁਰੱਖਿਆ ਦਾ ਧਿਆਨ ਰੱਖੇ ਅਤੇ ਬਾਹਰੀ ਦਬਾਅ ਤੋਂ ਵੀ ਉਹਨਾਂ ਨੂੰ ਬਚਾਵੇ, ਬਾਹਰੀ ਹਮਲਿਆਂ ਤੋਂ ਵੀ ਉਹਨਾਂ ਨੂੰ ਬਚਾਵੇ। ਸੋ ਜੋ ਕਬਾਇਲੀ ਸਮਾਜ ਦੇ ਲੋਕ ਹਨ, ਇਹ ਝੂਮ ਖੇਤੀ ਕਰਦੇ ਹਨ। ਝੂਮ ਖੇਤੀ ਮਤਲਬ ਸ਼ਿਕਾਰ ਤੋਂ ਇਲਾਵਾ ਜਿਹੜਾ ਮੇਜਰ ਆਕੂਪੇਸ਼ਨ ਹੈ, ਜੋ ਮੁੱਖ ਪੇਸ਼ਾ ਹੈ, ਮੁੱਖ ਕਿੱਤਾ ਹੈ, ਉਹ ਸ਼ਿਕਾਰ ਕਰਨਾ ਹੈ। ਉਸ ਤੋਂ ਇਲਾਵਾ ਕਈ ਤਰ੍ਹਾਂ ਦੀਆਂ ਝੂਮ ਖੇਤੀ ਕੀਤੀ ਜਾਂਦੀ ਹੈ, ਪਸ਼ੂ ਪਾਲੇ ਜਾਂਦੇ ਹਨ। ਸੋ ਝੂਮ ਖੇਤੀ ਕੀ ਹੈ ਕਿ ਇੱਕ ਫਸਲ, ਇੱਕ ਜੰਗਲ ਦੇ ਵਿੱਚ ਪੇੜ ਥੋੜ੍ਹੇ ਕੱਟੇ ਜਾਂਦੇ ਹਨ, ਫਸਲ ਜ਼ਮੀਨ ਨੂੰ ਅੱਗ ਲਗਾਈ ਜਾਂਦੀ ਹੈ ਤੇ ਉਹ ਸੁਆਹ ਦੇ ਵਿੱਚ ਹੀ ਬੀਜਾਂ ਨੂੰ ਬਿਖੇਰ ਦਿੱਤਾ ਜਾਂਦਾ ਹੈ ਤੇ ਬਾਕੀ ਸਭ ਕੁਝ ਕੁਦਰਤ ਦੇ ਉੱਤੇ ਛੱਡ ਦਿੱਤਾ ਜਾਂਦਾ ਹੈ ਕਿ ਬਾਰਿਸ਼ ਹੋਏਗੀ, ਮੀਂਹ ਆਉਣ ਕਰਕੇ ਉਹਨਾਂ ਦੀ ਫਸਲ ਨੂੰ ਪਾਣੀ ਲੱਗੇਗਾ ਤੇ ਫਸਲ ਵੱਡੀ ਹੋਏਗੀ ਤੇ ਉਹ ਉਸਦਾ ਪ੍ਰਯੋਗ ਕਰਨਗੇ। ਇਹ ਵੀ ਅੱਗੇ ਜਾ ਕੇ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਉਹਨਾਂ ਨੂੰ ਸਾਹਮਣਾ ਕਰਨਾ ਪੈਂਦਾ ਹੈ ਖੇਤੀ ਦੇ ਖੇਤਰ ਦੇ ਵਿੱਚ ਵੀ, ਜਿਸ ਦਾ ਆਪਾਂ ਗੱਲ ਅੱਗੇ ਕਰਾਂਗੇ। ਸੋ ਸਭ ਤੋਂ ਹੁਣ ਆਪਾਂ ਗੱਲ ਕਰਦੇ ਹਾਂ ਇੱਕ ਇੱਕ ਕਰਕੇ ਇਹਨਾਂ ਸਮੱਸਿਆਵਾਂ। ਸਭ ਤੋਂ ਪਹਿਲਾਂ ਤਾਂ ਆਰਥਿਕ ਸਮੱਸਿਆਵਾਂ। ਜਿਵੇਂ ਕਿ ਮੈਂ ਪਹਿਲਾਂ ਹੀ ਦੱਸਿਆ ਹੈ ਕਿ ਆਰਥਿਕ ਤੌਰ ਉੱਤੇ ਕਬਾਇਲੀ ਸਮਾਜ ਦੇ ਲੋਕ ਬੜੇ ਹੀ ਕਮਜ਼ੋਰ ਵਰਗ ਦੇ ਹਨ, ਜਾਂ ਕਹਿ ਸਕਦੇ ਹਾਂ ਕਿ ਬੜੇ ਆਰਥਿਕ ਤੌਰ ਉੱਤੇ ਗਰੀਬ ਹਨ, ਗਰੀਬੀ ਦੇਖਣ ਨੂੰ ਮਿਲਦੀ ਹੈ। ਸੋ ਜਿਸ ਦੇ ਨਾਲ ਕਈ ਤਰ੍ਹਾਂ ਦੀਆਂ ਸਮੱਸਿਆਵਾਂ, ਆਰਥਿਕ ਸਮੱਸਿਆਵਾਂ ਦੇਖਣ ਨੂੰ ਮਿਲਦੀਆਂ। ਸਭ ਤੋਂ ਪਹਿਲਾਂ ਤਾਂ ਆਰਥਿਕ ਸਮੱਸਿਆਵਾਂ ਦੇ ਵਿੱਚ ਕਰਜ਼ੇ ਦੀ ਸਮੱਸਿਆ, ਜਿਸ ਨੂੰ ਪ੍ਰੋਬਲਮ ਆਫ ਇੰਡੈਕਟਨੈਸ ਦਾ ਨਾਮ ਦਿੱਤਾ ਜਾਂਦਾ ਹੈ। ਸੋ ਕਬੀਲਿਆਂ ਦੇ ਵਿੱਚ ਕੀ ਹੈ, ਆਰਥਿਕ ਤੌਰ ਉੱਤੇ ਕਈ ਸਮੱਸਿਆਵਾਂ ਪਾਈਆਂ ਜਾਂਦੀਆਂ ਹਨ। ਇਸ ਦੇ ਨਾਲ ਗਰੀਬੀ ਦਾ, ਜਿਹੜੇ ਬਾਹਰਲੇ ਲੋਕ ਹਨ ਉਹ ਜਦੋਂ ਕਬਾਇਲੀ ਸਮਾਜ ਦੇ ਲੋਕਾਂ ਨਾਲ ਕਿਤੇ ਨਾ ਕਿਤੇ ਸੰਪਰਕ ਸਥਾਪਿਤ ਕਰਦੇ ਹਨ, ਜਾਂ ਜੋ ਠੇਕੇਦਾਰ ਹੁੰਦੇ ਹਨ ਜਾਂ ਜੋ ਵਪਾਰੀ ਹੁੰਦੇ ਹਨ, ਉਹ ਜਦੋਂ ਕਬਾਇਲੀ ਸਮਾਜ ਦੇ ਵਿੱਚ ਆਉਣਾ ਸ਼ੁਰੂ ਕਰਦੇ ਹਨ ਤਾਂ ਉਹ ਗਰੀਬ ਲੋਕਾਂ ਦਾ ਲਾਭ ਲੈਣਾ ਸ਼ੁਰੂ ਕਰ ਦਿੰਦੇ ਹਨ। ਜਿਵੇਂ ਮਹਾਜਨ ਹੋ ਗਏ ਜਾਂ ਕੋਈ ਸ਼ਾਹੂਕਾਰ ਹੋ ਗਏ, ਉਹ ਕਬਾਇਲੀ ਖੇਤਰ ਦੇ ਵਿੱਚ ਪ੍ਰਵੇਸ਼ ਕਰਦੇ ਹਨ ਅਤੇ ਇਹ ਲੋਕਾਂ ਨੂੰ ਕਰਜ਼ਾ ਦਿੰਦੇ ਹਨ ਤਾਂ ਕਿ ਇਹਨਾਂ ਦਾ ਇਹ ਲੋਕੀ ਜਦੋਂ ਕਰਜ਼ਾ ਵੀ ਲੈਂਦੇ ਹਨ ਤਾਂ ਆਪਣੇ ਜੀਵਨ ਨੂੰ ਸੁਧਾਰਨ ਲਈ, ਲੇਕਿਨ ਇਹ ਭੋਲੇ ਭਾਲੇ ਹੁੰਦੇ ਹਨ ਅਤੇ ਜੀਵਨ ਬੜਾ ਸਾਦਾ ਢੰਗ ਨਾਲ ਬਤੀਤ ਕਰਦੇ ਹਨ। ਇਸ ਕਰਕੇ ਉਹ ਭੋਲੇਪਨ ਦੇ ਵਿੱਚ ਜਾਂ ਫਿਰ ਉਹ ਸਾਊਪੁਣੇ ਦੇ ਵਿੱਚ ਕੀ ਹੈ, ਇਹ ਜੋ ਜਨਤਾ ਹੈ ਇਹ ਕਰਜ਼ੇ ਨਾਲ ਲੱਦ ਜਾਂਦੀ ਹੈ, ਜਾਂ ਕਹਿ ਸਕਦੇ ਹਾਂ ਕਿ ਇਹ ਵਿਅਕਤੀ ਸਾਰੀ ਉਮਰ ਹੀ ਆਪਣਾ ਕਰਜ਼ਾ ਨਹੀਂ ਦੇ ਪਾਉਂਦੇ। ਸੋ ਕਰਜ਼ੇ ਦਾ ਭਾਰ ਇੰਨਾ ਜ਼ਿਆਦਾ ਹੁੰਦਾ ਹੈ ਕਿ ਉਸਨੂੰ ਲਾਉਂਦੇ ਲੋਕ ਆਰਥਿਕ ਪੱਖੋਂ ਬਿਲਕੁਲ ਹੀ ਕਮਜ਼ੋਰ ਹੋ ਜਾਂਦੇ, ਔਰ ਇਸ ਚੀਜ਼ ਦਾ ਉਹਨਾਂ ਦਾ ਸ਼ੋਸ਼ਣ ਕੀਤਾ ਜਾਂਦਾ ਹੈ ਉੱਚੇ ਵਰਗ ਦੁਆਰਾ ਜਾਂ ਬਾਹਰੀ ਸਮਾਜ ਦੇ ਲੋਕਾਂ ਦੁਆਰਾ, ਕਿਉਂਕਿ ਇਹ ਲੋਕ ਬੜੇ ਹੀ ਸਾਊ, ਬੜੇ ਹੀ ਸਧਾਰਨ ਜੀਵਨ ਵਾਲੇ ਹੁੰਦੇ ਹਨ, ਜਿਨ੍ਹਾਂ ਦੇ ਵਿੱਚ ਕੋਈ ਚਾਲਾਕੀ ਨਹੀਂ ਹੁੰਦੀ। ਸੋ ਇਸ ਚੀਜ਼ ਦਾ ਫਾਇਦਾ ਸ਼ਾਹੂਕਾਰ ਜਾਂ ਫਿਰ ਮਹਾਜਨ ਜਾਂ ਕਈ ਤਰ੍ਹਾਂ ਦੇ ਵਪਾਰੀ ਚੱਕਦੇ ਹਨ ਉਹਨਾਂ ਦਾ, ਜਿਸ ਦੇ ਨਾਲ ਇਹ ਇੱਕ ਆਰਥਿਕ ਸਮੱਸਿਆ ਹੈ ਜੋ ਦੇਖਣ ਨੂੰ ਮਿਲਦੀ ਹੈ ਅਤੇ ਉਹਨਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਵੀ ਉਸੇ ਕਰਜ਼ੇ ਦੇ ਵਿੱਚ ਡੁੱਬ ਕੇ ਰਹਿ ਜਾਂਦੀਆਂ। ਅਗਲਾ ਪੁਆਇੰਟ ਹੈ ਖੇਤੀਬਾੜੀ ਦੀ ਸਮੱਸਿਆ, ਜਾਂ ਇਸ ਨੂੰ ਕਹਿ ਸਕਦੇ ਹਾਂ ਕਿ ਬਦਲਵੀਂ ਜਗ੍ਹਾ ਖੇਤੀ ਦੀ ਸਮੱਸਿਆ, ਕਿਉਂਕਿ ਜੋ ਝੂਮ ਖੇਤੀ ਹੈ ਉਹ ਕਬਾਇਲੀ ਸਮਾਜ ਦਾ ਹਿੱਸਾ ਹੈ ਤੇ ਉਹ ਸ਼ਿਕਾਰ ਤੋਂ ਇਲਾਵਾ ਦੂਸਰੇ ਤਰ੍ਹਾਂ ਦੇ ਕੰਮਾਂ ਦੇ ਵਿੱਚ ਲੋਕ ਕਬਾਇਲੀ ਸਮਾਜ ਦੇ ਵਿੱਚ ਲੋਕ ਸ਼ਾਮਿਲ ਹਨ। ਸੋ ਸਥਾਨ ਬਦਲ ਕੇ ਖੇਤੀ ਕਰਨਾ ਜਾਂ ਬਦਲਵੀਂ ਜਗ੍ਹਾ ਖੇਤੀ ਦੀ ਸਮੱਸਿਆ ਦੇਖਣ ਨੂੰ ਮਿਲਦੀ ਹੈ। ਸਭ ਤੋਂ ਪਹਿਲਾਂ ਤਾਂ ਇਹ ਕਿ
ਉਹਨਾਂ ਦੇ ਕੋਲ ਕੋਈ ਵੀ ਆਧੁਨਿਕ ਤਕਨੀਕਾਂ ਜਾਂ ਆਧੁਨਿਕ ਔਜ਼ਾਰ ਨਹੀਂ ਹਨ, ਜਿਸ ਦੇ ਨਾਲ ਉਹ ਆਪਣਾ ਖੇਤੀ ਸਹੀ ਢੰਗ ਨਾਲ ਕਰ ਸਕਣ, ਆਪਣਾ ਸਮਾਂ ਬਚਾ ਸਕਣ ਜਾਂ ਫਿਰ ਪੂਰੀ ਸ਼ਕਤੀ ਨਾਲ ਕੰਮ ਕਰ ਸਕਣ। ਸੋ ਖੇਤੀਬਾੜੀ ਦੀ ਸਮੱਸਿਆ ਦੇ ਵਿੱਚ ਇਹ ਕਹਿ ਸਕਦੇ ਹਾਂ ਕਿ ਇਹਨਾਂ ਲੋਕਾਂ ਦੇ ਖੇਤੀ ਕਰਨ ਦਾ ਢੰਗ ਕਾਫੀ ਪੁਰਾਣਾ ਹੈ। ਸੋ ਸਮਾਂ, ਸ਼ਕਤੀ ਅਤੇ ਜ਼ਮੀਨ ਨੂੰ ਬਰਬਾਦ ਕਰਨ ਵਾਲਾ ਹੈ। ਇਸ ਕਰਕੇ ਜੋ ਉਤਪਾਦਨ ਜਾਂ ਜੋ ਉਤਪਾਦਨ ਵੀ ਹੁੰਦੀ ਹੈ ਉਹ ਇੰਨੀ ਲਾਭਦਾਇਕ ਨਹੀਂ ਹੁੰਦੀ। ਇਸ ਤੋਂ ਇਲਾਵਾ ਜਦੋਂ ਉਹ ਆਪਣੇ ਖੇਤੀ ਕਰਨ ਵਾਸਤੇ ਜੰਗਲ ਨੂੰ ਕੱਟਦੇ ਹਨ ਤਾਂ ਉਸ ਦੇ ਨਾਲ ਕਈ ਤਰ੍ਹਾਂ ਦੀਆਂ ਵਾਤਾਵਰਨ ਨਾਲ ਸੰਬੰਧਿਤ ਸਮੱਸਿਆਵਾਂ ਵੀ ਦੇਖਣ ਨੂੰ ਮਿਲਦੀਆਂ ਹਨ। ਸੋ ਜੰਗਲ ਕੱਟ ਕੇ ਪਹਿਲਾਂ ਇਹ ਲੋਕ ਕੀ ਹੈ ਅੱਗ ਲਗਾ ਦਿੰਦੇ ਹਨ, ਫਿਰ ਬਾਅਦ ਵਿੱਚ ਉਸਨੂੰ ਜੋ ਸਵਾਹ ਬਣਦੀ ਹੈ ਜਾਂ ਸਵਾਹ ਹੋ ਜਾਂਦੀ ਹੈ ਉਸ ਦੇ ਵਿੱਚ ਬੀਜ ਏਦਾਂ ਹੀ ਸੁੱਟ ਦਿੱਤੇ ਜਾਂਦੇ ਹਨ ਤੇ ਇਸ ਢੰਗ ਨਾਲ 1-2 ਸਾਲ ਤਾਂ ਕੁਝ ਪੈਦਾਵਾਰ ਨਹੀਂ ਹੋ ਪਾਉਂਦੀ ਫਸਲ ਦੀ, ਜਿਸ ਦੇ ਨਾਲ ਆਰਥਿਕ ਤੌਰ ਤੇ ਘਾਟਾ ਜਾਂ ਸਮੱਸਿਆਵਾਂ ਤਾਂ ਦੇਖਣ ਨੂੰ ਮਿਲਦੀਆਂ ਹੀ ਹਨ। ਉਸ ਦੇ ਨਾਲ ਪੈਦਾਵਾਰ ਨਾ ਹੋਣ ਦੇ ਨਾਲ ਜੋ ਖੇਤੀ ਹੈ, ਲੋਕੀ ਖੇਤੀ ਦਾ ਜੋ ਢੰਗ ਹੈ, ਇਹ ਪੁਰਾਤਨ ਢੰਗ ਹੈ, ਇਸ ਨੂੰ ਛੱਡ ਕੇ ਹੋਰ ਕੰਮਾਂ ਦੇ ਵਿੱਚ ਵੀ ਆਪਣੇ ਆਪ ਨੂੰ ਉਹ ਉਲਝਾ ਲੈਂਦੇ ਹਨ, ਜਿਸ ਦੇ ਨਾਲ ਜੰਗਲ ਵੀ ਉਹ ਕੱਟਦੇ ਹਨ। ਜੋ ਜੰਗਲ ਕੱਟਣ ਕਰਕੇ ਕਈ ਵਾਤਾਵਰਨ ਨਾਲ ਸੰਬੰਧਿਤ ਜਿਵੇਂ ਕਿ ਹੜ੍ਹ ਆ ਜਾਣਾ ਜਾਂ ਜ਼ਿਆਦਾ ਗਰਮੀ ਹੋ ਜਾਣਾ, ਇਹ ਸਾਰੀਆਂ ਸਮੱਸਿਆਵਾਂ ਦੇਖਣ ਨੂੰ ਮਿਲਦੀਆਂ ਹਨ ਅਤੇ ਖੇਤੀ ਦੇ ਇਸ ਉਤਪਾਦਕ ਢੰਗ ਦੇ ਨਾਲ ਖੇਤੀ ਤੋਂ ਆਮਦਨੀ ਵੀ ਨਹੀਂ ਹੁੰਦੀ, ਜਿਸ ਦੇ ਨਾਲ ਉਹਨਾਂ ਦਾ ਜੋ ਆਰਥਿਕ ਪੱਧਰ ਹੈ ਉਹ ਹੋਰ ਵੀ ਨੀਵਾਂ ਹੋ ਜਾਂਦਾ ਹੈ। ਕਿਉਂਕਿ ਜਦੋਂ ਪਾਣੀ ਦੀ ਵਿਵਸਥਾ ਨਹੀਂ ਹੋਏਗੀ, ਜਦੋਂ ਆਧੁਨਿਕ ਤਕਨੀਕਾਂ ਨਹੀਂ ਹੋਣਗੀਆਂ, ਜਦੋਂ ਇੱਕ ਫਿਕਸਡ ਲੈਂਡ ਨਹੀਂ ਹੋਊਗਾ, ਨਿਸ਼ਚਿਤ ਜ਼ਮੀਨ ਨਹੀਂ ਹੋਏਗੀ ਉਹਨਾਂ ਵਾਸਤੇ, ਤਦੋਂ ਤੱਕ ਕੀ ਹੈ ਇਹ ਸਮੱਸਿਆਵਾਂ ਏਦਾਂ ਹੀ ਚੱਲਦੀਆਂ ਰਹਿੰਦੀਆਂ। ਸੋ ਖੇਤੀਬਾੜੀ ਨਾਲ ਸੰਬੰਧਿਤ ਸਮੱਸਿਆਵਾਂ ਇਸ ਢੰਗ ਦੀਆਂ ਦੇਖਣ ਨੂੰ ਮਿਲਦੀਆਂ ਹਨ ਕਬਾਇਲੀ ਸਮਾਜ ਦੇ ਵਿੱਚ। ਅਗਲੀ ਗੱਲ ਕਰਾਂਗੇ ਜ਼ਮੀਨ ਨਾਲ ਸੰਬੰਧਿਤ ਸਮੱਸਿਆ। ਸੋ ਜ਼ਮੀਨ ਸੰਬੰਧੀ ਸਮੱਸਿਆਵਾਂ ਮਤਲਬ ਲੈਂਡ ਨਾਲ ਰਿਲੇਟਡ ਸਮੱਸਿਆਵਾਂ। ਸੋ ਪਹਿਲਾਂ ਜ਼ਮੀਨ ਉੱਪਰ ਕਬੀਲਿਆਂ ਦਾ ਹੀ ਅਧਿਕਾਰ ਹੁੰਦਾ ਸੀ, ਬਟ ਹੌਲੀ ਹੌਲੀ ਜਿਵੇਂ ਸਮਾਜ ਦੇ ਵਿੱਚ ਤਬਦੀਲੀ ਆਉਣੀ ਸ਼ੁਰੂ ਹੋਈ, ਸਮਾਂ ਨਿਕਲਣਾ ਸ਼ੁਰੂ ਹੋਇਆ, ਇਹ ਜੋ ਲੋਕ ਹਨ ਇਹ ਜਿਹੜੇ ਕਬਾਇਲੀ ਸਮਾਜ ਦੇ ਲੋਕ ਹਨ ਇਹ ਪਹਿਲਾਂ ਜੰਗਲਾਂ ਨੂੰ ਬਹੁਤ ਸਾਫ਼ ਸੁਥਰਾ ਰੱਖਦੇ ਸੀ ਅਤੇ ਆਪਣੀ ਇੱਛਾ ਦੇ ਅਨੁਸਾਰ ਹੀ ਖੇਤੀ ਕਰਦੇ ਸੀ। ਪਰ ਹੁਣ ਜ਼ਮੀਨ ਸੰਬੰਧੀ ਨਵੇਂ ਕਾਨੂੰਨ ਬਣ ਗਏ ਹਨ, ਨਵੇਂ ਰੂਲਸ ਐਂਡ ਰੈਗੂਲੇਸ਼ਨਸ ਬਣ ਗਏ ਹਨ ਜੋ ਕਬਾਇਲੀ ਲੋਕਾਂ ਦੀ ਸਮਝ ਤੋਂ ਬਾਹਰ ਹਨ ਅਤੇ ਇਸ ਦੇ ਨਾਲ ਉਹਨਾਂ ਨੂੰ ਜੋ ਇੱਕ ਸੁਤੰਤਰਤਾ ਹੈ ਉਹਨਾਂ ਦੀ, ਉਹ ਵੀ ਸਰਕਾਰ ਨੇ ਅਤੇ ਇਹ ਕਾਨੂੰਨਾਂ ਨੇ ਖੋਹ ਲਈ ਹੈ। ਇਸ ਕਰਕੇ ਜਿਹੜੇ ਸ਼ਾਹੂਕਾਰ ਹਨ, ਜਿਹੜੇ ਮਹਾਜਨ ਹਨ ਜਾਂ ਜਿਹੜੇ ਵਪਾਰੀ ਹਨ, ਉਹ ਲੋਕਾਂ ਨੇ ਜ਼ਮੀਨਾਂ ਦੇ ਵਿੱਚ ਵੀ ਦਖਲ ਅੰਦਾਜ਼ੀ ਕਰਨੀ ਸ਼ੁਰੂ ਕਰਤੀ ਅਤੇ ਬਚੀ ਕੁਚੀ ਜ਼ਮੀਨਾਂ ਵੀ ਪੈਸੇ ਉਧਾਰ ਦੇ ਕੇ ਉਹਨਾਂ ਨੇ ਹੜੱਪਣਾ ਸ਼ੁਰੂ ਕਰਤਾ, ਕਿਉਂਕਿ ਆਰਥਿਕ ਤੌਰ ਉੱਤੇ ਸਮੱਸਿਆਵਾਂ ਕਬਾਇਲੀ ਸਮਾਜ ਦੇ ਵਿੱਚ ਪਾਈਆਂ ਜਾਂਦੀਆਂ ਹਨ ਅਤੇ ਉਹਨਾਂ ਮਹਾਜਨਾਂ, ਸ਼ਾਹੂਕਾਰਾਂ ਜਾਂ ਫਿਰ ਬਾਹਰਲੇ ਲੋਕਾਂ ਨੇ ਕੀ ਹੈ, ਲੋਕਾਂ ਦੀ ਜੋ ਬਚੀ ਕੁਚੀ ਜ਼ਮੀਨ ਹੈ ਉਹ ਵੀ ਉਹਨਾਂ ਨੇ ਪੈਸੇ ਉਧਾਰ ਦੇ ਕੇ ਹੜੱਪਣਾ ਸ਼ੁਰੂ ਕਰਤਾ, ਜਿਸ ਦੇ ਨਾਲ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਜਾਂ ਸ਼ੋਸ਼ਣ ਦੇਖਣ ਨੂੰ ਮਿਲਿਆ ਕਬਾਇਲੀ ਸਮਾਜ ਦੇ ਲੋਕਾਂ ਦੇ ਵਿੱਚ। ਅੱਗੇ ਗੱਲ ਕਰਾਂਗੇ ਜੰਗਲ ਨਾਲ ਸੰਬੰਧਿਤ ਸਮੱਸਿਆਵਾਂ। ਸੋ ਜਿਹੜੇ ਇਹ ਲੋਕ ਹਨ ਇਹ ਜੰਗਲ ਨੂੰ ਹੀ ਆਪਣਾ ਸਭ ਕੁਝ ਮੰਨਦੇ ਹਨ। ਜੰਗਲਾਂ ਨਾਲ ਸੰਬੰਧਿਤ ਸਮੱਸਿਆਵਾਂ ਦੇ ਵਿੱਚ ਇਹ ਕਹਿ ਸਕਦੇ ਹਾਂ ਕਿ ਇੱਕ ਸਮਾਂ ਸੀ ਜਦ ਕਬੀਲੇ ਦੇ ਲੋਕ ਜੰਗਲਾਂ ਦੇ ਉੱਤੇ ਇੰਨਾ ਨਿਰਭਰ ਕਰਦੇ ਸੀ ਕਿ ਉਹ ਜੰਗਲਾਂ ਤੋਂ ਹੀ ਆਪਣਾ ਸਾਰਾ ਜੋ ਆਪਣੀਆਂ ਜ਼ਰੂਰਤਾਂ ਹੁੰਦੀਆਂ ਸਨ ਜਾਂ ਜੰਗਲਾਂ ਦੇ ਪਸ਼ੂ ਪੰਛੀ, ਜ਼ਮੀਨ, ਦਰਖਤ, ਉਹ ਸਾਰੀਆਂ ਵਸਤੂਆਂ ਦੇ ਉੱਤੇ ਆਪਣਾ ਪੂਰਾ ਅਧਿਕਾਰ ਸਮਝਦੇ ਸੀ। ਤੇ ਜਦੋਂ ਉਹਨਾਂ ਦੀਆਂ ਜ਼ਮੀਨਾਂ, ਉਹਨਾਂ ਦੇ ਜੰਗਲ ਹੀ ਸਰਕਾਰ ਦੁਆਰਾ ਜਾਂ ਕਾਨੂੰਨ ਦੁਆਰਾ ਜਾਂ ਬਾਹਰੀ ਸ਼ਾਹੂਕਾਰਾਂ ਦੁਆਰਾ ਖੋਹ ਲਿੱਤੇ ਜਾਣਗੇ ਤਾਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦੇਖਣ ਨੂੰ ਮਿਲਣਗੀਆਂ। ਪਰ ਆਧੁਨਿਕ ਯੁੱਗ ਦੇ ਨਾਲ ਜਿੱਥੇ ਆਪਾਂ ਕਹਿੰਦੇ ਹਾਂ ਕਿ ਤਰੱਕੀ ਹੋਈ ਹੈ, ਵਿਗਿਆਨ ਨੇ ਤਰੱਕੀ ਕੀਤੀ ਹੈ, ਆਧੁਨਿਕ ਸਮਾਜ ਆਇਆ ਹੈ, ਉੱਥੇ ਆਧੁਨਿਕ ਯੁੱਗ ਦੀ ਜੋ ਠੇਕੇਦਾਰੀ ਵਿਵਸਥਾ ਹੈ ਉਹਨਾਂ ਦੇ ਅਧਿਕਾਰ ਇਹਨਾਂ ਲੋਕਾਂ ਤੋਂ ਖੋਹ ਲਏ ਹਨ। ਉਹਨਾਂ ਨੇ ਕੀ ਕੀਤਾ, ਜਦੋਂ ਨਵੇਂ ਕਾਨੂੰਨ ਸਥਾਪਿਤ ਕੀਤੇ ਤਦੋਂ ਉਹ ਜੰਗਲ ਨੂੰ ਵੀ ਠੇਕੇਦਾਰਾਂ ਦੇ ਅਧੀਨ ਕਰਤਾ। ਉਹਨਾਂ ਨੇ ਪੈਸੇ ਲੈ ਕੇ ਲੱਕੜਾਂ ਵੇਚਣੀਆਂ ਸ਼ੁਰੂ ਕੀਤੀਆਂ ਜਾਂ ਫਿਰ ਉਸ ਜਗ੍ਹਾ ਤੇ ਠੇਕੇਦਾਰਾਂ ਨੇ ਆਪਣਾ ਕਬਜ਼ਾ ਕਰਨਾ ਸ਼ੁਰੂ ਕੀਤਾ। ਇਸ ਕਰਕੇ ਜੋ ਲੋਕਾਂ ਨੇ ਆਪਣੇ ਸਵਾਰਥ ਲਈ ਪੂਰਾ ਸ਼ੋਸ਼ਣ ਕੀਤਾ ਕਬਾਇਲੀ ਸਮਾਜ ਦੇ ਲੋਕਾਂ ਦਾ।
ਘੱਟ ਪੈਸਾ ਦੇਣ ਲੱਗ ਗਏ ਅਤੇ ਕਠੋਰ ਮਿਹਨਤ ਕਬਾਇਲੀ ਸਮਾਜ ਦੇ ਲੋਕਾਂ ਤੋਂ ਕਰਵਾਉਂਦੇ ਸੀ, ਬਟ ਉਹਨਾਂ ਨੂੰ ਪੂਰਾ ਪੈਸਾ ਨਹੀਂ ਸੀ ਦਿੱਤਾ ਜਾਂਦਾ, ਜਿਸ ਕਾਰਨ ਕਈ ਆਰਥਿਕ ਸਮੱਸਿਆਵਾਂ ਦਾ ਸਾਹਮਣਾ ਕਬਾਇਲੀ ਸਮਾਜ ਦੇ ਲੋਕਾਂ ਨੂੰ ਕਰਨਾ ਪਿਆ। ਇਸ ਤੋਂ ਇਲਾਵਾ ਆਰਥਿਕ ਸਮੱਸਿਆਵਾਂ ਦੇ ਵਿੱਚ ਗੱਲ ਕਰਾਂਗੇ ਬਦਲਵੀਂ ਅਰਥ ਵਿਵਸਥਾ ਦੀ ਸਮੱਸਿਆ। ਸੋ ਜੋ ਅਰਥ ਵਿਵਸਥਾ ਹੈ ਉਹ ਬਦਲ ਰਹੀ ਹੈ, ਉਹ ਚੇਂਜ ਹੋ ਰਹੀ ਹੈ। ਇਹ ਲੋਕ ਕੀ ਹੈ ਬਦਲਵੀਂ ਜੋ ਬਦਲਦੀ ਅਰਥ ਵਿਵਸਥਾ ਹੈ ਉਸ ਦੇ ਵਿੱਚ ਆਪਣੀ ਅਗਿਆਨਤਾ ਜਾਂ ਫਿਰ ਆਪਣੇ ਸਰਲਤਾ ਦੇ ਕਾਰਨ ਕੀ ਹੈ ਬੜਾ ਹੀ ਮਤਲਬ ਕਿ ਸਾਊਪੁਣੇ ਦੇ ਵਿੱਚ ਵੀ ਉਹਨਾਂ ਨੂੰ ਨਹੀਂ ਪਤਾ ਲੱਗਦਾ ਕਿ ਕਿਸ ਢੰਗ ਦੇ ਨਾਲ ਸ਼ਾਹੂਕਾਰ ਜਾਂ ਹੋਰ ਬਾਹਰਲੇ ਸਮਾਜ ਦੇ ਲੋਕ ਉਹਨਾਂ ਦਾ ਸ਼ੋਸ਼ਣ ਕਰਦੇ ਹਨ। ਸੋ ਕਿਵੇਂ ਵਪਾਰੀ ਨਸ਼ੀਲੀਆਂ ਵਸਤੂਆਂ ਉਹਨਾਂ ਨੂੰ ਜਾ ਕੇ ਵੇਚਦੇ ਹਨ ਤੇ ਉਹ ਲੋਕ ਕਿਵੇਂ ਭੋਲੇ ਭਾਲੇ ਲੋਕ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਫਸ ਜਾਂਦੇ ਹਨ, ਨਸ਼ੇ ਦੇ ਆਦੀ ਬਣ ਜਾਂਦੇ ਹਨ ਅਤੇ ਆਰਥਿਕ ਤੌਰ ਤੇ ਅਪੰਗ ਬਣ ਕੇ ਰਹਿ ਜਾਂਦੇ ਹਨ, ਅਪਾਹਜ ਬਣ ਕੇ ਰਹਿ ਜਾਂਦੇ ਹਨ। ਇਸ ਕਰਕੇ ਕਬਾਇਲੀ ਸਮਾਜ ਦੇ ਵਿੱਚ ਇਹ ਆਦੀਵਾਸੀ ਸਮਾਜ ਦੇ ਵਿੱਚ ਇਹ ਦੇਖਣ ਨੂੰ ਮਿਲਿਆ ਕਿ ਲੋਕਾਂ ਦੀਆਂ ਇਹ ਜਦ ਸਮੱਸਿਆਵਾਂ ਜਾਂ ਫਿਰ ਇਹ ਜਦ ਬਾਹਰੀ ਸਮਾਜ ਦੇ ਲੋਕਾਂ ਨੇ, ਠੇਕੇਦਾਰਾਂ ਨੇ, ਸ਼ਾਹੂਕਾਰਾਂ ਨੇ ਉਹਨਾਂ ਨਾਲ ਸੰਪਰਕ ਕਰਨਾ ਸ਼ੁਰੂ ਕੀਤਾ ਤੇ ਉਹ ਸ਼ਾਹੂਕਾਰਾਂ ਜਾਂ ਠੇਕੇਦਾਰਾਂ ਨੇ ਆਪਣੇ ਸਵਾਰਥ ਦੇ ਲਈ, ਆਪਣੇ ਮਤਲਬ ਦੇ ਲਈ ਇਹਨਾਂ ਭੋਲੇ ਭਾਲੇ ਲੋਕਾਂ ਦਾ ਫਾਇਦਾ ਚੁੱਕਣਾ ਸ਼ੁਰੂ ਕੀਤਾ, ਜਿਸ ਦੇ ਨਾਲ ਸ਼ੋਸ਼ਣ ਵੀ ਇਹਨਾਂ ਦਾ ਹੋਇਆ, ਜੋ ਇੱਕ ਤਰ੍ਹਾਂ ਦੀ ਸਮੱਸਿਆ ਵੀ ਹੈ ਜੋ ਦੇਖਣ ਨੂੰ ਮਿਲੀ। ਇਸ ਤੋਂ ਇਲਾਵਾ ਉਹਨਾਂ ਦੀਆਂ ਜ਼ਮੀਨਾਂ ਹੜੱਪਣੀਆਂ ਸ਼ੁਰੂ ਕਰਤੀਆਂ ਤੇ ਆਰਥਿਕ ਤੌਰ ਉੱਤੇ ਉਹਨਾਂ ਨੂੰ ਹੋਰ ਵੀ ਕਮਜ਼ੋਰ ਕਰਤਾ, ਕਿਉਂਕਿ ਕਿੱਥੇ ਉਹ ਸਿਰਫ ਆਪਣੀ ਜ਼ਿੰਦਗੀ ਆਪਣੇ ਹੀ ਜੰਗਲ ਜਾਂ ਉਹੀ ਜ਼ਮੀਨ ਦੇ ਉੱਤੇ ਜੋ ਪੂਰੇ ਜੰਗਲ ਜਾਂ ਪੂਰੀ ਜ਼ਮੀਨ ਨੂੰ ਆਪਣਾ ਅਧਿਕਾਰ ਸਮਝਦੇ ਸੀ, ਉਹ ਜ਼ਮੀਨਾਂ ਹੀ ਉਹਨਾਂ ਦੇ ਕੋਲੋਂ ਖੋਹ ਲਿੱਤੀਆਂ ਗਈਆਂ। ਇਸ ਤੋਂ ਬਾਅਦ ਗੱਲ ਕਰਾਂਗੇ ਅਗਲੀ ਜੋ ਸਮੱਸਿਆ ਹੈ ਸਮਾਜਿਕ ਸਮੱਸਿਆਵਾਂ। ਸੋ ਸਮਾਜਿਕ ਸਮੱਸਿਆਵਾਂ ਵੀ ਕਈ ਤਰ੍ਹਾਂ ਦੇ ਹਰ ਇੱਕ ਸਮੱਸਿਆ ਨੂੰ ਕਈ ਭਾਗਾਂ ਦੇ ਵਿੱਚ ਵੰਡਿਆ ਗਿਆ ਹੈ, ਕਿਉਂਕਿ ਹਰ ਇੱਕ ਪਹਿਲੂ ਦੇ ਨਾਲ ਸੰਬੰਧਿਤ ਸਮੱਸਿਆਵਾਂ ਦੇਖਣ ਨੂੰ ਮਿਲਦੀਆਂ ਹਨ। ਸਮਾਜਿਕ ਸਮੱਸਿਆਵਾਂ, ਸਭ ਤੋਂ ਪਹਿਲਾਂ ਤਾਂ ਸਮਾਜਿਕ ਸ਼ਬਦ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਸਮਾਜਿਕ ਮਤਲਬ ਸਮਾਜ ਦੇ ਵਿੱਚ ਲੋਕਾਂ ਦਾ ਰਹਿਣ ਸਹਿਣ, ਉਹਨਾਂ ਦਾ ਖਾਣ ਪੀਣ, ਉਹ ਕਿਸ ਢੰਗ ਦੇ ਨਾਲ ਦੂਜੇ ਲੋਕਾਂ ਨਾਲ ਵਿਚਰਦੇ ਹਨ, ਕਿਸ ਤਰ੍ਹਾਂ ਦੀਆਂ ਪ੍ਰਥਾਵਾਂ ਪਾਈਆਂ ਜਾਂਦੀਆਂ ਹਨ, ਇਹ ਸਾਰੀਆਂ ਚੀਜ਼ਾਂ ਸਮਾਜਿਕ ਜੋ ਵਿਵਸਥਾ ਹੈ ਉਸ ਦੇ ਨਾਲ ਸੰਬੰਧਿਤ ਹੁੰਦੀਆਂ ਹਨ। ਸੋ ਜਿਵੇਂ ਕਿ ਪਹਿਲਾਂ ਵੀ ਇਹ ਦੱਸਿਆ ਸੀ ਕਿ ਇੱਥੇ ਜੋ ਕਬਾਇਲੀ ਸਮਾਜ ਦੇ ਲੋਕ ਹਨ, ਇੱਥੇ ਵਰਗ ਵਿਵਸਥਾ ਜਾਂ ਜਾਤੀ ਵਿਵਸਥਾ ਨਹੀਂ ਪਾਈ ਜਾਂਦੀ, ਕਿਉਂਕਿ ਲੋਕਾਂ ਦੀ ਜ਼ਿੰਦਗੀ, ਲੋਕਾਂ ਦਾ ਜੀਵਨ ਬੜਾ ਹੀ ਸਧਾਰਨ ਸੀ ਅਤੇ ਸਧਾਰਨ ਜੀਵਨ ਹੋਣ ਦੇ ਨਾਲ ਨਾਲ ਲੋਕਾਂ ਦਾ ਖਾਣ ਪੀਣ ਦਾ ਢੰਗ, ਉਹਨਾਂ ਦਾ ਪਹਿਰਾਵਾ, ਉਹਨਾਂ ਦੀ ਭਾਸ਼ਾ, ਸੰਸਕ੍ਰਿਤੀ ਬੜੀ ਹੀ ਸਧਾਰਨ ਸੀ। ਸੰਸਕ੍ਰਿਤੀ ਦੇ ਵਿੱਚ ਹੀ ਕਿਉਂ ਨਾ ਜੇ ਗੱਲ ਕਰੀਏ ਤਾਂ ਜੋ ਉਹਨਾਂ ਦੀ ਕਲਾ ਹੈ, ਉਹਨਾਂ ਦੀ ਭਾਸ਼ਾ, ਜਾਂ ਉਹ ਆਪਣੇ ਤਨ ਨੂੰ ਢੱਕਣ ਵਾਸਤੇ, ਕੁਝ ਇੱਦਾਂ ਦੇ ਕਬੀਲੇ ਹੁਣ ਵੀ ਹਨ ਭਾਰਤ ਦੇ ਵਿੱਚ ਜੋ ਆਪਣੇ ਤਨ ਨੂੰ ਢੱਕਣ ਲਈ ਕਿਸੇ ਵੀ ਚੀਜ਼ ਦਾ ਇਸਤੇਮਾਲ ਨਹੀਂ ਕਰਦੇ, ਕੱਪੜੇ ਦਾ ਇਸਤੇਮਾਲ ਨਹੀਂ ਕਰਦੇ, ਜਾਂ ਫਿਰ ਸਿਰਫ ਜੰਗਲ ਦੇ ਵਿੱਚੋਂ ਸਿਰਫ ਪੱਤਿਆਂ ਦੇ ਨਾਲ ਆਪਣੇ ਤਨ ਨੂੰ ਢੱਕਦੇ ਹਨ, ਕਿਉਂਕਿ ਇਹ ਚੀਜ਼ ਕਦੇ ਉਹਨਾਂ ਨੇ ਮਹਿਸੂਸ ਹੀ ਨਹੀਂ ਕੀਤੀ ਕਿ ਉਹਨਾਂ ਨੂੰ ਆਪਣੇ ਤਨ ਨੂੰ ਢੱਕਣ ਦੀ ਜ਼ਰੂਰਤ ਵੀ ਹੈ, ਕਿਉਂਕਿ ਜਿਸ ਤਰ੍ਹਾਂ ਉਹਨਾਂ ਦਾ ਜਨਮ ਹੋਇਆ ਹੈ ਉਸੇ ਢੰਗ ਦੇ ਨਾਲ ਉਹਨਾਂ ਨੇ ਆਪਣਾ ਰਹਿਣ ਸਹਿਣ, ਆਪਣਾ ਜੋ ਜੀਵਨ ਸ਼ੈਲੀ ਹੈ ਉਹ ਉਦਾਂ ਹੀ ਬਣਾ। ਇਸ ਕਰਕੇ ਉਹਨਾਂ ਦਾ ਦੂਜੇ ਬਾਹਰਲੇ ਲੋਕਾਂ ਦੇ ਪ੍ਰਤੀ ਜੋ ਇੱਕ ਰਵੱਈਆ ਹੈ ਉਹ ਇੰਨਾ ਵਧੀਆ ਨਹੀਂ ਰਿਹਾ, ਕਿਉਂਕਿ ਉਹ ਹਮੇਸ਼ਾ ਆਪਣੇ ਆਪ ਨੂੰ ਇਨਸਿਕਿਉਰ ਫੀਲ ਕਰਦੇ ਸੀ, ਅਸੁਰੱਖਿਅਤ ਮਹਿਸੂਸ ਕਰਦੇ ਸੀ ਕਿ ਜੇ ਉਹ ਬਾਹਰਲੇ ਲੋਕਾਂ ਦੇ ਨਾਲ ਆਪਸੀ ਤਾਲਮੇਲ ਰੱਖਦੇ ਸੀ। ਇਸ ਕਰਕੇ ਹਮੇਸ਼ਾ ਇਹ ਦੂਰੀ ਬਣਦੀ ਹੀ ਚਲੀ ਗਈ। ਪਰ ਜਿਵੇਂ ਸਮਾਜ ਦੇ ਵਿੱਚ ਪਰਿਵਰਤਨ ਆਏ, ਜਿਵੇਂ ਸਮਾਜ ਸਧਾਰਨ ਸਮਾਜ ਤੋਂ ਗੁੰਝਲਦਾਰ ਸਮਾਜ ਦੇ ਵੱਲ ਵਧਿਆ, ਉਵੇਂ ਸਮਾਜ ਦੇ ਵਿੱਚ ਕਈ ਤਰ੍ਹਾਂ ਦੇ ਬਦਲਾਵ ਵੀ ਦੇਖਣ ਨੂੰ ਮਿਲੇ ਤੇ ਇਹਨਾਂ ਬਦਲਾਵਾਂ ਨੇ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਨੂੰ ਵੀ ਜਨਮ ਦਿੱਤਾ, ਜਿਸ ਦੇ ਵਿੱਚੋਂ ਸਮਾਜਿਕ ਸਮੱਸਿਆਵਾਂ ਇੱਕ ਸਮੱਸਿਆ ਹੈ। ਸੋ ਸਮਾਜਿਕ ਸਮੱਸਿਆ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਵੇਸ਼ਵਾ ਵਿਰਤੀ ਕਹਿ ਸਕਦੇ ਹਾਂ ਆਪਾਂ ਇਸ ਨੂੰ, ਜਿਸ ਨੂੰ ਪ੍ਰੋਸਟੀਟਿਊਸ਼ਨ ਦਾ ਨਾਮ ਦਿੱਤਾ ਜਾਂਦਾ ਹੈ। ਸੋ ਇਹ ਚੀਜ਼ ਦੇਖਣ ਨੂੰ ਮਿਲੀ। ਕਬੀਲਿਆਂ ਦੀ ਗਰੀਬੀ ਦਾ ਫਾਇਦਾ ਉਠਾ ਕੇ ਜੋ ਵਪਾਰੀ ਜਾਂ ਏਜੰਟ ਜਾਂ ਠੇਕੇਦਾਰ ਹਨ, ਉਹਨਾਂ ਨੇ ਪੈਸਿਆਂ ਦਾ ਲਾਲਚ ਵਿਖਾ ਕੇ ਕਬੀਲੇ ਦੀਆਂ ਔਰਤਾਂ ਦੇ ਨਾਲ ਅਨੈਤਿਕ ਜੋ ਹੈ ਯੌਨ ਸੰਬੰਧ ਸਥਾਪਿਤ ਕਰਨੇ ਸ਼ੁਰੂ ਕੀਤੇ, ਔਰ ਇਹ ਯੌਨ ਸੰਬੰਧ ਜਦੋਂ ਸਥਾਪਿਤ ਕਰਨੇ ਸ਼ੁਰੂ ਕੀਤੇ ਉਸ ਦੇ ਨਾਲ ਕੀ ਹੈ ਕਈ ਤਰ੍ਹਾਂ ਦੀਆਂ ਬਿਮਾਰੀਆਂ ਵੀ, ਸਿਹਤ ਨਾਲ ਸੰਬੰਧਿਤ ਬਿਮਾਰੀਆਂ ਵੀ ਪੈਦਾ ਹੋਈਆਂ ਅਤੇ ਵੇਸ਼ਵਾਵਿਰਤਾ ਵਰਗੀਆਂ ਸਮਾਜਿਕ ਸਮੱਸਿਆਵਾਂ ਵਧਣੀਆਂ ਹੋਣੀਆਂ ਸ਼ੁਰੂ ਹੋ ਗਈਆਂ, ਕਿਉਂਕਿ ਇੱਕ ਵਾਰ ਜਦੋਂ
ਇੱਕ ਔਰਤ ਨੂੰ ਪੈਸਾ ਮਿਲਣਾ ਸ਼ੁਰੂ ਹੋਇਆ ਤੇ ਉਸਨੇ ਉਸ ਪੈਸੇ ਨਾਲ ਆਪਣੀ ਆਰਥਿਕ ਸਥਿਤੀ ਨੂੰ ਸੁਧਾਰਨਾ ਸ਼ੁਰੂ ਕੀਤਾ ਤੇ ਉਹ ਇਸ ਤਰ੍ਹਾਂ ਦੀਆਂ ਜੋ ਲਾਲਸਾ ਹੈ ਉਹ ਵੀ ਔਰਤਾਂ ਦੇ ਵਿੱਚ ਵਧਣੀ ਸ਼ੁਰੂ ਹੋਈ, ਜੋ ਅੱਗੇ ਜਾ ਕੇ ਬਹੁਤ ਜ਼ਿਆਦਾ ਸਮੱਸਿਆਵਾਂ ਦਾ ਸਾਹਮਣਾ ਔਰਤਾਂ ਨੂੰ, ਲੋਕਾਂ ਨੂੰ ਜਾਂ ਕਬਾਇਲੀ ਸਮਾਜ ਦੇ ਲੋਕਾਂ ਨੂੰ ਦੇਖਣ ਨੂੰ ਮਿਲਿਆ, ਜਿਸ ਦੇ ਨਾਲ ਉਹਨਾਂ ਨੂੰ ਐਕਸਪਲੋਇਟ ਵੀ ਕੀਤਾ ਗਿਆ, ਉਹਨਾਂ ਦਾ ਸ਼ੋਸ਼ਣ ਵੀ ਕੀਤਾ ਗਿਆ। ਅਗਲੀ ਸਮੱਸਿਆ ਹੈ ਕੰਨਿਆ ਦਾ ਮੁੱਲ ਜਾਂ ਲਾੜੀ ਦੀ ਕੀਮਤ। ਸੋ ਉਹ ਕੰਨਿਆ, ਕਿਉਂਕਿ ਕਈ ਜਿਹੜੇ ਕਬਾਇਲੀ ਸਮਾਜ ਦੇ ਲੋਕ ਹਨ, ਜਦੋਂ ਪਰਿਵਰਤਨ ਆਉਣਾ ਸ਼ੁਰੂ ਹੋਇਆ ਤਾਂ ਕਬਾਇਲੀ ਸਮਾਜ ਦੇ ਲੋਕਾਂ ਦੇ ਉੱਤੇ, ਕਿਉਂਕਿ ਕੋਈ ਵੀ ਇੱਕ ਵੱਖਰਾ ਹੀ ਢੰਗ ਦਾ ਧਰਮ ਸੀ, ਲੇਕਿਨ ਜਿਵੇਂ ਜਿਵੇਂ ਕਬਾਇਲੀ ਸਮਾਜ ਦੇ ਲੋਕ ਹਿੰਦੂ ਧਰਮ ਦੇ ਨਾਲ ਪ੍ਰਭਾਵਿਤ ਹੋਏ ਜਾਂ ਈਸਾਈ ਧਰਮ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਨੇ ਆਪਣਾ ਧਰਮ ਪਰਿਵਰਤਨ ਕਰ ਲਿਆ, ਆਪਣੀ ਸੰਸਕ੍ਰਿਤੀ ਨੂੰ ਵੀ ਛੱਡ ਕੇ ਦੂਜੀਆਂ ਸੰਸਕ੍ਰਿਤੀਆਂ ਨੂੰ ਅਪਣਾਉਣਾ ਸ਼ੁਰੂ ਕੀਤਾ, ਉੱਥੇ ਹਿੰਦੂਆਂ ਦੇ ਪ੍ਰਭਾਵ ਦੇ ਨਾਲ ਕਬੀਲਿਆਂ ਦੇ ਵਿੱਚ ਕੰਨਿਆ ਮੁੱਲ ਦਾ ਜੋ ਬੋਲਬਾਲਾ ਸੀ ਜਾਂ ਉਹ ਪ੍ਰਥਾ ਦੇਖਣ ਨੂੰ ਮਿਲਦੀ ਸੀ ਹਿੰਦੂ ਸਮਾਜ ਦੇ ਵਿੱਚ, ਹਿੰਦੂ ਧਰਮ ਦੇ ਵਿੱਚ, ਜਿਸ ਦੇ ਵਿੱਚ ਕੀ ਹੈ ਪੈਸੇ ਦੇ ਰੂਪ ਦੇ ਵਿੱਚ ਮੰਗਿਆ ਜਾਣ ਲੱਗ ਗਿਆ ਕੰਨਿਆ ਨੂੰ। ਇਸ ਦੇ ਨਾਲ ਕੀ ਹੈ ਦਿਨ ਪ੍ਰਤੀ ਦਿਨ ਇਹ ਮੁੱਲ ਇੰਨਾ ਜ਼ਿਆਦਾ ਵਧਣਾ ਸ਼ੁਰੂ ਹੋ ਗਿਆ ਕਿ ਆਮ ਜਾਂ ਸਧਾਰਨ ਜੋ ਆਦਮੀ ਸੀ ਜਾਂ ਮਨੁੱਖ ਸੀ ਉਹ ਵਿਆਹ ਕਰਵਾਉਣ ਦੀਆਂ ਵੀ ਸਮੱਸਿਆਵਾਂ ਜਾਂ ਮੁਸ਼ਕਿਲਾਂ ਉਸਨੂੰ ਦੇਖਣ ਨੂੰ ਮਿਲੀਆਂ। ਇਸ ਕਰਕੇ ਲੜਕੀ ਨੂੰ ਅਗਵਾ ਕਰਨ ਦਾ ਵੀ ਜੋ ਇੱਕ ਤਰ੍ਹਾਂ ਦੀ ਪ੍ਰਥਾ ਸੀ ਜਾਂ ਇੱਕ ਤਰ੍ਹਾਂ ਦੀ ਸਮੱਸਿਆ ਸੀ, ਇਹ ਵਧਣੀ ਸ਼ੁਰੂ ਹੋ ਗਈ, ਕਿਉਂਕਿ ਦਰਮਿਆਨੇ ਲੋਕ ਜਾਂ ਗਰੀਬ ਲੋਕ ਜਿਹੜੇ ਵਿਆਹ ਜਾਂ ਜਿਹੜੇ ਮੁੰਡੇ ਵਿਆਹ ਕਰਨ ਵਾਸਤੇ ਲੜਕੀ ਨੂੰ ਜਾਂ ਲੜਕੀ ਦੇ ਮਾਂ-ਬਾਪ ਨੂੰ ਪੈਸੇ ਕੰਨਿਆ ਦੇ ਪੈਸੇ ਨਹੀਂ ਸੀ ਦੇ ਸਕਦੇ, ਉਹਨਾਂ ਨੇ ਲੜਕੀਆਂ ਨੂੰ ਅਗਵਾ ਕਰਕੇ ਜ਼ਬਰਦਸਤੀ ਉਹਨਾਂ ਨਾਲ ਵਿਆਹ ਕਰਵਾਉਣਾ ਸ਼ੁਰੂ ਕੀਤਾ, ਜਿਸ ਦੇ ਨਾਲ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦੇਖਣ ਨੂੰ ਮਿਲੀ। ਇਸ ਦੇ ਨਾਲ ਨੈਤਿਕਤਾ ਦੀ ਵੀ ਕਮੀ ਇੱਥੇ ਦੇਖਣ ਨੂੰ ਮਿਲੀ, ਕਿਉਂਕਿ ਨੈਤਿਕਤਾ ਦੀ ਕਮੀ ਕਹਿ ਸਕਦੇ ਹਾਂ। ਨੈਤਿਕਤਾ ਆਖਿਰਕਾਰ ਕੀ ਹੈ? ਮੋਰੈਲਿਟੀ। ਸੋ ਨੈਤਿਕਤਾ ਦੀ ਕਮੀ ਇੱਥੇ ਕਿ ਜਦੋਂ ਕਦਰਾਂ ਕੀਮਤਾਂ ਦੇ ਵਿੱਚ ਗਿਰਾਵਟ ਆਏਗੀ ਉਦੋਂ ਇਹ ਸਾਰੀਆਂ ਚੀਜ਼ਾਂ ਦੇਖਣ ਨੂੰ ਮਿਲਣਗੀਆਂ। ਅਗਲਾ ਹੈ, ਅਗਲੀ ਸਮਾਜਿਕ ਸਮੱਸਿਆ ਹੈ ਬਾਲ ਵਿਆਹ। ਸੋ ਬਾਲ ਵਿਆਹ ਇੱਕ ਤਰ੍ਹਾਂ ਦੀ ਉਹ ਸਮੱਸਿਆ ਹੈ ਜਿਸ ਦੇ ਵਿੱਚ ਕੀ ਹੈ ਕਿ ਛੋਟੀ ਉਮਰ ਦੇ ਵਿੱਚ ਹੀ ਲੜਕੇ ਜਾਂ ਲੜਕੀਆਂ ਦਾ ਵਿਆਹ ਆਪਸ ਦੇ ਵਿੱਚ 6 ਤੋਂ 7 ਸਾਲ ਜਾਂ 12 ਸਾਲ ਦੀ ਉਮਰ ਦੇ ਵਿੱਚ ਉਹਨਾਂ ਦਾ ਵਿਆਹ ਕਰ ਦਿੱਤਾ ਜਾਂਦਾ ਹੈ, ਜਦੋਂ ਉਹ ਕਿਸ਼ੋਰ ਅਵਸਥਾ ਦੇ ਵਿੱਚ ਹੀ ਹੁੰਦੇ ਹਨ ਜਾਂ ਉਸ ਤੋਂ ਵੀ ਛੋਟੇ ਹੁੰਦੇ ਹਨ। ਸੋ ਬਾਲ ਵਿਆਹ ਦੀ ਸਮੱਸਿਆ ਕਬੀਲਿਆਂ ਨੇ ਜਦੋਂ ਹਿੰਦੂ ਸਮਾਜ ਨੂੰ ਜਾਂ ਹਿੰਦੂ ਧਰਮ ਦੇ ਪ੍ਰਭਾਵ ਦੇ ਅਧੀਨ ਆ ਕੇ ਇਹ ਚੀਜ਼ ਦੇਖਣ ਨੂੰ ਮਿਲੀ, ਕਿਉਂਕਿ ਜਦੋਂ ਉਹ ਸੰਪਰਕ ਦੇ ਵਿੱਚ ਆਉਣਾ ਸ਼ੁਰੂ ਕੀਤਾ, ਹਿੰਦੂ ਸਮਾਜ ਦੇ ਜਾਂ ਹਿੰਦੂ ਧਰਮ ਦੇ ਸੰਪਰਕ ਵਿੱਚ ਜਦੋਂ ਆਉਣਾ ਸ਼ੁਰੂ ਕੀਤਾ ਤਾਂ ਉੱਥੇ ਇਹ ਸਮੱਸਿਆਵਾਂ ਪਹਿਲਾਂ ਹੀ ਸੀ, ਇਹ ਪ੍ਰਥਾਵਾਂ ਪਹਿਲਾਂ ਹੀ ਚੱਲ ਰਹੀਆਂ ਸੀ, ਜਿਸ ਦੇ ਵਿੱਚ ਲਾੜੀ ਦੀ ਕੀਮਤ ਜਾਂ ਬਾਲ ਵਿਆਹ ਜਾਂ ਦਹੇਜ ਪ੍ਰਥਾ ਵਰਗੀਆਂ ਸਮੱਸਿਆਵਾਂ ਸੀ। ਸੋ ਇਹ ਸਾਰੀਆਂ ਸਮੱਸਿਆਵਾਂ ਉਹਨਾਂ ਨੇ ਇੱਕ ਭਿਅੰਕਰ ਤਰ੍ਹਾਂ ਦਾ ਸਿੱਟਾ ਲੈ ਕੇ ਆਈਆਂ ਜਾਂ ਸਾਹਮਣੇ ਆਈਆਂ, ਜਿਸ ਦੇ ਨਾਲ ਕਈ ਆਰਥਿਕ ਤੌਰ ਉੱਤੇ ਵੀ ਸਮੱਸਿਆਵਾਂ ਦੇਖਣ ਨੂੰ ਮਿਲੀਆਂ ਔਰ ਸਮਾਜਿਕ ਸਮੱਸਿਆਵਾਂ ਨੇ ਆਰਥਿਕ ਸਮੱਸਿਆਵਾਂ ਦਾ ਰੂਪ ਆਪੇ ਹੀ ਲੈ ਲਿਆ। ਸੋ ਅੱਗੇ ਗੱਲ ਕਰਾਂਗੇ ਸੱਭਿਆਚਾਰਕ ਸਮੱਸਿਆਵਾਂ। ਸੱਭਿਆਚਾਰਕ ਸਮੱਸਿਆਵਾਂ ਇਸ ਨੂੰ ਆਪਾਂ ਸੰਸਕ੍ਰਿਤਿਕ ਸਮੱਸਿਆਵਾਂ ਵੀ ਕਹਿ ਸਕਦੇ ਹਾਂ, ਕਲਚਰਲ ਪ੍ਰੋਬਲਮਸ ਬੋਲ ਸਕਦੇ ਹਾਂ। ਸੋ ਸੱਭਿਆਚਾਰਕ ਸਮੱਸਿਆਵਾਂ ਸਭ ਤੋਂ ਪਹਿਲਾਂ ਤਾਂ ਕਹਿ ਸਕਦੇ ਹਾਂ ਕਿ ਜਿਹੜੇ ਬਾਹਰਲੇ ਸੱਭਿਆਚਾਰਾਂ ਦੇ ਸੰਪਰਕ ਨਾਲ ਜਦੋਂ ਜਾਂ ਜਿਹੜੇ ਲੋਕ ਕਬਾਇਲੀ ਸਮਾਜ ਦਾ ਹਿੱਸਾ ਸੀ, ਜਦੋਂ ਉਹ ਬਾਹਰਲੀ ਸੰਸਕ੍ਰਿਤੀ ਦੇ ਲੋਕਾਂ ਨਾਲ ਸੰਪਰਕ ਦੇ ਵਿੱਚ ਆਏ, ਜਦੋਂ ਉਹਨਾਂ ਨੇ ਦੂਜਿਆਂ ਨਾਲ ਗੱਲਬਾਤ ਕਰਨੀ ਸ਼ੁਰੂ ਕੀਤੀ, ਕੁਝ ਚੀਜ਼ਾਂ ਵੇਚਣੀਆਂ, ਕੁਝ ਖਰੀਦਣੀਆਂ ਸ਼ੁਰੂ ਕੀਤੀਆਂ, ਤਾਂ ਇਹ ਤਾਂ ਬੜਾ ਸਧਾਰਨ ਹੈ ਕਿ ਸੰਪਰਕ ਵਿੱਚ ਆਉਣਾ ਪਏਗਾ। ਲੇਕਿਨ ਇਸ ਸੰਪਰਕ ਦੇ ਆਉਣ ਨਾਲ ਵਿਅਕਤੀਆਂ ਨੇ ਕੀ ਕੀਤਾ, ਕਬਾਇਲੀ ਸਮਾਜ ਦੇ ਲੋਕਾਂ ਨੇ ਆਪਣੀ ਭਾਸ਼ਾ, ਆਪਣੀ ਸੰਸਕ੍ਰਿਤੀ ਉਸਨੂੰ ਠੁਕਰਾ ਕੇ, ਉਸਨੂੰ ਪਿੱਛੇ ਛੱਡ ਕੇ ਨਵੀਂ ਭਾਸ਼ਾ ਜਿਵੇਂ ਅੰਗਰੇਜ਼ੀ ਭਾਸ਼ਾ ਕਹਿ ਸਕਦੇ ਹਾਂ ਜਾਂ ਫਿਰ ਹਿੰਦੀ ਭਾਸ਼ਾ ਜਾਂ ਫਿਰ ਹੋਰ ਸੰਸਕ੍ਰਿਤੀ ਦੇ ਤੱਤਾਂ ਨੂੰ ਅਪਣਾਉਣਾ ਸ਼ੁਰੂ ਕੀਤਾ, ਆਪਣੇ ਸੰਸਕ੍ਰਿਤਿਕ ਤੱਤਾਂ ਨੂੰ ਛੱਡ ਕੇ, ਤਿਆਗ ਕੇ, ਜੋ ਇੱਕ ਬਹੁਤ ਹੀ ਵੱਡੀ ਸਮੱਸਿਆ ਦਾ ਰੂਪ ਲੈ ਕੇ ਅੱਗੇ ਆਈ। ਸੋ ਜਿਸ ਦੇ ਵਿੱਚ ਆਪਾਂ ਗੱਲ ਕਰਾਂਗੇ ਸਭ ਤੋਂ ਪਹਿਲਾਂ ਭਾਸ਼ਾ ਨਾਲ ਸੰਬੰਧਿਤ ਸਮੱਸਿਆਵਾਂ। ਸੋ ਭਾਸ਼ਾ ਨਾਲ ਸੰਬੰਧਿਤ ਸਮੱਸਿਆਵਾਂ ਇਹ ਕਹਿ ਸਕਦੇ ਹਾਂ ਕਿ ਆਪਣੀ ਭਾਸ਼ਾ ਦੇ ਨਾਲ ਕਬੀਲੇ ਦੇ ਲੋਕ ਬਾਹਰਲੀ ਭਾਸ਼ਾ ਵੀ ਉਹਨਾਂ ਨੇ ਪਹਿਲਾਂ ਹੌਲੀ ਹੌਲੀ ਬੋਲਣੀ ਸ਼ੁਰੂ ਕੀਤੀ। ਸੋ ਕੁਝ ਤਾਂ ਅਜਿਹੇ ਲੋਕ ਸਨ ਜਿਨ੍ਹਾਂ ਨੇ ਆਪਣੀ ਭਾਸ਼ਾ ਨੂੰ ਬਿਲਕੁਲ ਹੀ ਨਕਾਰ ਕੇ, ਕਬਾਇਲੀ ਸਮਾਜ ਦੇ ਲੋਕਾਂ ਦੀ ਜੇ ਆਪਾਂ ਗੱਲ ਕਰ ਰਹੇ ਹਾਂ ਇੱਥੇ, ਤਾਂ ਆਪਣੀ ਭਾਸ਼ਾ
ਦੇ ਪ੍ਰਤੀ ਇੰਨਾ ਮਤਲਬ ਰਵੱਈਆ ਬੁਰਾ ਰੱਖਿਆ ਕਿ ਉਹਨਾਂ ਨੇ ਦੂਸਰੀ ਭਾਸ਼ਾ ਨੂੰ ਬੋਲਣਾ ਸ਼ੁਰੂ ਕਰਤਾ ਅਤੇ ਆਪਣੀ ਭਾਸ਼ਾ ਨੂੰ ਬਿਲਕੁਲ ਹੀ ਭੁੱਲ ਗਏ, ਜਿਸ ਦੇ ਨਾਲ ਸੰਸਕ੍ਰਿਤੀ ਨੂੰ ਠੇਸ ਪਹੁੰਚੀ ਅਤੇ ਇਹ ਜੋ ਭਾਸ਼ਾ ਹੈ, ਜੋ ਇੱਕ ਮਾਤਰ ਭਾਸ਼ਾ ਵੀ ਸੀ ਕਬਾਇਲੀ ਸਮਾਜ ਦੇ ਲੋਕਾਂ ਦੀ, ਉਹ ਵੀ ਬਿਲਕੁਲ ਹੀ ਅਲੋਪ ਹੋ ਗਈ। ਅਤੇ ਇਸ ਤਰ੍ਹਾਂ ਵੱਖ-ਵੱਖ ਕਬੀਲਿਆਂ ਦੇ ਲੋਕਾਂ ਨੇ ਸੱਭਿਆਚਾਰਕ ਆਦਾਨ-ਪ੍ਰਦਾਨ ਕਰਨਾ ਸ਼ੁਰੂ ਕਰਤਾ, ਵਟਾਂਦਰਾ ਕਹਿ ਸਕਦੇ ਹਾਂ, ਜਿਸ ਨੂੰ ਗਿਵ ਐਂਡ ਟੇਕ ਕਿਹਾ ਜਾਂਦਾ ਹੈ, ਉਹ ਸ਼ੁਰੂ ਕਰਤਾ ਤੇ ਆਦਾਨ-ਪ੍ਰਦਾਨ ਦੇ ਵਿੱਚ ਵੀ ਕਹਿ ਸਕਦੇ ਹਾਂ ਕਿਤੇ ਨਾ ਕਿਤੇ ਰੁਕਾਵਟ ਵੀ ਪੈਦਾ ਹੋਈ, ਕਿਉਂਕਿ ਜਦੋਂ ਇੱਕ ਸੰਸਕ੍ਰਿਤੀ ਦਾ ਵਿਅਕਤੀ ਆਪਣੀ ਸੰਸਕ੍ਰਿਤੀ ਦੇ ਸਾਰੇ ਹੀ ਤੱਤਾਂ ਨੂੰ ਛੱਡ ਕੇ ਕਿਸੇ ਦੂਜੀ ਸੰਸਕ੍ਰਿਤੀ ਨੂੰ ਅਪਣਾਏਗਾ, ਉੱਥੇ ਉਹ ਸੰਸਕ੍ਰਿਤੀ ਜੋ ਵਿਅਕਤੀ ਨੇ ਛੱਡੀ ਹੈ, ਉਹ ਕਿਤੇ ਨਾ ਕਿਤੇ ਅਲੋਪ ਹੋ ਜਾਏਗੀ। ਅਤੇ ਇਸ ਰੁਕਾਵਟ ਨਾਲ ਸੱਭਿਆਚਾਰਕ ਜਿਹੜੇ ਮੁੱਲ ਹਨ, ਜੋ ਕਦਰਾਂ ਕੀਮਤਾਂ ਹਨ, ਆਦਰਸ਼ ਹਨ, ਉਹਨਾਂ ਦਾ ਪਤਨ ਹੋਣ ਲੱਗ ਜਾਂਦਾ ਹੈ ਅਤੇ ਸਮੁਦਾਇਕ ਭਾਵਨਾ ਵੀ ਖਤਮ ਹੋਣੀ ਸ਼ੁਰੂ ਹੋ ਜਾਂਦੀ ਹੈ। ਕਿਉਂਕਿ ਸਮੁਦਾਇਕ ਭਾਵਨਾ ਤਾਂ ਹੀ ਹੋਏਗੀ ਜਦੋਂ ਵੱਖੋ ਵੱਖਰੇ ਲੋਕ ਇੱਕ ਦੂਜੇ ਨਾਲ ਸੰਬੰਧ ਬਣਾ ਕੇ ਰੱਖਣਗੇ, ਆਪਣੀ ਸੰਸਕ੍ਰਿਤੀ ਦੇ ਵਿੱਚ ਰਹਿਣਗੇ ਅਤੇ ਸੰਸਕ੍ਰਿਤੀ ਨੂੰ ਆਪਣੀ ਅਗਲੀ ਪੀੜ੍ਹੀ ਨੂੰ ਦੇਣਗੇ। ਕਿਉਂਕਿ ਸੰਸਕ੍ਰਿਤੀ ਆਪਣੇ ਆਪ ਦੇ ਵਿੱਚ ਇੱਕ ਅਜਿਹੀ ਚੀਜ਼ ਹੈ ਜੋ ਇੱਕ ਵਿਅਕਤੀ ਨੂੰ ਇੱਕ ਜਾਨਵਰ ਤੋਂ ਵੱਖ ਰੱਖਦੀ ਹੈ। ਜੇ ਇੱਕ ਮਨੁੱਖ ਦੇ ਕੋਲ ਸੰਸਕ੍ਰਿਤੀ ਹੈ ਤਾਂ ਉਹ ਸਮਾਜ ਦੇ ਵਿੱਚ ਸਹੀ ਢੰਗ ਨਾਲ ਵਿਚਰਦਾ ਹੈ, ਤਦ ਉਹ ਸਹੀ ਢੰਗ ਨਾਲ ਉਸਨੂੰ ਪਤਾ ਲੱਗਦਾ ਹੈ ਕਿ ਕਿਸ ਢੰਗ ਨਾਲ ਉਹਨੇ ਆਪਣੀ ਸੰਸਕ੍ਰਿਤੀ ਨੂੰ ਆਪਣੀ ਅਗਲੀ ਪੀੜ੍ਹੀ ਨੂੰ ਸੌਂਪਣਾ ਹੈ, ਭਾਵੇਂ ਉਹ ਪਦਾਰਥਵਾਦੀ ਹੋਵੇ ਜਾਂ ਗੈਰ ਪਦਾਰਥਵਾਦੀ, ਕੁਛ ਮਟੀਰੀਅਲਿਸਟਿਕ ਹੋ ਜਾਂ ਨਾਨ ਮਟੀਰੀਅਲਿਸਟਿਕ ਹੈ। ਸੋ ਇਹ ਸਾਰੀਆਂ ਚੀਜ਼ਾਂ ਸੰਸਕ੍ਰਿਤੀ ਦਾ ਹੀ ਹਿੱਸਾ ਹਨ। ਤੇ ਕਬਾਇਲੀ ਸਮਾਜ ਦੇ ਲੋਕਾਂ ਨੇ ਜਦੋਂ ਆਪਣੀ ਸੰਸਕ੍ਰਿਤੀ ਦੇ ਵਿੱਚ ਜਾਂ ਫਿਰ ਜਦੋਂ ਉਹ ਬਾਹਰਲੇ ਸੱਭਿਆਚਾਰਾਂ ਦੇ ਸੰਪਰਕ ਦੇ ਵਿੱਚ ਆਏ ਤਾਂ ਉਹਨਾਂ ਦੇ ਸਮਾਜ ਦੇ ਵਿੱਚ ਜਾਂ ਉਹਨਾਂ ਦੇ ਕਬੀਲਿਆਂ ਦੇ ਵਿੱਚ ਇਹ ਪ੍ਰਮੁੱਖ ਸਮੱਸਿਆ ਦੇਖਣ ਨੂੰ ਮਿਲੀ, ਜੋ ਕਿ ਸੀ ਭਾਸ਼ਾ ਦੇ ਨਾਲ ਸੰਬੰਧਿਤ ਸਮੱਸਿਆਵਾਂ ਸੀ, ਜਿਸ ਦੇ ਵਿੱਚ ਭਾਸ਼ਾ ਦਾ ਅਲੋਪ ਹੋ ਜਾਣਾ ਇੱਕ ਸਮੱਸਿਆ ਸੀ। ਅੱਗੇ ਚੱਲਾਂਗੇ, ਫਾਈਨ ਆਰਟਸ ਦਾ ਅੰਤ, ਜਾਂ ਕਹਿ ਸਕਦੇ ਹਾਂ ਕਿ ਜੋ ਕਲਾ ਹੈ, ਕਬਾਇਲੀ ਕਲਾਵਾਂ ਦਾ ਜੋ ਕਮਜ਼ੋਰ ਹੋ ਜਾਣਾ ਜਾਂ ਇਸਦਾ ਜੋ ਖਾਤਮਾ ਹੈ, ਉਹ ਦੇਖਣ ਨੂੰ ਮਿਲਿਆ। ਸੋ ਕਬੀਲਿਆਂ ਦੇ ਵਿੱਚ ਜਿਵੇਂ ਨਾਚ ਗਾਣਾ, ਸੰਗੀਤ, ਜੋ ਕਲਾਵਾਂ ਹੈ ਜਿਸ ਨੂੰ ਲਲਿਤ ਕਲਾਵਾਂ ਦਾ ਨਾਮ ਦਿੱਤਾ ਗਿਆ, ਲੱਕੜ ਉੱਤੇ ਮੀਨਾਕਾਰੀ ਕੀਤੀ ਜਾਂਦੀ ਸੀ, ਇਹ ਸਾਰੇ ਕੀ ਹੈ ਕੰਮ ਦਿਨ ਪ੍ਰਤੀ ਦਿਨ ਘਟਨੇ ਸ਼ੁਰੂ ਹੋ ਗਏ, ਕਿਉਂਕਿ ਲੋਕਾਂ ਦਾ ਇੰਟਰਸਟ ਜਾਂ ਉਹਨਾਂ ਦਾ ਜੋ ਇੰਟਰਸਟ ਹੀ ਕਹਿ ਸਕਦੇ ਹਾਂ, ਉਹ ਦੂਜੀਆਂ ਚੀਜ਼ਾਂ ਦੇ ਵੱਲ ਹੋਣਾ ਸ਼ੁਰੂ ਹੋ ਗਿਆ, ਜਦੋਂ ਉਹਨਾਂ ਨੇ ਹੋਰ ਸੱਭਿਆਚਾਰਾਂ ਦੇ ਸੰਪਰਕ ਦੇ ਨਾਲ ਕਬੀਲੇ ਦੇ ਮਨ ਦੇ ਵਿੱਚ ਇਹਨਾਂ ਕਲਾਵਾਂ ਪ੍ਰਤੀ ਉਦਾਸੀਨਤਾ ਸ਼ੁਰੂ ਹੋਈ ਅਤੇ ਅਨਾਦਰ ਵਧਣਾ ਸ਼ੁਰੂ ਹੋਇਆ। ਅਤੇ ਜਿੱਥੇ ਇੱਕ ਵਿਅਕਤੀ ਆਪਣੀ ਸੰਸਕ੍ਰਿਤੀ ਨੂੰ ਸੰਭਾਲ ਕੇ ਨਹੀਂ ਰੱਖੇਗਾ ਜਾਂ ਫਿਰ ਆਪਣੀ ਸੰਸਕ੍ਰਿਤੀ ਦਾ ਨਿਰਾਦਰ ਕਰੇਗਾ, ਆਪਣੀ ਸੰਸਕ੍ਰਿਤੀ ਨੂੰ ਬਚਾ ਕੇ ਨਹੀਂ ਰੱਖੇਗਾ, ਆਪਣੇ ਸੰਸਕ੍ਰਿਤਿਕ ਤੱਤਾਂ ਨੂੰ ਸੰਭਾਲ ਕੇ ਨਹੀਂ ਰੱਖੇਗਾ, ਉੱਥੇ ਉਸ ਸੰਸਕ੍ਰਿਤੀ ਦਾ ਖਤਮ ਹੋਣਾ, ਉਸਦਾ ਖਾਤਮਾ ਹੋ ਜਾਣਾ ਲਾਜ਼ਮੀ ਹੈ। ਇਹ ਇੱਕ ਤਰ੍ਹਾਂ ਦੀ ਸਮੱਸਿਆ ਸੀ ਜੋ ਕਬਾਇਲੀ ਸਮਾਜ ਦੇ ਲੋਕਾਂ ਨੂੰ ਸਮੇਂ ਪਾਉਣ ਤੇ ਇਹ ਚੀਜ਼ਾਂ ਦਾ ਕਾਫੀ ਭਾਰੀ ਨੁਕਸਾਨ ਦੇਖਣ ਨੂੰ ਮਿਲਿਆ। ਕਿਉਂਕਿ ਜਦੋਂ ਕਲਾ, ਭਾਵੇਂ ਉਹ ਨਾਚ ਗਾਣਾ ਹੈ ਜਾਂ ਆਪਣੇ ਮਿੱਟੀ ਦੇ ਘਰਾਂ ਦੇ ਉੱਤੇ ਕਈ ਤਰ੍ਹਾਂ ਦੇ ਚਿੰਨ੍ਹ ਬਣਾਉਣਾ, ਕਈ ਤਰ੍ਹਾਂ ਦੀਆਂ ਕਲਾਵਾਂ ਕਰਨਾ, ਕਈ ਤਰ੍ਹਾਂ ਦੇ ਚਿੱਤਰ ਬਣਾਉਣਾ, ਆਪਣੀ ਕਲਾ ਦੇ ਨਾਲ ਭਾਂਡੇ ਬਣਾਉਣਾ, ਖਿਡੌਣੇ ਬਣਾਉਣਾ, ਬਾਂਸ ਦੀਆਂ ਟੋਕਰੀਆਂ ਬਣਾਉਣਾ, ਰੱਸੀਆਂ ਵੱਟਣਾ, ਸੋ ਇਹ ਸਾਰੀਆਂ ਚੀਜ਼ਾਂ ਕੀ ਸੀ, ਸ਼ਿਕਾਰ ਤੋਂ ਇਲਾਵਾ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਕਬਾਇਲੀ ਸਮਾਜ ਦੇ ਲੋਕ ਇਸ ਦੇ ਨਾਲ ਸੰਬੰਧਿਤ ਸੀ। ਤੇ ਜਦੋਂ ਉਹਨਾਂ ਨੇ ਦੂਜੀ ਭਾਸ਼ਾਵਾਂ ਨੂੰ ਸਿੱਖਣਾ ਸ਼ੁਰੂ ਕੀਤਾ, ਦੂਜੇ ਲੋਕਾਂ ਨਾਲ ਹਿੰਦੂ ਲੋਕਾਂ ਦਾ ਪ੍ਰਭਾਵ ਜਾਂ ਹਿੰਦੂ ਧਰਮ ਦਾ ਪ੍ਰਭਾਵ ਹੋਇਆ, ਈਸਾਈ ਧਰਮ ਦਾ ਪ੍ਰਭਾਵ ਹੋਇਆ, ਤਾਂ ਉਹਨਾਂ ਨੇ ਆਪਣੀਆਂ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਵੀ ਬਦਲਾਵ ਲਿਆਉਣਾ ਸ਼ੁਰੂ ਕੀਤਾ। ਤੇ ਹੁਣ ਇੱਥੇ ਇੱਕ ਪ੍ਰਸ਼ਨ ਉੱਠਦਾ ਹੈ ਕਿ ਹਿੰਦੂ ਧਰਮ ਦਾ ਪ੍ਰਭਾਵ ਕਿਵੇਂ ਪਿਆ ਜਾਂ ਫਿਰ ਈਸਾਈ ਧਰਮ ਦਾ ਪ੍ਰਭਾਵ ਇਹਨਾਂ ਲੋਕਾਂ ਦੇ ਉੱਤੇ, ਇਹਨਾਂ ਗਰੀਬ ਭੋਲੇ ਭਾਲੇ ਲੋਕਾਂ ਉੱਤੇ ਕਿਵੇਂ ਪਿਆ। ਸੋ ਇਸਦਾ ਜਵਾਬ ਇਹ ਹੈ ਕਿ ਇਹ ਲੋਕ ਗਰੀਬ ਸਨ, ਇਹ ਲੋਕ ਗਰੀਬੀ ਕਾਰਨ ਵੀ ਮਜਬੂਰ ਸਨ ਤੇ ਕਿਤੇ ਨਾ ਕਿਤੇ ਆਪਣੀ ਅਰਥ ਵਿਵਸਥਾ ਨੂੰ ਉੱਚਾ ਚੁੱਕਣ ਵਾਸਤੇ ਕੋਸ਼ਿਸ਼ਾਂ ਕਰ ਰਹੇ ਸਨ। ਉਸ ਸਮੇਂ ਕਿਉਂਕਿ ਇਹ ਰੋਟੀ ਕੱਪੜਾ ਮਕਾਨ ਇਹ ਜ਼ਰੂਰਤਾਂ ਨੂੰ ਵੀ ਪੂਰਾ ਨਹੀਂ ਸੀ ਕਰ ਪਾ ਰਹੇ, ਉਸ ਸਮੇਂ ਹਿੰਦੂ ਧਰਮ ਅਤੇ ਈਸਾਈ ਧਰਮ ਨੇ ਇਹਨਾਂ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਸੁਵਿਧਾਵਾਂ ਦੇਣੀਆਂ ਸ਼ੁਰੂ ਕਰਤੀਆਂ।
ਉਦਾਹਰਨ ਦੇ ਤੌਰ ਤੇ ਰੋਟੀ, ਕੱਪੜਾ ਅਤੇ ਮਕਾਨ ਵਰਗੀਆਂ ਸੁਵਿਧਾਵਾਂ ਵੀ ਦੇਣੀਆਂ ਸ਼ੁਰੂ ਕੀਤੀਆਂ, ਜੋ ਕਬਾਇਲੀ ਸਮਾਜ ਤੋਂ ਬਾਹਰ ਨਿਕਲ ਕੇ ਇਹ ਸੁਵਿਧਾਵਾਂ ਲੋਕੀ ਲੈਣ ਦੇ ਇੱਛੁਕ ਹੋ ਗਏ। ਅਤੇ ਜਦੋਂ ਲੋਕਾਂ ਨੇ ਕਬੀਲਿਆਂ ਨੂੰ ਜਾਂ ਫਿਰ ਜੰਗਲਾਂ ਨੂੰ, ਪਹਾੜਾਂ ਨੂੰ ਛੱਡ ਕੇ ਪੇਂਡੂ ਸਮਾਜ ਜਾਂ ਸ਼ਹਿਰੀ ਸਮਾਜ ਦੇ ਵਿੱਚ ਜਦੋਂ ਉਹ ਪ੍ਰਵੇਸ਼ ਕੀਤੇ, ਤਦੋਂ ਉਹਨਾਂ ਨੂੰ ਉਹ ਵਾਤਾਵਰਣ ਵੀ ਸਹੀ ਲੱਗਿਆ, ਕਿਉਂਕਿ ਉੱਥੇ ਅਨਾਜ ਦੀ ਕੋਈ ਕਮੀ ਨਹੀਂ ਸੀ, ਜਾਂ ਉੱਥੇ ਰਹਿਣ ਦੀ ਵਿਵਸਥਾ ਸੀ, ਉੱਥੇ ਕੰਮ ਕਰਨ ਦਾ ਢੰਗ ਬੜਾ ਸਰਲ ਸੀ। ਆਧੁਨਿਕਰਨ ਕਾਰਨ ਕਈ ਤਰ੍ਹਾਂ ਦੇ ਜੋ ਫੈਕਟਰੀਆਂ ਸੀ, ਜਾਂ ਜੋ ਕਹਿ ਸਕਦੇ ਹਾਂ ਕਿ ਉਦਯੋਗ ਸੀ, ਉਹ ਦੇਖਣ ਨੂੰ ਮਿਲੇ। ਲੋਕਾਂ ਨੇ ਆਪਣਾ ਪੁਸ਼ਤੈਨੀ ਕੰਮ ਛੱਡ ਕੇ ਉੱਦਾਂ ਦੇ ਫੈਕਟਰੀਆਂ ਦੇ ਵਿੱਚ ਜਾ ਕੇ ਮਜ਼ਦੂਰਾਂ ਦੇ ਵਾਂਗ ਕੰਮ ਕਰਨਾ ਸ਼ੁਰੂ ਕੀਤਾ। ਉਹਨਾਂ ਨੂੰ ਆਪਣੀ ਦਿਹਾੜੀ ਮਿਲ ਜਾਂਦੀ ਸੀ, ਪੈਸੇ ਮਿਲ ਜਾਂਦੇ ਸੀ, ਤੇ ਸ਼ਿਕਾਰ ਕਰਨ ਵਰਗੇ ਖਤਰਨਾਕ ਕੰਮਾਂ ਨੂੰ ਛੱਡ ਕੇ ਇਹ ਬਾਕੀ ਸਾਰੇ ਕੰਮ ਅਪਣਾਉਣੇ ਸ਼ੁਰੂ ਕੀਤੇ, ਜਿਸ ਦੇ ਨਾਲ ਕੀ ਹੈ, ਉਹਨਾਂ ਦੀ ਜ਼ਿੰਦਗੀ ਦੇ ਵਿੱਚ, ਉਹਨਾਂ ਦੀ ਸੰਸਕ੍ਰਿਤੀ ਜਾਂ ਸੱਭਿਆਚਾਰ ਦੇ ਵਿੱਚ ਇਸ ਢੰਗ ਦੀਆਂ ਸਮੱਸਿਆਵਾਂ ਦੇਖਣ ਨੂੰ ਮਿਲੀਆਂ। परिवर्तन ਤਾਂ ਲਾਜ਼ਮੀ ਹੀ ਸੀ, ਪਰਿਵਰਤਨ ਤਾਂ ਦੇਖਣ ਨੂੰ ਮਿਲਿਆ, ਕਿਉਂਕਿ ਜੋ ਪਰਿਵਰਤਨ ਹੈ, ਹਮੇਸ਼ਾ ਪਰਿਵਰਤਨ ਨੂੰ ਸਕਾਰਾਤਮਕ ਢੰਗ ਨਾਲ ਨਹੀਂ ਦੇਖਿਆ ਜਾ ਸਕਦਾ। ਨੋ ਡਾਊਟ ਕਿ ਆਪਾਂ ਕਹਿੰਦੇ ਹਾਂ ਕਿ ਪਰਿਵਰਤਨ ਇੱਕ ਕੁਦਰਤ ਦਾ ਨਿਯਮ ਹੈ, ਪਰਿਵਰਤਨ ਹੋਣਾ ਲਾਜ਼ਮੀ ਹੈ। ਹਰ ਇੱਕ ਵਿਅਕਤੀ, ਕੁਝ ਚੇਤਨ ਢੰਗ ਦੇ ਨਾਲ ਪਰਿਵਰਤਨ ਹੁੰਦੇ ਹਨ, ਕੁਝ ਅਚੇਤਨ ਢੰਗ ਦੇ ਨਾਲ। ਚੇਤਨ ਮਤਲਬ ਕਿ ਜੇ ਮੈਂ ਚਾਹਾਂ ਤਾਂ ਮੈਂ ਆਪਣੇ ਅੰਦਰ ਇਹ ਪਰਿਵਰਤਨ ਲੈ ਕੇ ਆ ਸਕਦੀ ਹਾਂ, ਤੇ ਅਚੇਤਨ ਮਤਲਬ ਕਿ ਵਾਤਾਵਰਣ, ਜਿਸ ਵਾਤਾਵਰਣ ਦਾ ਇੱਕ ਵਿਅਕਤੀ ਹਿੱਸਾ ਹੈ, ਉਹ ਵਾਤਾਵਰਣ ਦੇ ਵਿੱਚ ਇਸੇ ਢੰਗ ਨਾਲ ਵਹਿੰਦਾ ਜਾਂਦਾ ਹੈ ਕਿ ਉਹ ਪਰਿਵਰਤਨ ਉਸ ਵਿਅਕਤੀ ਦੀ ਜ਼ਿੰਦਗੀ ਦਾ ਹਿੱਸਾ ਆਪੇ ਹੀ ਬਣ ਜਾਂਦਾ ਹੈ। ਤੇ ਇਹ ਜੋ ਪਰਿਵਰਤਨ ਸੀ, ਇਹ ਚੇਤਨ ਵੀ ਸੀ ਅਤੇ ਅਚੇਤਨ ਰੂਪ ਦੇ ਵਿੱਚ ਵੀ ਸਮਾਜ ਦੇ ਵਿੱਚ, ਕਬਾਇਲੀ ਸਮਾਜ ਦੇ ਵਿੱਚ, ਆਦੀਵਾਸੀ ਸਮਾਜ ਦੇ ਵਿੱਚ, ਕਬੀਲਿਆਂ ਦੇ ਵਿੱਚ, ਲੋਕਾਂ ਦੇ ਵਿੱਚ ਦੇਖਣ ਨੂੰ ਮਿਲਿਆ। ਇਸ ਕਰਕੇ ਸੱਭਿਆਚਾਰਕ ਸਮੱਸਿਆਵਾਂ ਦੇ ਵਿੱਚ ਆਪਾਂ ਜੋ ਕਲਾ ਸੀ, ਕਲਾਕ੍ਰਿਤੀਆਂ, ਜਿਸ ਦੇ ਵਿੱਚ ਕਹਿ ਸਕਦੇ ਹਾਂ ਕਿ ਉਹਨਾਂ ਦੀ ਉਹਨਾਂ ਦਾ ਜੋ ਪੁਸ਼ਤੈਨੀ ਕੰਮ ਸੀ, ਜਾਂ ਫਿਰ ਉਹਨਾਂ ਦੀ ਜੋ ਨਾਚ ਗਾਣਾ, ਉਹਨਾਂ ਦੀਆਂ ਕਲਾਵਾਂ, ਉਹਨਾਂ ਦੀਆਂ ਪ੍ਰਥਾਵਾਂ, ਜਾਂ ਕੋਈ ਵੀ ਤਿਉਹਾਰ ਤੇ ਤਿਉਹਾਰ, ਕਦਰਾਂ ਕੀਮਤਾਂ, ਇਹ ਸਭ ਕੁਝ ਹੀ ਖਤਮ ਹੋਣੀਆਂ ਸ਼ੁਰੂ ਹੋ ਗਈਆਂ। ਕਿਉਂਕਿ ਜਦੋਂ ਵਿਅਕਤੀ ਨੇ ਆਪਣੀ ਸੰਸਕ੍ਰਿਤੀ ਨੂੰ ਹੀ ਅਗਲੀ ਪੀੜ੍ਹੀ ਤੱਕ ਨਹੀਂ ਸੌਂਪਿਆ, ਤਦੋਂ ਕੀ ਹੈ, ਹੌਲੀ ਹੌਲੀ ਉਹ ਸੰਸਕ੍ਰਿਤੀ ਵੀ ਇੱਕ ਦਿਨ ਖਤਮ ਹੋ ਜਾਏਗੀ, ਅਲੋਪ ਹੋ ਜਾਂਦੀ ਹੈ। ਅੱਗੇ ਗੱਲ ਕਰਾਂਗੇ ਸੱਭਿਆਚਾਰਕ ਅੰਤਰ। ਸੋ ਸੱਭਿਆਚਾਰਕ ਅੰਤਰ ਤਾਂ ਕਹਿ ਸਕਦੇ ਹਾਂ ਕਿ ਵੱਖ-ਵੱਖ ਕਬੀਲਿਆਂ ਦੇ ਵਿੱਚ ਸੱਭਿਆਚਾਰਕ ਭਿੰਨਤਾ ਦੀ ਸਮੱਸਿਆ ਦੇਖਣ ਨੂੰ ਮਿਲੀ। ਇਸ ਦੇ ਨਾਲ ਕੀ ਹੈ, ਜੋ ਈਸਾਈ ਮਿਸ਼ਨਰੀ ਸੀ, ਈਸਾਈ ਮਿਸ਼ਨਰੀਆਂ ਦੇ ਪ੍ਰਭਾਵ ਦੇ ਨਾਲ ਕੁਝ ਲੋਕ ਈਸਾਈ ਬਣ ਗਏ, ਅਤੇ ਇਹਨਾਂ ਲੋਕਾਂ ਨੇ ਹਿੰਦੂਆਂ ਦੀ ਜਾਤੀ ਪ੍ਰਥਾ ਦੇ ਅਧੀਨ ਆਉਣਾ ਸ਼ੁਰੂ ਕਰਤਾ, ਜਾਂ ਫਿਰ ਜਾਤੀ ਪ੍ਰਥਾ ਨੂੰ ਅਪਣਾ ਲਿਆ। ਪਰ ਅਜਿਹਾ ਕੁਝ ਲੋਕਾਂ ਨੇ ਜਾਤੀ ਪ੍ਰਥਾ ਨੂੰ ਅਪਣਾਇਆ ਤੇ ਕੁਝ ਨੇ ਨਹੀਂ ਅਪਣਾਇਆ, ਜਿਸ ਦਾ ਸੁਭਾਵਿਕ ਨਤੀਜਾ ਇਹ ਨਿਕਲਿਆ ਕਿ ਲੋਕਾਂ ਨੇ ਆਪਣੇ ਕਬੀਲਿਆਂ ਨੂੰ ਛੱਡ ਕੇ ਵੀ ਬਾਹਰ ਰਹਿਣਾ ਸ਼ੁਰੂ ਕਰਤਾ। ਆਪਣੇ ਕਬੀਲਿਆਂ ਦੀ ਹਰ ਇੱਕ ਜੋ ਪ੍ਰਥਾ ਹੈ, ਉਸ ਤੋਂ ਵੀ ਅਪਣਾਉਣਾ ਮਤਲਬ ਕਿ ਉਸ ਤੋਂ ਛੱਡ ਕੇ ਬਾਕੀ ਚੀਜ਼ਾਂ ਅਪਣਾਉਣੀਆਂ ਸ਼ੁਰੂ ਕਰਤੀਆਂ, ਅਤੇ ਭੇਦਭਾਵ ਵੀ ਦੇਖਣ ਨੂੰ ਮਿਲਿਆ। ਜਿਹੜੇ ਕਬੀਲੇ ਜਾਤੀ ਪ੍ਰਥਾ ਦੇ ਅਧੀਨ ਆ ਗਏ, ਉਹ ਵੱਖ-ਵੱਖ ਜਾਤਾਂ ਦੇ ਵਿੱਚ ਵੰਡੇ ਗਏ, ਤੇ ਇੱਕ ਦੂਜੇ ਦੇ ਨਾਲ ਜੋ ਛੂਤ-ਛਾਤ ਦੀ ਸਮੱਸਿਆ ਹੈ, ਜੋ ਜਾਤੀ ਪ੍ਰਥਾ ਦਾ ਇੱਕ ਹਿੱਸਾ ਸੀ, ਉਹ ਵੀ ਫੈਲ ਗਈ, ਅਤੇ ਉਸ ਦੇ ਨਾਲ ਉੱਚਤਾ ਅਤੇ ਨੀਚਤਾ ਦਾ ਜੋ ਸਮੱਸਿਆ ਸੀ, ਉਹ ਦੇਖਣ ਨੂੰ ਮਿਲੀ। ਇਸ ਤੋਂ ਇਲਾਵਾ ਇਹਦੇ ਵਿੱਚ ਇਹ ਗੱਲ ਕਰ ਸਕਦੇ ਹਾਂ ਕਿ ਸਮਾਜਿਕ ਤੌਰ ਉੱਤੇ ਤਣਾਅ ਦੇਖਣ ਨੂੰ ਮਿਲਿਆ, ਵਿਰੋਧ ਪੈਦਾ ਹੋ ਗਿਆ ਕਬਾਇਲੀ ਸਮਾਜ ਦੇ ਲੋਕਾਂ ਵਿੱਚ, ਜਿੱਥੇ ਪਹਿਲਾਂ ਵਿਰੋਧ ਨਹੀਂ ਸੀ। ਕਿਉਂਕਿ ਜਦੋਂ ਕੋਈ ਆਰਥਿਕ ਤੌਰ ਉੱਤੇ ਕੋਈ ਉੱਚਾ ਜਾਂ ਨੀਚਾ ਨਹੀਂ ਹੋਏਗਾ, ਜਾਂ ਕੋਈ ਵਰਗ ਹੀ ਕਬਾਇਲੀ ਸਮਾਜ ਦੇ ਵੀ ਨਹੀਂ ਦੇਖਣ ਨੂੰ ਮਿਲੇਗਾ, ਉੱਥੇ ਸਾਰੇ ਸਮਾਨ ਹੋਣਗੇ, ਉੱਥੇ ਇੱਕ ਬਰਾਬਰ ਹੋਣਗੇ। ਤੇ ਉਸ ਦੇ ਨਾਲ ਲੋਕਾਂ ਦੇ ਵਿੱਚ ਕੀ ਸੀ, ਕਬਾਇਲੀ ਸਮਾਜ ਦੇ ਲੋਕਾਂ ਵਿੱਚ ਪਹਿਲਾਂ ਸਮਾਨ ਨੂੰ ਜਾਂ ਵਸਤੂਆਂ ਨੂੰ ਇਕੱਠਾ ਕਰਨ ਦੀ ਕੋਈ ਲਾਲਸਾ ਜਾਂ ਕੋਈ ਏਦਾਂ ਦੀ ਇੱਛਾ ਨਹੀਂ ਸੀ ਹੁੰਦੀ। ਉਹ ਬੜਾ ਸਧਾਰਨ ਢੰਗ ਨਾਲ ਜੀਵਨ ਬਤੀਤ ਕਰਦੇ ਸੀ। ਪਰ ਜਦੋਂ ਸੱਭਿਆਚਾਰਕ ਅੰਤਰ ਦੀ ਆਪਾਂ ਇੱਥੇ ਗੱਲ ਕਰਦੇ ਹਾਂ, ਤਾਂ ਦੂਜਿਆਂ ਦੀ ਸੰਸਕ੍ਰਿਤੀ ਜਾਂ ਸੱਭਿਆਚਾਰ ਨੂੰ ਅਪਣਾਉਣ ਵਾਲਿਆਂ ਨੇ ਆਪਣੇ ਕਬਾਇਲੀ ਸਮੂਹ ਜਾਂ ਆਪਣੇ ਸੱਭਿਆਚਾਰ ਤੋਂ ਉਹ ਦੂਰ ਹੋਣੇ ਸ਼ੁਰੂ ਹੋ ਗਏ, ਤੇ ਉਹ ਆਪਣੇ ਸੱਭਿਆਚਾਰ ਨੂੰ ਪੂਰੀ ਤਰ੍ਹਾਂ ਅਪਣਾ ਨਹੀਂ ਸਕੇ, ਜਾਂ ਕਹਿ ਸਕਦੇ ਹਾਂ ਕਿ ਉਸ ਨੂੰ ਨਾਲ ਲੈ ਕੇ ਨਹੀਂ ਚੱਲ ਸਕੇ। ਉਸਦੀ ਲੋਕਾਂ ਨੇ
ਸਭ ਕੁਝ ਛੱਡਤਾ ਤੇ ਇਸ ਦੇ ਨਾਲ ਕੀ ਹੈ ਸੱਭਿਆਚਾਰਕ ਅੰਤਰ ਦੇਖਣ ਨੂੰ ਮਿਲਿਆ, ਜਿਸ ਦੇ ਨਾਲ ਜਾਤੀ ਪ੍ਰਥਾ ਦੇ ਵਿੱਚ ਲੋਕ ਪ੍ਰਵੇਸ਼ ਕਰ ਗਏ, ਵਰਗ ਵਿਵਸਥਾ ਦੇ ਵਿੱਚ ਵੀ ਕਈ ਕਬਾਇਲੀ ਸਮਾਜ ਦੇ ਲੋਕਾਂ ਨੇ ਪ੍ਰਵੇਸ਼ ਕਰ ਲਿਆ, ਜਿਸ ਦੇ ਨਾਲ ਸੱਭਿਆਚਾਰਕ ਅੰਤਰ ਦੇਖਣ ਨੂੰ ਮਿਲਿਆ, ਭੇਦਭਾਵ ਦੇਖਣ ਨੂੰ ਮਿਲਿਆ ਤੇ ਇਹ ਅੰਤਰ ਨੇ ਕਈ ਤਰ੍ਹਾਂ ਦੀਆਂ ਸਮਾਜਿਕ ਸਮੱਸਿਆਵਾਂ, ਸੱਭਿਆਚਾਰਕ ਸਮੱਸਿਆਵਾਂ ਅਤੇ ਆਰਥਿਕ ਸਮੱਸਿਆਵਾਂ ਨੂੰ ਜਨਮ ਦਿੱਤਾ। ਇਸ ਤੋਂ ਬਾਅਦ ਗੱਲ ਕਰਾਂਗੇ ਧਾਰਮਿਕ ਸਮੱਸਿਆਵਾਂ ਦੀ। ਸੋ ਧਾਰਮਿਕ ਸਮੱਸਿਆਵਾਂ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਜੋ ਕਬਾਇਲੀ ਸਮਾਜ ਦੇ ਲੋਕ ਹਨ ਉਹਨਾਂ ਦਾ ਆਪਣਾ ਹੀ ਇੱਕ ਅਲੱਗ ਤੋਂ ਧਰਮ ਹੈ। ਸੋ ਕਬਾਇਲੀ ਸਮਾਜ ਦੇ ਲੋਕਾਂ ਉੱਤੇ ਹਿੰਦੂ ਅਤੇ ਈਸਾਈ ਧਰਮ ਦਾ ਕਾਫੀ ਪ੍ਰਭਾਵ ਪਿਆ, ਜਿਸ ਦੇ ਫਲਸਰੂਪ ਜਿਵੇਂ ਜੇ ਆਪਾਂ ਉਦਾਹਰਨ ਲਈਏ ਰਾਜਸਥਾਨ ਦੇ ਭੀਲ ਕਬੀਲੇ ਦੇ ਲੋਕੀ ਹਿੰਦੂ ਧਰਮ ਦੇ ਪ੍ਰਭਾਵ ਦੇ ਅਧੀਨ ਆ ਗਏ ਅਤੇ ਉਹਨਾਂ ਨੇ ਧਾਰਮਿਕ ਅੰਦੋਲਨ ਜਿਵੇਂ ਭਗਤੀ ਅੰਦੋਲਨ ਚੱਲਿਆ, ਜਿਸ ਦੇ ਨਤੀਜੇ ਵਜੋਂ ਜੋ ਕਬੀਲਾ ਸੀ ਉਹ ਦੋ ਭਾਗਾਂ ਦੇ ਵਿੱਚ ਵੰਡ ਗਿਆ। ਕਿੱਥੇ ਆਪਾਂ ਇਹ ਕਹਿੰਦੇ ਹਾਂ ਕਿ ਕਬਾਇਲੀ ਸਮਾਜ ਦੀ ਗੱਲ ਕਰਦੇ ਹਾਂ, ਲੋਕਾਂ ਦੇ ਵਿੱਚ ਏਕਤਾ ਹੈ, ਲੋਕਾਂ 'ਚ ਅਸੀਂ ਦੀ ਭਾਵਨਾ ਹੈ, ਲੋਕੀ ਇੱਕ ਕਬੀਲੇ ਲੋਕ ਇਕਜੁੱਟ ਹੋ ਕੇ ਰਹਿੰਦੇ ਹਨ। ਉੱਥੇ ਜਦੋਂ ਉਹ ਹਿੰਦੂ ਧਰਮ ਦੇ ਵਿੱਚ ਜਾਂ ਈਸਾਈ ਧਰਮ ਦੇ ਵਿੱਚ ਜਦੋਂ ਉਹਨਾਂ ਨੇ ਆਪਣੇ ਆਪ ਨੂੰ ਪਰਿਵਰਤਿਤ ਕਰ ਲਿਆ, ਉੱਥੇ ਉਹ ਭੀਲ, ਜਿਵੇਂ ਮੈਂ ਉਦਾਹਰਨ ਦੇ ਰਹੀ ਹਾਂ ਕਿ ਭੀਲ ਕਬੀਲੇ ਦੇ ਲੋਕ ਵੀ ਕੁਝ ਭਗਤ ਤੇ ਕੁਝ ਅਭਗਤ ਵਰਗਾਂ ਦੇ ਵਿੱਚ ਵੰਡੇ ਗਏ, ਜਿਸ ਦੇ ਵਿੱਚ ਕੀ ਹੈ ਬਿਹਾਰ ਅਤੇ ਅਸਾਮ ਦੇ ਜੋ ਕਬੀਲੇ ਹੈ ਉਹ ਈਸਾਈ ਧਰਮ ਤੋਂ ਪ੍ਰਭਾਵਿਤ ਹੋ ਗਏ। ਇਸ ਦੇ ਨਾਲ ਈਸਾਈ ਧਰਮ ਦੇ ਕਾਰਨ ਧਾਰਮਿਕ ਜੋ ਭੇਦਭਾਵ ਹੈ ਇਹ ਵੀ ਦੇਖਣ ਨੂੰ ਮਿਲੇ, ਔਰ ਭੇਦਭਾਵ ਜਿੱਥੇ ਦੇਖਣ ਨੂੰ ਮਿਲੇਗਾ ਉੱਥੇ ਇਹ ਲਾਜ਼ਮੀ ਹੈ ਕਿ ਸਮੁਦਾਇਕ ਏਕਤਾ ਨੂੰ ਠੋਸ ਪਹੁੰਚਾਏਗਾ। ਜੋ ਸੰਗਠਨ ਹੈ ਸਮਾਜ ਦਾ ਉਹ ਉਸਦੇ ਵਿੱਚ ਵੀ ਰੁਕਾਵਟ ਆਏਗੀ, ਗਿਰਾਵਟ ਆਏਗੀ, ਜਾਂ ਸਮਾਜਿਕ ਸੰਗਠਨ ਟੁੱਟ ਵੀ ਸਕਦਾ ਹੈ। ਔਰ ਇਹ ਏਦਾਂ ਹੀ ਹੋਇਆ, ਪਰਿਵਾਰਾਂ ਦੇ ਵਿੱਚ ਤਣਾਅ ਆਉਣਾ ਸ਼ੁਰੂ ਹੋਇਆ, ਭੇਦਭਾਵ, ਲੜਾਈ ਝਗੜਾ, ਇਹ ਸਭ ਕੁਝ ਵਧਣਾ ਸ਼ੁਰੂ ਹੋ ਗਿਆ ਅਤੇ ਕਬੀਲੇ ਦੇ ਲੋਕ ਧਰਮ ਨੂੰ ਆਪਣੀਆਂ ਕਈ ਸਮਾਜਿਕ ਜਾਂ ਆਰਥਿਕ ਸਮੱਸਿਆਵਾਂ ਨੂੰ ਸੁਲਝਾਉਣ ਦੇ ਸਾਧਨ ਦੇ ਰੂਪ ਵਜੋਂ ਇਸਤੇਮਾਲ ਕਰਦੇ ਸੀ ਜਾਂ ਉਸਦਾ ਪ੍ਰਯੋਗ ਕਰਦੇ ਸੀ। ਸੋ ਨਵੇਂ ਧਰਮ ਵੀ ਬਣਨੇ ਸ਼ੁਰੂ ਹੋਏ ਤੇ ਕਈ ਲੋਕਾਂ ਨੇ ਵੱਖ-ਵੱਖ ਧਰਮਾਂ ਦਾ ਸਹਾਰਾ ਲਿੱਤਾ, ਉਹਨਾਂ ਦੇ ਵਿਸ਼ਵਾਸ, ਰੀਤੀ ਰਿਵਾਜ਼ਾਂ ਨੂੰ ਅਪਣਾਉਣਾ ਸ਼ੁਰੂ ਕੀਤਾ ਤੇ ਉਹਨਾਂ ਦੀ ਆਪਣੀ ਸੰਸਕ੍ਰਿਤੀ, ਆਪਣੇ ਰੀਤੀ ਰਿਵਾਜ਼ਾਂ ਤੋਂ ਲੋਕ ਬਿਲਕੁਲ ਹੀ ਅਲੱਗ ਹੋ ਗਏ ਜਾਂ ਆਪਣੇ ਆਪ ਨੂੰ ਉਹਨਾਂ ਨੇ ਦੂਰ ਕਰ ਲਿਆ। ਇਸ ਕਰਕੇ ਕਬੀਲਿਆਂ ਦੇ ਵਿੱਚ ਅਸ਼ਾਂਤੀ ਪੈਦਾ ਹੋ ਗਈ ਜਾਂ ਅਸੰਤੋਸ਼ ਪੈਦਾ ਹੋ ਗਿਆ, ਜਿਸ ਦੇ ਨਾਲ ਲੋਕਾਂ ਦੇ ਵਿੱਚ ਕਈ ਤਰ੍ਹਾਂ ਦੇ ਸੰਘਰਸ਼ ਜਾਂ ਕਈ ਤਰ੍ਹਾਂ ਦੀਆਂ ਜੋ ਲੜਾਈ ਝਗੜੇ ਹਨ ਉਹ ਦੇਖਣ ਨੂੰ ਮਿਲੇ। ਅੱਗੇ ਗੱਲ ਕਰਾਂਗੇ ਵਿਦਿਅਕ ਸਮੱਸਿਆਵਾਂ। ਸੋ ਵਿਦਿਅਕ ਸਮੱਸਿਆਵਾਂ ਜਾਂ ਸਿੱਖਿਅਕ ਸੰਸਥਾਵਾਂ, ਇਹਨਾਂ ਨੂੰ ਆਪਾਂ ਕਹਿ ਸਕਦੇ ਹਾਂ ਜੋ ਸਾਰੀਆਂ ਹੀ ਸਿੱਖਿਆ ਦੇ ਨਾਲ ਸੰਬੰਧਿਤ ਹਨ। ਸੋ ਇਹ ਜੋ ਕਬੀਲੇ ਹਨ ਇਹ ਅਨਪੜ੍ਹ ਹੈ, ਇਹ ਪੜ੍ਹੇ ਲਿਖੇ ਨਹੀਂ ਹਨ, ਸਿੱਖਿਆ ਦਾ ਪ੍ਰਸਾਰ ਨਹੀਂ ਹੈ, ਕੋਈ ਸਕੂਲ, ਕਾਲਜ ਜਾਂ ਯੂਨੀਵਰਸਿਟੀ ਇਹ ਇੱਦਾਂ ਦੀਆਂ ਕੋਈ ਵੀ ਸਮੱਸਿਆਵਾਂ ਨਹੀਂ ਹਨ। ਲੇਕਿਨ ਇੱਥੇ ਸਿੱਖਿਆ ਨਾਲ ਸੰਬੰਧਿਤ, ਕਿਉਂਕਿ ਜ਼ਿਆਦਾਤਰ ਭਾਰਤੀ ਕਬੀਲੇ ਅਸਿੱਖਿਅਕ ਸੀ, ਅਗਿਆਨਤਾ ਦੇਖਣ ਨੂੰ ਮਿਲਦੀ ਸੀ ਅਤੇ ਅੰਧ ਵਿਸ਼ਵਾਸ ਉੱਤੇ ਉਹ ਆਧਾਰਿਤ ਸੀ। ਅੰਧ ਵਿਸ਼ਵਾਸ ਤੇ ਆਧਾਰਿਤ ਹੋਣ ਦਾ ਇੱਥੇ ਅਰਥ ਇਹ ਹੈ ਕਿ ਲੋਕਾਂ ਨੇ ਜਾਦੂ ਟੂਣੇ ਤੇ ਮੈਜਿਕ ਦੇ ਉੱਤੇ ਆਪਣਾ ਜ਼ਿਆਦਾ ਵਿਸ਼ਵਾਸ ਰੱਖਿਆ ਹੋਇਆ ਸੀ। ਸੋ ਕੁਝ ਕਬੀਲਿਆਂ ਵਿੱਚ ਈਸਾਈ ਮਿਸ਼ਨਰੀਆਂ ਦੇ ਪ੍ਰਭਾਵ ਦੇ ਨਾਲ ਅੰਗਰੇਜ਼ੀ ਸਿੱਖਣ ਦਾ ਜੋ ਇੱਕ ਪ੍ਰਚਲਿਤ ਹੋ ਗਈ ਸੀ, ਇੱਕ ਤਰ੍ਹਾਂ ਦੀ ਇਹ ਸਿਸਟਮ ਪ੍ਰਣਾਲੀ ਚੱਲ ਪਈ ਸੀ, ਉਹਦੇ ਵਿੱਚ ਵੀ ਲੋਕਾਂ ਨੇ ਅੰਗਰੇਜ਼ੀ ਭਾਸ਼ਾ ਨੂੰ ਅਪਣਾਇਆ ਆਪਣੀ ਭਾਸ਼ਾ ਨੂੰ ਛੱਡ ਕੇ। ਸੋ ਇਹ ਅੰਗਰੇਜ਼ੀ ਜਾਂ ਆਧੁਨਿਕ ਸਿੱਖਿਆ ਨੇ ਇਹਨਾਂ ਲੋਕਾਂ ਦੇ ਵਿੱਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਨੂੰ ਪੈਦਾ ਕਰਤਾ, ਜਿਵੇਂ ਕਿ ਜਿਹੜੇ ਲੜਕੇ ਅਤੇ ਲੜਕੀਆਂ ਜਾਂ ਯੁਵਕ ਅਤੇ ਯੁਵਤੀਆਂ ਸੀ, ਉਹਨਾਂ ਦੇ ਵਿੱਚ ਜੋ ਆਪਣੇ ਸੰਸਕ੍ਰਿਤਿਕ ਜਾਂ ਸੱਭਿਆਚਾਰਕ ਮੁੱਲ ਸੀ, ਆਦਰਸ਼ ਸੀ ਜਾਂ ਫਿਰ ਕਦਰਾਂ ਕੀਮਤਾਂ, ਜਿਨ੍ਹਾਂ ਨੂੰ ਨੋਰਮਸ ਐਂਡ ਵੈਲਿਊਜ਼ ਕਿਹਾ ਜਾਂਦਾ ਹੈ, ਉਹ ਸਾਰੇ ਲੋਕਾਂ ਨੇ ਜਾਂ ਮੁੰਡਿਆਂ ਤੇ ਕੁੜੀਆਂ ਨੇ ਛੱਡਣੇ ਸ਼ੁਰੂ ਕਰ ਦਿੱਤੇ, ਜਿਸ ਦੇ ਨਾਲ ਅਲੱਗ ਤੋਂ ਜਾਂ ਗਲਤ ਰਿਲੇਸ਼ਨਸ ਦੇ ਵਿੱਚ ਲੋਕਾਂ ਨੇ ਆਉਣਾ ਸ਼ੁਰੂ ਕਰਤਾ, ਜਾਂ ਫਿਰ ਉਹ ਜੋ ਮੁੱਲ ਸੀ ਜਿਸ ਦੇ ਨਾਲ ਇੱਕ ਸਮਾਜ ਸੰਗਠਿਤ ਰੂਪ ਦੇ ਵਿੱਚ ਬਣ ਜਾਂਦਾ ਹੈ, ਉਹ ਸਾਰੀਆਂ ਚੀਜ਼ਾਂ
ਕੀ ਹੈ ਦੇਖਣ ਨੂੰ ਮਿਲੀ ਹੈ, ਜਿੱਥੇ ਅਸੰਗਠਿਤ ਸਮਾਜ ਹੋ ਗਿਆ, ਜਿੱਥੇ ਸਮਾਜ ਦੇ ਵਿੱਚ ਸਮਾਜਿਕ ਰਿਸ਼ਤਿਆਂ ਦਾ ਟੁੱਟ ਜਾਣਾ ਇੱਕ ਮੁੱਖ ਚੀਜ਼ ਦੇਖਣ ਨੂੰ ਮਿਲੀ। ਇਹ ਇੱਕ ਤਰ੍ਹਾਂ ਦੀਆਂ ਸਮੱਸਿਆਵਾਂ ਹੋਣਗੀਆਂ ਤੇ ਵਿਦਿਅਕ ਸਮੱਸਿਆਵਾਂ ਦੇ, ਸਮਾਜਿਕ ਸਮੱਸਿਆਵਾਂ ਦੇ ਨਾਲ ਵਿਦਿਅਕ ਸੰਸਥਾਵਾਂ ਦੇ ਦਾ ਹੀ ਇਹ ਅੰਗ ਹੋਣਗੇ, ਕਿਉਂਕਿ ਜਦੋਂ ਵਿਦਿਆ ਦਾ ਪ੍ਰਸਾਰ ਹੋਣਾ ਸ਼ੁਰੂ ਹੋਇਆ, ਜਦੋਂ ਆਪਣੀ ਮਾਤ ਭਾਸ਼ਾ, ਆਪਣੀ ਮਾਂ ਬੋਲੀ ਛੱਡ ਕੇ ਲੋਕਾਂ ਨੇ ਕਬਾਇਲੀ ਸਮਾਜ ਦੇ ਲੋਕਾਂ ਨੇ ਹੋਰ ਭਾਸ਼ਾਵਾਂ ਜਾਂ ਅੰਗਰੇਜ਼ੀ ਦਾ ਪ੍ਰਯੋਗ ਕਰਨਾ ਸ਼ੁਰੂ ਕੀਤਾ, ਉੱਥੇ ਕੀ ਹੈ ਸੱਭਿਆਚਾਰ ਦੇ ਜੋ ਮੂਲ ਤੱਤ ਸੀ ਉਹਨਾਂ ਨੂੰ ਵੀ ਛੱਡਣਾ ਸ਼ੁਰੂ ਕੀਤਾ। ਅਤੇ ਦੂਜੀ ਸਮੱਸਿਆ ਇਹ ਕਹਿ ਸਕਦੇ ਹਾਂ ਕਿ ਸੱਭਿਅ ਸੰਸਾਰ ਦੀ ਤਰ੍ਹਾਂ ਇਹਨਾਂ ਲੋਕਾਂ ਵਿੱਚ ਵੀ ਸਿੱਖਿਅਕ ਬੇਰੁਜ਼ਗਾਰੀ ਤੇਜ਼ੀ ਨਾਲ ਪੈਦਾ ਹੋਣੀ ਸ਼ੁਰੂ ਹੋ ਗਈ, ਕਿਉਂਕਿ ਸਿੱਖਿਆ ਦਾ ਪ੍ਰਸਾਰ ਹੋਣ ਨਾਲ ਡਿਗਰੀਆਂ ਲੈ ਲਈਆਂ, ਸਕਾਲਰਸ਼ਿਪਸ ਮਿਲ ਗਈਆਂ, ਲੇਕਿਨ ਅੱਗੇ ਜਾ ਕੇ ਉਹਨਾਂ ਨੂੰ ਨੌਕਰੀਆਂ ਵਿਦਿਆ ਦੇ ਜਾਂ ਸਿੱਖਿਆ ਦੇ ਢੰਗ ਦੀਆਂ ਨਹੀਂ ਮਿਲ ਪਾਈਆਂ। ਇਸ ਕਰਕੇ ਬੇਰੁਜ਼ਗਾਰੀ, ਜਿੱਥੇ ਬੇਰੁਜ਼ਗਾਰੀ ਕਬਾਇਲੀ ਸਮਾਜ ਦਾ ਹਿੱਸਾ ਨਹੀਂ ਸੀ ਹੁੰਦੀ, ਕਿਉਂਕਿ ਪੁਸ਼ਤੈਨੀ ਕੰਮ ਲੋਕ ਸਿੱਖਦੇ ਸੀ, ਜਿਵੇਂ ਕੋਈ ਔਜ਼ਾਰ ਬਣਾਉਣਾ, ਹੱਥਾਂ ਨਾਲ ਔਜ਼ਾਰ ਬਣਾਉਣਾ, ਭਾਂਡੇ ਬਣਾਉਣਾ, ਲੱਕੜ ਦੇ ਉੱਤੇ ਮੀਨਾਕਾਰੀ ਕਰਨਾ, ਖਿਡੌਣੇ ਬਣਾਉਣਾ ਜਾਂ ਫਿਰ ਮੱਛੀ ਫੜਨਾ, ਇਹ ਵੀ ਇੱਕ ਤਰ੍ਹਾਂ ਦਾ ਜੋ ਸਿਖਲਾਈ ਦਿੱਤੀ ਜਾਂਦੀ ਸੀ ਮਾਤਾ ਪਿਤਾ ਦੁਆਰਾ ਆਪਣੇ ਬੱਚਿਆਂ ਨੂੰ, ਉਹ ਸਾਰੀਆਂ ਚੀਜ਼ਾਂ ਬਿਲਕੁਲ ਹੀ ਅਲੋਪ ਹੋ ਗਈਆਂ। ਜੋ ਯੁਵਕ ਤੇ ਯੁਵਤੀਆਂ ਸੀ, ਲੜਕੇ ਲੜਕੀਆਂ ਸੀ, ਬੱਚੇ ਸੀ, ਉਹਨਾਂ ਨੇ ਸਿੱਖਿਆ ਦਾ ਜਦੋਂ ਪ੍ਰਸਾਰ ਹੋਣਾ ਸ਼ੁਰੂ ਹੋਇਆ, ਕਿਉਂਕਿ ਸਿੱਖਿਆ ਹਮੇਸ਼ਾ ਆਪਾਂ ਸਕਾਰਾਤਮਕ ਢੰਗ ਦੇ ਨਾਲ ਹੀ ਇਹ ਲੈਂਦੇ ਹਾਂ, ਲੇਕਿਨ ਕਬਾਇਲੀ ਸਮਾਜ ਦੇ ਵਿੱਚ ਜਦੋਂ ਸਿੱਖਿਆ ਦਾ ਪ੍ਰਸਾਰ ਹੋਣਾ ਸ਼ੁਰੂ ਹੋਇਆ, ਉੱਥੇ ਅੰਗਰੇਜ਼ੀ ਭਾਸ਼ਾ ਸਿੱਖਣ ਦੇ ਨਾਲ ਨਾਲ ਜਦੋਂ ਕਾਲਜ ਯੂਨੀਵਰਸਿਟੀ ਐਡਮਿਸ਼ਨਾਂ ਲੈਣੀਆਂ ਸ਼ੁਰੂ ਕੀਤੀਆਂ, ਉਸ ਤੋਂ ਬਾਅਦ ਸਿੱਖਿਆ ਦੇ ਨਾਲ ਜੋ ਬੇਰੁਜ਼ਗਾਰੀ ਹੈ ਉਹ ਵੀ ਬਹੁਤ ਤੇਜ਼ੀ ਨਾਲ ਵਧੀ, ਔਰ ਬੇਰੁਜ਼ਗਾਰੀ ਇੱਕ ਆਪਣੇ ਆਪ ਦੇ ਵਿੱਚ ਹੀ ਸਮਾਜਿਕ ਸਮੱਸਿਆ ਹੈ। ਇਸ ਤੋਂ ਬਾਅਦ ਗੱਲ ਕਰਾਂਗੇ ਸਿਹਤ ਨਾਲ ਸੰਬੰਧਿਤ ਸਮੱਸਿਆ ਦੀ। ਸੋ ਸਿਹਤ ਨਾਲ ਸੰਬੰਧਿਤ ਸਮੱਸਿਆਵਾਂ ਦੇ ਵਿੱਚ ਇਹ ਕਹਿ ਸਕਦੇ ਹਾਂ ਕਿ ਵਧੇਰੇ ਰੋਗ ਅਤੇ ਅਗਿਆਨਤਾ ਇੱਕ ਸਮੱਸਿਆ ਸੀ ਜੋ ਦੇਖਣ ਨੂੰ ਮਿਲੀ। ਹੁਣ ਵਧੇਰੇ ਰੋਗ ਮਤਲਬ ਮੋਰ ਡਿਜ਼ੀਜ਼ਸ ਐਂਡ ਇਗਨੋਰ ਕੀਤਾ ਗਿਆ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਨੂੰ, ਜਿਸ ਦੇ ਨਾਲ ਜੋ ਜਾਨਲੇਵਾ ਸਮੱਸਿਆਵਾਂ ਵੀ ਬਣੀਆਂ। ਸੋ ਇਹ ਲੋਕ ਕੀ ਹੈ ਆਰਥਿਕ ਦ੍ਰਿਸ਼ਟੀ ਤੋਂ ਪੂਰੀ ਤਰ੍ਹਾਂ ਪਿਛੜੇ ਹੋਏ ਲੋਕ ਸੀ, ਕਿਉਂਕਿ ਆਰਥਿਕ ਤੌਰ ਉੱਤੇ ਕਮਜ਼ੋਰ ਸੀ, ਇਹਨਾਂ ਦੇ ਜੀਵਨ ਦੀਆਂ ਘੱਟ ਤੋਂ ਘੱਟ ਲੋੜਾਂ ਸੀ, ਔਰ ਲੋੜਾਂ ਨੂੰ ਉਹ ਪੂਰਾ ਹੀ ਨਹੀਂ ਸੀ ਕਰ ਸਕਦੇ, ਰੋਟੀ ਕੱਪੜਾ ਮਕਾਨ ਵਰਗੀਆਂ ਜ਼ਰੂਰਤਾਂ ਨੂੰ ਵੀ ਉਹ ਪੂਰਾ ਨਹੀਂ ਸੀ ਕਰ ਸਕਦੇ। ਇਸ ਤਰ੍ਹਾਂ ਸਰੀਰਕ ਤੌਰ ਤੇ, ਮਾਨਸਿਕ ਤੌਰ ਉੱਤੇ ਜਾਂ ਜੋ ਸੁਰੱਖਿਆ ਸੀ, ਉਹ ਸੁਰੱਖਿਆ ਨੂੰ ਕਈ ਤਰ੍ਹਾਂ ਦਾ ਨਿਰੰਤਰ ਨੁਕਸਾਨ ਦੇਖਣ ਨੂੰ ਮਿਲੇ, ਜਿਸ ਦੇ ਨਾਲ ਇਹ ਕਹਿ ਸਕਦੇ ਹਾਂ ਜਾਂ ਨਤੀਜੇ ਵਜੋਂ ਲੋਕ ਕਈ ਤਰ੍ਹਾਂ ਦੇ ਰੋਗ ਦੇ ਸ਼ਿਕਾਰ ਬਣੇ, ਕਈ ਤਰ੍ਹਾਂ ਦੀਆਂ ਬਿਮਾਰੀਆਂ ਦੇ ਸ਼ਿਕਾਰ ਬਣੇ। ਔਰ ਇਹ ਬਿਮਾਰੀਆਂ ਜਿਵੇਂ ਚੇਚਕ, ਹੈਜਾ ਜਾਂ ਫਿਰ ਕੋਈ ਐਦਾਂ ਦੀ ਬਿਮਾਰੀ, ਟੀਬੀ ਹੋ ਗਿਆ ਜਾਂ ਏਡਸ ਵਰਗੀ ਬਿਮਾਰੀ ਹੋ ਗਈ, ਜਿਸ ਦੇ ਨਾਲ ਕਬਾਇਲੀ ਸਮਾਜ ਦੇ ਲੋਕਾਂ ਦੇ ਉੱਤੇ ਬਿਮਾਰੀਆਂ ਨੇ ਹਮਲਾ ਕਰਤਾ, ਜਾਂ ਕਹਿ ਸਕਦੇ ਹਾਂ ਇਹ ਬਿਮਾਰੀਆਂ ਦੇ ਅਧੀਨ ਆ ਗਏ ਤੇ ਹੋਰ ਕਈ ਗੁਪਤ ਰੋਗਾਂ ਦਾ ਵੀ ਸ਼ਿਕਾਰ ਬਣੇ ਲੋਕ ਜਿਹੜੇ ਕਬਾਇਲੀ ਸਮਾਜ ਦੇ ਲੋਕ ਸੀ। ਸੋ ਇੰਨਾ ਹੀ ਨਹੀਂ ਬਲਕਿ ਜੋ ਉਦਯੋਗਿਕ ਖੇਤਰਾਂ ਦੇ ਵਿੱਚ ਕੰਮ ਕਰਨ ਵਾਲੇ ਜੋ ਕਬਾਇਲੀ ਜੋ ਲੋਕ ਸੀ, ਉਹ ਅਗਿਆਨਤਾ ਦੇ ਕਾਰਨ ਸ਼ਹਿਰੀ ਜੀਵਨ ਦੀਆਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਵੀ ਆਪਣੇ ਕਬੀਲਿਆਂ ਦੇ ਵਿੱਚ ਲੈ ਕੇ ਆਏ। ਜੇ ਸਮਾਜ ਦੇ ਵਿੱਚ ਜਾਂ ਫਿਰ ਜੇ ਕਬਾਇਲੀ ਸਮਾਜ ਦੇ ਵਿੱਚ ਲੋਕ ਸ਼ਹਿਰਾਂ ਦੇ ਵਿੱਚ ਜਾਂ ਪਿੰਡਾਂ ਦੇ ਵਿੱਚ ਉਦਯੋਗ ਕਰਨ ਵਾਸਤੇ ਜਾਂਦੇ ਸੀ ਜਾਂ ਫਿਰ ਫੈਕਟਰੀਆਂ ਦੇ ਵਿੱਚ ਕੰਮ ਕਰਨ ਜਾਂਦੇ ਸੀ, ਤਾਂ ਜਦੋਂ ਉਹ ਉੱਥੋਂ ਆਉਂਦੇ ਵੀ ਸੀ ਤਾਂ ਆਪਣੇ ਜੀਵਨ ਦੀਆਂ ਸ਼ਹਿਰੀ ਜੀਵਨ ਦੀਆਂ ਅਨੇਕਾਂ ਬਿਮਾਰੀਆਂ ਨੂੰ ਵੀ ਆਪਣੇ ਕਬਾਇਲੀ ਖੇਤਰ ਦੇ ਵਿੱਚ ਲੈ ਕੇ ਆਏ, ਜਿਸ ਦੇ ਵਿੱਚ ਏਡਸ ਹੈ, ਟੀਬੀ ਹੈ। ਸੋ ਇੱਕ ਕਬੀਲੇ ਦੇ ਜਿਹੜੇ ਯੁਵਕ ਜਾਂ ਯੁਵਤੀਆਂ ਸੀ, ਉਹਨਾਂ ਦੇ ਜਾਂ ਵੱਡੇ ਪੈਮਾਨੇ ਦੇ ਉੱਤੇ ਇਹ ਭਿਆਨਕ ਰੋਗਾਂ ਨੇ ਉਹਨਾਂ ਨੂੰ ਕਾਫੀ ਨੁਕਸਾਨ ਪਹੁੰਚਾਇਆ, ਜਿਸ ਦੇ ਨਾਲ ਸਿਹਤ ਨਾਲ ਸੰਬੰਧਿਤ ਸਮੱਸਿਆਵਾਂ ਦੇਖਣ ਨੂੰ ਮਿਲੀਆਂ। ਇਸ ਤੋਂ ਇਲਾਵਾ ਸਿਹਤ ਨਾਲ ਸੰਬੰਧਿਤ ਸਮੱਸਿਆਵਾਂ ਦੇ ਵਿੱਚ ਇਹ ਦੱਸਣਾ ਬਹੁਤ ਜ਼ਰੂਰੀ ਹੈ ਕਿ ਉੱਥੇ ਚੰਗੇ ਇਲਾਜ ਦੀ ਕਮੀ, ਚੰਗੇ ਇਲਾਜ ਦੀ ਕਮੀ ਜਿਸ ਨੂੰ ਕਹਾਂਗੇ ਲੈਕ ਆਫ ਪ੍ਰੋਪਰ ਟ੍ਰੀਟਮੈਂਟ, ਮੈਡੀਕਲ ਟ੍ਰੀਟਮੈਂਟ, ਕਿਉਂਕਿ ਕੋਈ ਹਸਪਤਾਲ, ਡਿਸਪੈਂਸਰੀ, ਕੋਈ ਵੀ ਮੈਡੀਕਲ ਫੈਸਿਲਿਟੀਜ਼, ਕੋਈ ਸਿਹਤ ਨਾਲ ਸੰਬੰਧਿਤ ਜੋ ਸੁਵਿਧਾਵਾਂ ਹੈ ਉਹ ਉੱਥੇ ਨਹੀਂ ਹਨ। ਸੋ ਕਬੀਲੇ ਵਿੱਚ ਅਨੇਕਾਂ ਕਾਰਨਾਂ ਕਰਕੇ
ਭਿਆਨਕ ਬਿਮਾਰੀਆਂ ਪੈਦਾ ਹੋਣੀਆਂ ਸ਼ੁਰੂ ਹੋ ਗਈਆਂ, ਕਿਉਂਕਿ ਲੋਕ ਨਹਾਉਂਦੇ ਨਹੀਂ ਸੀ, ਲੋਕੀ ਆਪਣੇ ਸਰੀਰ ਨੂੰ ਸਾਫ਼ ਨਹੀਂ ਸੀ ਰੱਖਦੇ, ਜਿਸ ਨਾਲ ਚਮੜੀ ਦੀ ਬਿਮਾਰੀ ਸ਼ੁਰੂ ਹੋਈ ਅਤੇ ਕਈ ਤਰ੍ਹਾਂ ਦੀਆਂ ਹੋਰ ਭੈੜੇ ਰੋਗ ਸ਼ੁਰੂ ਹੋਏ, ਜਿਸ ਨੇ ਲੋਕਾਂ ਦੀ ਜਾਨ ਤੱਕ ਲੈ ਲਈ। ਇਸ ਦੇ ਨਾਲ ਇਹ ਕਹਿ ਸਕਦੇ ਹਾਂ ਕਿ ਇਹਨਾਂ ਬਿਮਾਰੀਆਂ ਦੇ ਇਲਾਜ ਲਈ ਚੰਗੇ ਅਤੇ ਕੋਈ ਵੀ ਚੰਗੀ ਵਿਵਸਥਾ ਦੇਖਣ ਨੂੰ ਨਹੀਂ ਮਿਲੀ, ਜਿਸ ਦੇ ਨਾਲ ਜਾਂ ਜਿਸ ਦੇ ਨਤੀਜੇ ਵਜੋਂ ਲੋਕਾਂ ਨੇ ਅੰਧ ਵਿਸ਼ਵਾਸ ਦਾ ਸਹਾਰਾ ਲਿੱਤਾ, ਲੋਕਾਂ ਨੇ ਜਾਦੂ ਟੂਣੇ ਦਾ, ਮੈਜਿਕ ਦਾ ਸਹਾਰਾ ਲਿੱਤਾ ਤੇ ਇਹਨੂੰ ਰੱਬ ਦੀ ਕਰੋਪੀ ਮੰਨ ਕੇ ਇਹਨੂੰ ਏਦਾਂ ਹੀ ਆਪਣੀ ਜ਼ਿੰਦਗੀ ਦਾ ਉਸ ਰੋਗ ਨੂੰ ਹਿੱਸਾ ਬਣਾ ਲਿਆ ਅਤੇ ਕਿਸੇ ਡਾਕਟਰ ਕੋਲ ਜਾਂ ਕਿਸੇ ਹੋਰ ਹਸਪਤਾਲ, ਕਿਸੇ ਡਿਸਪੈਂਸਰੀ ਦੇ ਵਿੱਚ ਜਾਣਾ ਸਹੀ ਨਹੀਂ ਸਮਝਿਆ ਤੇ ਇਹਨਾਂ ਬਿਮਾਰੀਆਂ ਕਰਕੇ ਕਈ ਮੌਤਾਂ ਵੀ ਦੇਖਣ ਨੂੰ ਮਿਲੀਆਂ। ਉਸ ਤੋਂ ਬਾਅਦ ਗੱਲ ਕਰਾਂਗੇ ਖਾਣ ਪੀਣ ਦੀ ਸਮੱਸਿਆ, ਜੋ ਸਿਹਤ ਨਾਲ ਸੰਬੰਧਿਤ ਸਮੱਸਿਆਵਾਂ ਦੇ ਵਿੱਚ ਹੀ ਆਉਂਦੀ ਹੈ। ਸੋ ਬਾਹਰੀ ਸੰਸਾਰ ਦੇ ਨਾਲ ਜਦੋਂ ਲੋਕਾਂ ਨੇ ਸੰਪਰਕ ਕਰਨਾ ਸ਼ੁਰੂ ਕੀਤਾ ਤਾਂ ਲੋਕਾਂ ਨੇ ਦੇਸੀ ਅਤੇ ਵਿਦੇਸ਼ੀ ਸ਼ਰਾਬ ਦਾ ਇਸਤੇਮਾਲ ਕਰਨਾ ਸ਼ੁਰੂ ਕੀਤਾ, ਕਿਉਂਕਿ ਜਦੋਂ ਕਬਾਇਲੀ ਸਮਾਜ ਦੇ ਲੋਕ ਸਿਰਫ ਕਬੀਲਿਆਂ ਦੇ ਵਿੱਚ, ਆਪਣੇ ਜੰਗਲਾਂ ਦੇ ਵਿੱਚ, ਉਸੇ ਸਮੁਦਾਇ ਦੇ ਵਿੱਚ ਰਹਿੰਦੇ ਸੀ ਤਾਂ ਉਹ ਬਾਹਰਲੀਆਂ ਚੀਜ਼ਾਂ ਦਾ ਪ੍ਰਯੋਗ ਨਹੀਂ ਸੀ ਕਰਦੇ। ਤੇ ਜਦੋਂ ਲੋਕਾਂ ਨੇ ਬਾਹਰਲੇ ਲੋਕਾਂ ਨਾਲ ਸੰਪਰਕ ਕਰਨਾ ਸ਼ੁਰੂ ਕੀਤਾ, ਉੱਥੇ ਉਹਨਾਂ ਨੇ ਦੇਸੀ ਅਤੇ ਅੰਗਰੇਜ਼ੀ ਸ਼ਰਾਬ ਦਾ, ਕਿਉਂਕਿ ਸ਼ਰਾਬ ਇੱਕ ਤਰ੍ਹਾਂ ਦਾ ਉਹਨਾਂ ਦੀ ਜ਼ਿੰਦਗੀ ਦਾ ਹਿੱਸਾ ਸੀ, ਉਹਨਾਂ ਦੇ ਸੱਭਿਆਚਾਰ ਦਾ ਹਿੱਸਾ ਸੀ, ਕਿਉਂਕਿ ਆਪਣੇ ਸਰਦਾਰ ਨੂੰ, ਆਪਣੇ ਉਸ ਕਬੀਲੇ ਦੇ ਮੁਖੀਆਂ ਨੂੰ ਖੁਸ਼ ਕਰਨ ਵਾਸਤੇ ਵੀ ਸ਼ਰਾਬ ਪਿਲਾਈ ਜਾਂਦੀ ਸੀ ਜਾਂ ਆਪ ਮਨੋਰੰਜਨ ਦੇ ਸਾਧਨ ਵਜੋਂ ਸ਼ਰਾਬ ਦਾ ਇਸਤੇਮਾਲ ਕੀਤਾ ਜਾਂਦਾ ਸੀ। ਅਤੇ ਲੋਕਾਂ ਨੇ, ਕਬਾਇਲੀ ਸਮਾਜ ਦੇ ਲੋਕਾਂ ਨੇ ਬਾਹਰੀ ਸਮਾਜ ਦੇ ਲੋਕਾਂ ਦੇ ਸੰਪਰਕ ਵਿੱਚ ਆ ਕੇ ਦੇਸੀ ਅਤੇ ਵਿਦੇਸ਼ੀ ਸ਼ਰਾਬ ਦਾ ਜੋ ਸੀਗਾ ਪ੍ਰਭਾਵ, ਉਹ ਇੰਨਾ ਹੋ ਗਿਆ ਉਹਨਾਂ ਦੇ ਉੱਤੇ ਕਿ ਉਹਨਾਂ ਨੇ ਉਹ ਚੀਜ਼ਾਂ ਦਾ ਪ੍ਰਯੋਗ ਵੱਧ ਕਰਨਾ ਸ਼ੁਰੂ ਕਰਤਾ ਅਤੇ ਸ਼ਰਾਬ ਅਤੇ ਜਿਹੜੇ ਨਸ਼ੀਲੇ ਪਦਾਰਥ ਸੀ ਉਹਨਾਂ ਉੱਤੇ ਪੈਸੇ ਖਰਚ ਕਰਨੇ ਸ਼ੁਰੂ ਕਰਤੇ। ਆਰਥਿਕ ਤੌਰ ਉੱਤੇ ਤਾਂ ਉਹ ਲੋਕ ਵੈਸੇ ਹੀ ਕਮਜ਼ੋਰ ਸੀ, ਲੇਕਿਨ ਉਹਨਾਂ ਨੇ ਇਹ ਸਾਰੇ ਪੈਸੇ ਸ਼ਰਾਬ ਉੱਤੇ ਅਤੇ ਨਸ਼ਿਆਂ ਉੱਤੇ, ਕਈ ਤਰ੍ਹਾਂ ਦੇ ਨਸ਼ਿਆਂ ਉੱਤੇ ਖਰਚ ਕਰਨੇ ਸ਼ੁਰੂ ਕੀਤੇ ਅਤੇ ਉਹਨਾਂ ਨੂੰ ਇੱਕ ਸੰਤੁਲਿਤ ਭੋਜਨ ਵੀ ਨਹੀਂ ਸੀ ਪ੍ਰਾਪਤ ਹੁੰਦਾ, ਜਿਸ ਕਰਕੇ ਉਹਨਾਂ ਦੀ ਸਿਹਤ ਲਗਾਤਾਰ ਜਾਂ ਨਿਰੰਤਰ ਕਹਿ ਸਕਦੇ ਹਾਂ ਖਰਾਬ ਹੋਣੀ ਸ਼ੁਰੂ ਹੋ ਗਈ, ਕਿਉਂਕਿ ਜੇ ਨਸ਼ੀਲੇ ਪਦਾਰਥ ਜਾਂ ਜੇ ਇਸ ਤਰ੍ਹਾਂ ਦੀ ਅੰਗਰੇਜ਼ੀ ਸ਼ਰਾਬ, ਦੇਸੀ ਸ਼ਰਾਬ, ਜੇ ਉਹ ਵੱਧ ਉਸ ਚੀਜ਼ ਦਾ ਸੇਵਨ ਕਰਨਗੇ ਅਤੇ ਉਹ ਪੌਸ਼ਟਿਕ ਆਹਾਰ ਨਹੀਂ ਲੈਣਗੇ ਤਾਂ ਉਸ ਦੇ ਨਾਲ ਕੀ ਹੈ, ਸਿਹਤ ਨਾਲ ਸੰਬੰਧਿਤ ਸਮੱਸਿਆਵਾਂ ਦੇਖਣ ਨੂੰ ਮਿਲਣ। ਇਸ ਤੋਂ ਇਲਾਵਾ ਕੱਪੜੇ ਇੱਕ ਹੋਰ ਸਮੱਸਿਆ ਕਹਿ ਸਕਦੇ ਹਾਂ। ਆਰਥਿਕ ਸਥਿਤੀ ਤੋਂ ਪਿਛੜੇ ਹੋਣ ਕਰਕੇ ਆਪਣੇ ਤਨ ਨੂੰ ਢੱਕਣ ਵਾਸਤੇ ਕੁਝ ਕਬੀਲੇ ਅੱਜ ਵੀ ਕੱਪੜਿਆਂ ਦਾ ਇਸਤੇਮਾਲ ਨਹੀਂ ਕਰਦੇ, ਜਾਂ ਜੇ ਕੁਝ ਕਰਦੇ ਵੀ ਹਨ ਤੇ ਉਹ ਕੱਪੜਿਆਂ ਨੂੰ ਬਿਨਾਂ ਧੋਤੇ ਜਾਂ ਫਿਰ ਆਪਣੇ ਸਰੀਰ ਨੂੰ ਬਿਨਾਂ ਸਾਫ਼ ਕੀਤੇ ਉਹੀ ਕੱਪੜਾ ਬਾਰ-ਬਾਰ ਦੇਰ ਤੱਕ ਪਹਿਨਦੇ ਰਹਿੰਦੇ ਹਨ, ਜਿਸ ਦੇ ਨਾਲ ਕੀ ਹੈ, ਕੱਪੜਾ ਸਾਫ਼ ਨਾ ਹੋਣ ਕਰਕੇ, ਪਾਣੀ ਦੀ ਵਰਤੋਂ ਚੰਗੀ ਤਰ੍ਹਾਂ ਨਾ ਕਰਨ ਕਰਕੇ ਕਈ ਤਰ੍ਹਾਂ ਦੀਆਂ ਸਰੀਰਕ ਜਾਂ ਚਮੜੀ ਦੀਆਂ ਬਿਮਾਰੀਆਂ ਜਾਂ ਚਮੜੀ ਦੇ ਰੋਗ ਦੇਖਣ ਨੂੰ ਮਿਲੇ, ਗੰਦੀਆਂ ਬਿਮਾਰੀਆਂ ਪੈਦਾ ਹੋਣ ਲੱਗ ਗਈਆਂ, ਜਿਸ ਨੇ ਲੋਕਾਂ ਦੀ ਸਿਹਤ ਉੱਤੇ ਇੱਕ ਮਾੜਾ ਪ੍ਰਭਾਵ ਪਾਇਆ। ਤੇ ਜਦੋਂ ਲੋਕਾਂ ਦੀ ਸਿਹਤ ਉੱਤੇ ਇਹ ਮਾੜਾ ਪ੍ਰਭਾਵ ਪੈਣਾ ਸ਼ੁਰੂ ਹੋਇਆ ਤਦ ਇਹ ਬਿਮਾਰੀਆਂ ਜਾਨਲੇਵਾ ਵੀ ਬਣ ਗਈਆਂ ਅਤੇ ਉਹਨਾਂ ਦੇ ਨਤੀਜੇ ਵਜੋਂ ਇਹ ਕਹਿ ਸਕਦੇ ਹਾਂ ਕਿ ਮੌਤ ਵੀ ਦੇਖਣ ਨੂੰ ਮਿਲੀ। ਇਸ ਤੋਂ ਇਲਾਵਾ ਆਖਿਰ ਜੋ ਲਾਸਟ ਜੋ ਪ੍ਰੋਬਲਮ ਹੈ ਉਹ ਕੀ ਹੈ, ਰਾਜਨੀਤਿਕ ਅਤੇ ਪ੍ਰਸ਼ਾਸਨ ਸੰਬੰਧੀ ਸਮੱਸਿਆਵਾਂ। ਸੋ ਆਪਣੀ ਜੋ ਰਾਜਨੀਤੀ ਹੈ ਜਾਂ ਜੋ ਪ੍ਰਸ਼ਾਸਨ ਹੈ ਉਸ ਦੀਆਂ ਵੀ ਕਈ ਕਮੀਆਂ ਰਹੀਆਂ ਹਨ। ਸਮਾਜਿਕ ਸਮੱਸਿਆ, ਵਿੱਦਿਆ ਜਾਂ ਸਿਹਤ ਨਾਲ ਸੰਬੰਧਿਤ ਸਮੱਸਿਆਵਾਂ ਤੋਂ ਇਲਾਵਾ ਰਾਜਨੀਤਿਕ ਅਤੇ ਪ੍ਰਸ਼ਾਸਨ ਸੰਬੰਧਿਤ ਕਈ ਸਮੱਸਿਆਵਾਂ ਦੇਖਣ ਨੂੰ ਮਿਲੀਆਂ, ਕਿਉਂਕਿ ਵਾਤਾਵਰਣ ਜਾਂ ਜੇ ਆਪਾਂ ਗੱਲ ਕਰੀਏ ਕਿ ਅੱਜ ਦਾ ਵਰਤਮਾਨ ਕਾਲ ਦੀ ਗੱਲ ਕਰੀਏ, ਸੋ ਇਸ ਦੇ ਵਿੱਚ ਕਬੀਲਿਆਂ ਵਿੱਚ ਕਬੀਲਿਆਂ ਦੇ ਜੋ ਪਹਿਲਾਂ ਸੀ, ਜੋ ਮੁਖੀਆ ਹੁੰਦਾ ਸੀ ਕਬੀਲੇ ਦਾ, ਜੋ ਪ੍ਰਧਾਨ ਹੁੰਦਾ ਸੀ ਜਾਂ ਪੰਚਾਇਤ ਹੁੰਦੀ ਸੀ ਜੋ ਹਰ ਇੱਕ ਚੀਜ਼ ਦਾ ਫੈਸਲਾ ਕਰਦੀ ਸੀ। ਬਟ ਹੌਲੀ ਹੌਲੀ ਜਿਵੇਂ ਆਧੁਨਿਕਰਨ ਵਧਿਆ ਜਾਂ ਜਿਵੇਂ ਸਮਾਜ ਦੇ ਵਿੱਚ ਪਰਿਵਰਤਨ ਆਉਣਾ ਸ਼ੁਰੂ ਹੋਇਆ, ਸੋ ਇਹ ਪਰਿਵਰਤਨ ਦਾ ਨਤੀਜਾ ਇਹ ਨਿਕਲਿਆ ਕਿ ਜੰਗਲਾਂ ਦੇ ਉੱਤੇ ਅਫਸਰਾਂ ਨੇ, ਪੁਲਿਸ ਨੇ ਜਾਂ ਹੋਰ ਕਰਮਚਾਰੀਆਂ ਨੇ ਇਹ ਸਾਰੀ ਵਿਵਸਥਾ ਨੂੰ ਸੰਭਾਲ ਲਿਆ। ਇਸ ਜੋ ਪ੍ਰਸ਼ਾਸਨ ਹੈ, ਪ੍ਰਸ਼ਾਸਨ ਨੇ ਜੋ ਪੁਲਿਸ ਜਾਂ ਲਾਅ ਐਂਡ ਆਰਡਰ ਜਾਂ ਕਹਿ ਸਕਦੇ ਹਾਂ ਕਿ ਹੋਰ ਜਿਹੜੇ ਕਰਮਚਾਰੀ ਹਨ ਉਹਨਾਂ ਨੇ ਇਹ ਸਾਰੀਆਂ ਚੀਜ਼ਾਂ ਦੀ ਜਗ੍ਹਾ ਲੈ ਲਈ। ਕਿਸ ਦੀ ਜਗ੍ਹਾ ਲੈ ਲਈ?
ਪੰਚਾਇਤ ਦੀ ਜਾਂ ਫਿਰ ਕਬੀਲੇ ਦੇ ਮੁਖੀਆ ਦੀ। ਸੋ ਇਹ ਲੋਕ ਉਹਨਾਂ ਦੇ ਰੀਤੀ ਰਿਵਾਜ ਤੋਂ ਅਣਜਾਣ ਸਨ, ਉਹਨਾਂ ਦੇ ਧਰਮ ਤੋਂ ਅਣਜਾਣ ਸਨ ਅਤੇ ਕਈ ਤਰ੍ਹਾਂ ਦੀਆਂ ਪਰੰਪਰਾਵਾਂ ਤੋਂ ਵੀ ਅਣਜਾਣ ਸਨ। ਅਤੇ ਜਦੋਂ ਇਹ ਚੀਜ਼ਾਂ ਨੂੰ ਨਹੀਂ ਸੀ ਜਾਣਦੇ ਤੇ ਕਈ ਤਰ੍ਹਾਂ ਦੀਆਂ ਭੁੱਲਾਂ ਵੀ ਦੇਖਣ ਨੂੰ ਮਿਲੀਆਂ ਬਾਹਰਲੇ ਲੋਕਾਂ ਦੁਆਰਾ। ਇਸ ਕਰ ਜਿਵੇਂ ਕਿ ਇੱਕ ਸਮਾਜ ਵਿਗਿਆਨੀ ਹੋਏ ਹਨ ਏਸੀ ਰॉय। ਸੋ ਏਸੀ ਰਾਏ ਨੇ ਕਾਫੀ ਰਿਸਰਚ ਕੀਤੀ ਹੈ ਇਸ ਕਬਾਇਲੀ ਸਮਾਜ ਬਾਰੇ, ਤੇ ਉਹਨਾਂ ਨੇ ਦੇਖਿਆ ਕਿ ਜਦੋਂ ਕੋਈ ਵਿਅਕਤੀ ਭਾਰਤ ਦੇ ਵਿੱਚ ਕਬੀਲਿਆਂ ਦੇ ਖੇਤਰ ਦੇ ਵਿੱਚ ਨਿਆਂ ਵਿਵਸਥਾ ਨੂੰ ਨੇੜੇ ਤੋਂ ਜਾ ਕੇ ਜਦੋਂ ਵੇਖਦਾ ਹੈ ਤਾਂ ਉਸ ਤੋਂ ਇਹ ਗੱਲ ਪਤਾ ਲੱਗਦੀ ਹੈ ਕਿ ਉਹਨਾਂ ਦਾ ਰੀਤੀ ਰਿਵਾਜ ਬੜੇ ਵੱਖਰੇ ਢੰਗ ਦੇ ਹਨ, ਉਹਨਾਂ ਦਾ ਰਹਿਣ ਦਾ ਰਵੱਈਆ ਬੜਾ ਵੱਖੋ ਵੱਖਰਾ ਹੈ। ਤੇ ਜਦੋਂ ਮੈਜਿਸਟ੍ਰੇਟ ਜਾਂ ਫਿਰ ਜਦੋਂ ਪੁਲਿਸ ਜਾਂ ਜਦੋਂ ਕਾਨੂੰਨ ਨਵੇਂ ਕਾਨੂੰਨ ਸਥਾਪਿਤ ਹੁੰਦੇ ਹਨ ਤਾਂ ਉਹਨਾਂ ਅਫਸਰਾਂ ਦੁਆਰਾ ਚੰਗੇ ਇਰਾਦੇ ਦੇ ਨਾਲ ਜੇ ਕੋਈ ਕੰਮ ਕਰਦੇ ਵੀ ਹਨ, ਲੇਕਿਨ ਜਦੋਂ ਰੀਤੀ ਰਿਵਾਜ਼ਾਂ ਨੂੰ ਚੰਗੀ ਤਰ੍ਹਾਂ ਨਹੀਂ ਸਮਝਿਆ ਜਾਂਦਾ ਜਾਂ ਉਹਨਾਂ ਦੇ ਸੱਭਿਆਚਾਰ ਨੂੰ, ਉਹਨਾਂ ਦੀ ਸੰਸਕ੍ਰਿਤੀ ਨੂੰ ਚੰਗੀ ਤਰ੍ਹਾਂ ਨਹੀਂ ਸਮਝਿਆ ਜਾਂਦਾ, ਸੋ ਇਹ ਸਾਰੀਆਂ ਚੀਜ਼ਾਂ ਵੀ ਇੱਕ ਤਰ੍ਹਾਂ ਦੀਆਂ ਸਮੱਸਿਆਵਾਂ ਲੈ ਕੇ ਆਉਂਦੀਆਂ ਹਨ। ਤਾਂ ਉਹ ਜੋ ਲੋਕ ਹਨ ਜਿਵੇਂ ਮੈਜਿਸਟ੍ਰੇਟ ਜਾਂ ਪੁਲਿਸ, ਉਹ ਇਹ ਸਾਰੀਆਂ ਚੀਜ਼ਾਂ ਤੋਂ ਬਿਲਕੁਲ ਹੀ ਅਣਜਾਣ ਹੁੰਦੇ ਹਨ ਅਤੇ ਉਹ ਨਹੀਂ ਜਾਣਦੇ ਕਿ ਉਹਨਾਂ ਨੇ ਕਿਹੋ ਜਿਹਾ ਵਿਵਹਾਰ ਕਰਨਾ ਹੈ ਇਹ ਲੋਕਾਂ ਨਾਲ, ਕਿਉਂਕਿ ਇਹ ਸਮਝਿਆ ਜਾਂਦਾ ਹੈ ਕਿ ਇਹ ਆਦੀਵਾਸੀ ਲੋਕ ਜੰਗਲ ਦੇ ਵਸਨੀਕ ਹਨ ਅਤੇ ਇਹ ਜੰਗਲੀ ਹੀ ਹਨ, ਇਹ ਇੱਕ ਜਾਨਵਰਾਂ ਦੇ ਵਾਂਗ ਹੀ ਹਨ। ਸੋ ਇਹਨਾਂ ਨਾਲ ਬੜੇ ਮਾੜੇ ਢੰਗ ਦੇ ਨਾਲ ਵੀ ਵਿਵਹਾਰ ਕੀਤਾ ਜਾਂਦਾ ਹੈ, ਜੋ ਇੱਕ ਬਹੁਤ ਹੀ ਜਟਿਲ ਅਤੇ ਗੰਭੀਰ ਸਮੱਸਿਆ ਵੀ ਹੈ ਜੋ ਕਬਾਇਲੀ ਸਮਾਜ ਦੇ ਵਿੱਚ ਦੇਖਣ ਨੂੰ ਮਿਲੀ। ਤੇ ਜੇ ਹੁਣ ਇੱਥੇ ਸੁਝਾਅ ਦਿੱਤੇ ਜਾਣ ਆਖਿਰ ਦੇ ਵਿੱਚ, ਤਾਂ ਇਹੀ ਕਹਿ ਸਕਦੇ ਹਾਂ ਕਿ ਸਮਾਜਿਕ ਤੌਰ ਉੱਤੇ ਵੀ, ਆਰਥਿਕ ਤੌਰ ਉੱਤੇ ਜਾਂ ਰਾਜਨੀਤਿਕ ਤੌਰ ਉੱਤੇ ਕਈ ਤਰ੍ਹਾਂ ਦੇ ਸੁਝਾਅ ਜਾਂ ਫਿਰ ਕਹਿ ਸਕਦੇ ਕਈ ਤਰ੍ਹਾਂ ਦੇ ਠੋਸ ਕਦਮ ਚੱਕੇ ਜਾ ਰਹੇ ਹਨ ਸਰਕਾਰ ਦੁਆਰਾ ਜਾਂ ਗੈਰ ਸਰਕਾਰੀ ਸੰਸਥਾਵਾਂ ਦੁਆਰਾ, ਜਿਸ ਦੇ ਨਾਲ ਲੋਕਾਂ ਦੀ ਜ਼ਿੰਦਗੀ ਨੂੰ ਸੁਰੱਖਿਅਤ ਕੀਤਾ ਜਾਂਦਾ ਹੈ। ਜਾਂ ਕਹਿ ਸਕਦੇ ਹਾਂ ਕਿ ਕਬੀਲਿਆਂ ਵਿੱਚ ਸਿੱਖਿਆ ਉਹਨਾਂ ਦੀ ਭਾਸ਼ਾ ਜਾਂ ਸੱਭਿਆਚਾਰ ਦੇ ਅਨੁਸਾਰ ਹੀ ਜੇ ਹੋਣੀ ਚਾਹੀਦੀ ਹੈ, ਇਹ ਇੱਕ ਮੁੱਖ ਸੁਝਾਅ ਹੋ ਸਕਦਾ ਹੈ। ਇਸ ਤੋਂ ਇਲਾਵਾ ਸਿੱਖਿਆ ਦੇ ਨਾਲ ਨਾਲ ਕਬੀਲਿਆਂ ਦੇ ਵਿੱਚ ਜੋ ਉਹਨਾਂ ਦਾ ਆਪਣਾ ਪੁਸ਼ਤੈਨੀ ਕੰਮ ਹੈ ਜਾਂ ਜਦੋਂ ਉਹ ਦੂਜੇ ਪੇਸ਼ਿਆਂ ਦੇ ਵੱਲ ਭੱਜਦੇ ਹਨ, ਉਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ, ਕਿਉਂਕਿ ਜਦੋਂ ਇੱਕ ਵਿਅਕਤੀ ਜਾਂ ਕਬੀਲੇ ਦਾ ਵਿਅਕਤੀ ਆਪਣੇ ਪੁਸ਼ਤੈਨੀ ਕੰਮ ਦੇ ਵਿੱਚ ਹੀ ਆਪਣਾ ਰੁਝਾਨ ਦੇਵੇਗਾ ਤਦ ਉੱਥੇ ਬੇਰੁਜ਼ਗਾਰੀ ਦੀ ਸਮੱਸਿਆ ਵੀ ਨਹੀਂ ਆਏਗੀ। ਤਾਂ ਜਿੱਥੇ ਬੇਰੁਜ਼ਗਾਰੀ ਦੀ ਸਮੱਸਿਆ ਨਹੀਂ ਆਏਗੀ ਉੱਥੇ ਕਿਤੇ ਨਾ ਕਿਤੇ ਇੱਕ ਵਿਅਕਤੀ ਆਪਣੇ ਹੀ ਪੁਸ਼ਤੈਨੀ ਕੰਮ ਨੂੰ ਅੱਗੇ ਵਧਾਏਗਾ ਤੇ ਉਸ ਤਰ੍ਹਾਂ ਦੀ ਸਿਖਲਾਈ ਵੀ ਆਪਣੇ ਮਾਤਾ ਪਿਤਾ ਤੋਂ ਸਿੱਖੇਗਾ। ਇਸ ਤੋਂ ਇਲਾਵਾ ਸਿੱਖਿਆ ਦੇ ਨਾਲ ਨਾਲ ਜੋ ਸੱਭਿਆਚਾਰ ਹੈ ਜਾਂ ਸੰਸਕ੍ਰਿਤੀ ਹੈ, ਜਿਸ ਦੇ ਵਿੱਚ ਸੰਗੀਤ, ਨਾਚ, ਖੇਡ ਜਾਂ ਫਿਰ ਕੋਈ ਕਲਾਕ੍ਰਿਤੀਆਂ ਹਨ ਜਾਂ ਫਿਰ ਕੋਈ ਇੱਦਾਂ ਦਾ ਆਰਟ ਐਂਡ ਕਰਾਫਟ ਹੈ, ਉਦਾਹਰਨ ਦੇ ਤੌਰ ਤੇ ਲੱਕੜ ਦੇ ਉੱਤੇ ਮੀਨਾਕਾਰੀ ਕਰਨਾ ਜਾਂ ਫਿਰ ਭਾਂਡੇ ਬਣਾਉਣਾ, ਖਿਡੌਣੇ ਬਣਾਉਣਾ, ਲੱਕੜ ਦੇ ਜੋ ਜੰਗਲ ਦੇ ਵਿੱਚ ਆਪਣੇ ਹੱਥਾਂ ਨਾਲ ਔਜ਼ਾਰ ਬਣਾਉਣਾ ਜੋ ਖੇਤੀ ਦੇ ਵਿੱਚ ਵੀ ਇਸਤੇਮਾਲ ਕੀਤੇ ਜਾਂਦੇ ਹਨ। ਸੋ ਇਹਨਾਂ ਸਾਰੀਆਂ ਚੀਜ਼ਾਂ ਦਾ ਵੀ ਲਾਭ ਕਬਾਇਲੀ ਸਮਾਜ ਦੇ ਲੋਕਾਂ ਨੇ ਇਸਤੇਮਾਲ ਕਰਨਾ ਫਾਇਦਾ ਉਠਾਉਣਾ ਸ਼ੁਰੂ ਕੀਤਾ, ਔਰ ਹੌਲੀ ਹੌਲੀ ਜੇ ਇਹ ਸਾਰੀਆਂ ਚੀਜ਼ਾਂ ਦਾ ਮਹੱਤਵ ਉਹਨਾਂ ਨੂੰ ਦੱਸਿਆ ਜਾਏਗਾ ਤੇ ਉਹਨਾਂ ਦੀ ਭਾਸ਼ਾ, ਉਹਨਾਂ ਦੀ ਸੰਸਕ੍ਰਿਤੀ ਅਲੋਪ ਨਹੀਂ ਹੋਣ ਦਿੱਤੀ ਜਾਏਗੀ, ਤਾਂ ਇਹ ਵੀ ਇੱਕ ਤਰ੍ਹਾਂ ਦਾ ਸੁਝਾਅ ਹੋ ਸਕਦਾ ਹੈ ਜਿਸ ਦੇ ਨਾਲ ਕੁਝ ਸਮੱਸਿਆਵਾਂ ਦਾ ਹੱਲ ਕੱਢਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਹੌਲੀ ਹੌਲੀ ਜਦੋਂ ਕਬਾਇਲੀ ਸਮਾਜ ਦੇ ਲੋਕਾਂ ਨੇ ਹਿੰਦੂ ਸਮਾਜ ਜਾਂ ਈਸਾਈ ਧਰਮ ਦੇ ਵਿੱਚ ਦਾ ਪ੍ਰਭਾਵ ਦੇ ਅਧੀਨ ਉਹਨਾਂ ਨੇ ਆਉਣਾ ਸ਼ੁਰੂ ਕੀਤਾ, ਤਾਂ ਕਈ ਤਰ੍ਹਾਂ ਦੀਆਂ ਬਾਲ ਵਿਆਹ ਸਮੱਸਿਆਵਾਂ ਜਾਂ ਪ੍ਰਥਾਵਾਂ, ਜਿਵੇਂ ਬਾਲ ਵਿਆਹ, ਦਹੇਜ ਪ੍ਰਥਾ ਜਾਂ ਫਿਰ ਸਤੀ ਪ੍ਰਥਾ ਵਰਗੀਆਂ ਵੀ ਸਮੱਸਿਆਵਾਂ ਦੇਖਣ ਨੂੰ ਮਿਲੀਆਂ। ਸੋ ਇਹ ਸਾਰੀਆਂ ਕੁਰੀਤੀਆਂ ਨੂੰ ਰੋਕਣ ਦੇ ਲਈ ਸਹੀ ਕਾਨੂੰਨ ਬਣਾਉਣੇ ਚਾਹੀਦੇ ਹਨ, ਜਿਸ ਦੇ ਨਾਲ ਕਬਾਇਲੀ ਸਮਾਜ ਦੇ ਵਿਅਕਤੀਆਂ ਦਾ ਜੋ ਸੰਸਕ੍ਰਿਤੀ ਹੈ ਉਹ ਕਿਤੇ ਨਾ ਕਿਤੇ ਬਚ ਕੇ ਰਹੇਗੀ ਅਤੇ ਉਹ ਆਪਣੇ ਸੱਭਿਆਚਾਰ ਦੇ ਨਾਲ ਹੀ ਜੁੜ ਕੇ ਰਹਿਣਗੇ। ਇਸ ਤੋਂ ਇਲਾਵਾ ਜਿਵੇਂ ਪ੍ਰੋਸਟੀਟਿਊਸ਼ਨ ਦੀ ਪ੍ਰੋਬਲਮ ਸੀ, ਜਿਸ ਨੂੰ ਵੇਸ਼ਵਾਵਿਰਤੀ ਦਾ ਨਾਮ ਵੀ ਦਿੱਤਾ ਜਾਂਦਾ ਹੈ। ਸੋ ਜਦੋਂ ਬਾਹਰਲੇ ਸਮਾਜ ਦੇ ਲੋਕ ਜਾਂ ਠੇਕੇਦਾਰ ਜਾਂ ਹੋਰ ਲੋਕੀ ਐਕਸਪਲੋਇਟ ਨਹੀਂ ਕਰਨਗੇ, ਸ਼ੋਸ਼ਣ ਨਹੀਂ ਕਰਨਗੇ ਜਾਂ ਉਹ ਦਖਲ ਅੰਦਾਜ਼ੀ ਹੀ ਨਹੀਂ ਕਰਨਗੇ, ਤਾਂ ਇੱਦਾਂ ਦੀਆਂ ਪ੍ਰੋਸਟੀਟਿਊਸ਼ਨ ਵਰਗੀਆਂ ਸਮੱਸਿਆਵਾਂ ਦਾ ਹੱਲ ਵੀ ਕੱਢਿਆ ਜਾ ਸਕਦਾ ਹੈ ਜਾਂ ਇੱਦਾਂ ਦੀ ਸਮੱਸਿਆਵਾਂ ਵੀ ਬੰਦ ਹੋ ਸਕਦੀਆਂ ਹਨ। ਇਸ ਤੋਂ ਇਲਾਵਾ ਕਬੀਲਿਆਂ ਦੇ ਵਿੱਚ ਖੇਤੀ ਦੇ ਆਧੁਨਿਕ ਤਰੀਕਿਆਂ ਨੂੰ ਵੀ ਦੱਸ ਦੇਣਾ ਚਾਹੀਦਾ ਹੈ, ਜਿਸ ਦੇ ਨਾਲ ਕੀ ਹੈ ਇਹਦਾ ਪ੍ਰਚਾਰ ਹੋਣਾ ਚਾਹੀਦਾ ਹੈ
ਪੀਰੀਓਡਿਕਲੀ ਕਹਿ ਸਕਦੇ ਹਾਂ ਜਾਂ ਇਹ ਬੋਲ ਸਕਦੇ ਹਾਂ ਕਿ ਲੋਕਾਂ ਨਾਲ ਸੰਪਰਕ ਕਰਨਾ ਤਾਂ ਕਿ ਉਹ ਸਹੀ ਦਿਸ਼ਾ ਦੇ ਵਿੱਚ ਅੱਗੇ ਜਾ ਸਕਣ ਤੇ ਉਹ ਆਰਥਿਕ ਤੌਰ ਉੱਤੇ ਵੀ ਆਪਣੇ ਆਪ ਨੂੰ ਮਜ਼ਬੂਤ ਬਣਾ ਸਕਣ। ਇਸ ਤੋਂ ਇਲਾਵਾ ਛੋਟੇ ਉਦਯੋਗਾਂ ਦੇ ਵਿਕਾਸ ਦੇ ਲਈ ਵੀ ਜ਼ਰੂਰ ਉਹਨਾਂ ਨੂੰ ਸਰਕਾਰੀ ਸਹਾਇਤਾ ਦਿੱਤੀ ਜਾਣੀ ਚਾਹੀਦੀ ਹੈ। ਇਸ ਦੇ ਨਾਲ-ਨਾਲ ਸਿੱਖਿਆ ਦਾ ਪ੍ਰਸਾਰ ਹੋਣਾ, ਸਿਹਤ ਨਾਲ ਸੰਬੰਧਿਤ ਜੋ ਸੁਵਿਧਾਵਾਂ ਹੈ, ਉਹਨਾਂ ਦਾ ਵੀ ਜ਼ਰੂਰ ਉੱਥੇ ਸਮੱਸਿਆਵਾਂ ਦਾ ਹੱਲ ਕਰਨਾ ਚਾਹੀਦਾ ਹੈ ਤਾਂ ਕਿ ਕਬਾਇਲੀ ਸਮਾਜ ਦੇ ਲੋਕ ਇਹਨਾਂ ਜੋ ਬੇਸਿਕ ਨੀਡਸ ਹਨ, ਜੋ ਇਹ ਮੁੱਢਲੀਆਂ ਜ਼ਰੂਰਤਾਂ ਹੈ, ਇਹਨਾਂ ਨੂੰ ਪੂਰਾ ਕਰ ਸਕਣ ਤੇ ਆਪਣੀ ਜ਼ਿੰਦਗੀ, ਆਪਣਾ ਜੀਵਨ ਸਰਲ ਬਣਾ ਸਕਣ। ਸੋ ਇਹ ਜੋ ਵਿਸ਼ਾ ਹੈ ਇੱਥੇ ਹੀ ਕੰਪਲੀਟ ਹੁੰਦਾ ਹੈ। ਧੰਨਵਾਦ।